ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਮਦਰਦ ਲੀਗਲ ਟਾਕ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਾਨੂੰਨੀ ਦਾਅ ਪੇਚਾਂ ਦੇ ਨਾਲ ਕਿਵੇਂ ਉਲਝਿਆ ਜਾ ਸਕਦਾ ਹੈ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੁੰਦੇ ਹਾਂ, ਕਿਉਂਕਿ ਆਮ ਇਨਸਾਨ ਦੇ ਲਈ ਇਹ ਜਿਹੜੀ ਜਾਣਕਾਰੀ ਹੁੰਦੀ ਹੈ ਬੜੀ ਅਹਿਮ ਹੋ ਜਾਂਦੀ ਹੈ, ਕਿਉਂਕਿ ਆਮ ਤੌਰ ਦੇ ਉੱਤੇ ਕਿਸੇ ਆਮ ਇਨਸਾਨ ਨੂੰ ਨਹੀਂ ਪਤਾ ਹੁੰਦਾ। ਤਾਂ ਜਦੋਂ ਪ੍ਰੋਬਲਮ ਵੱਧ ਜਾਂਦੀ ਹੈ, ਕੋਰਟ ਕਚਹਿਰੀ ਦੇ ਚੱਕਰ ਲਗਾਉਣੇ ਪੈ ਜਾਂਦੇ ਨੇ, ਤਾਂ ਉਹ ਬੜੀ ਦਿੱਕਤ ਵਾਲੀ ਗੱਲ ਹੋ ਜਾਂਦੀ ਹੈ। ਸੋ ਇਸੇ ਲਈ ਲੋਕਾਂ ਦੀ ਜਾਣਕਾਰੀ ਦੇ ਲਈ ਇਹ ਪ੍ਰੋਗਰਾਮ ਲਿਆਂਦਾ ਗਿਆ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਵੀ ਮੁੱਦੇ ਡਿਸਕਸ ਕਰਦੇ ਹਾਂ, ਜਿਹੜੇ ਵੀ ਇੱਦਾਂ ਦੇ ਕੁਛ ਕਾਨੂੰਨੀ ਦਾਅ ਪੇਚ ਜਿਹੜੇ ਤੁਹਾਨੂੰ ਦੱਸੇ ਜਾਂਦੇ ਨੇ, ਉਹ ਤੁਹਾਡੀ ਹੈਲਪ ਦੇ ਲਈ ਨੇ। ਸੋ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੈਗਾ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਸਾਨੂੰ ਪੁੱਛ ਸਕਦੇ ਹੋ। ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵਸੀਅਤ ਨੂੰ ਲੈ ਕੇ ਗੱਲਬਾਤ ਕੀਤੀ ਸੀ। ਇਹ ਵਸੀਅਤ ਦਾ ਜਿਹੜਾ ਮਾਮਲਾ ਹੈਗਾ ਉਹ ਵੀ ਇੱਕ ਇੱਦਾਂ ਦਾ ਗੰਭੀਰ ਮਾਮਲਾ ਹੈਗਾ ਕਿ ਅਗਰ ਸਹੀ ਸਮੇਂ ਦੇ ਉੱਤੇ ਵਸੀਅਤ ਨਾ ਕੀਤੀ ਜਾਵੇ, ਜਾਂ ਫਿਰ ਗਲਤ ਵਸੀਅਤ ਹੋ ਜਾਵੇ, ਜਾਂ ਫਿਰ ਕੋਈ ਧੋਖੇ ਦੇ ਨਾਲ ਜਾਂ ਕਿਸੇ ਨੂੰ ਦਬਾਅ ਹੇਠ ਆਪਣੇ ਨਾਮ ਵਸੀਅਤ ਲਿਖਾ ਲਵੇ, ਤਾਂ ਬਾਅਦ ਦੇ ਵਿੱਚ ਝਗੜੇ ਜਿਹੜੇ ਕੋਰਟ ਕਚਹਿਰੀ ਦੇ ਵਿੱਚ ਪਹੁੰਚ ਜਾਂਦੇ ਨੇ। ਸੋ ਇਸ ਦੇ ਵਿੱਚ ਕਾਫੀ ਲੰਮਾ ਸਮਾਂ ਖੱਜਲ ਖੁਆਰੀ ਵੀ ਹੁੰਦੀ ਹੈ ਤੇ ਤੁਹਾਡਾ ਪੈਸਾ ਵੀ ਖਰਾਬ ਹੁੰਦਾ ਹੈ, ਸਮਾਂ ਵੀ ਖਰਾਬ ਹੁੰਦਾ ਹੈ। ਸੋ ਇਹ ਨੁਕਸਾਨ ਜਿਹੜਾ ਉਸ ਤੋਂ ਬਚਣ ਦੇ ਲਈ ਸਹੀ ਸਮੇਂ ਕਿਸ ਤਰੀਕੇ ਦੇ ਨਾਲ ਜਿਹੜੀ ਵਸੀਅਤ ਹੈ ਬਣਾਈ ਜਾਵੇ, ਜਾਂ ਫਿਰ ਸਹੀ ਤਰੀਕਾ ਕੀ ਹੈਗਾ ਅਗਰ ਕੋਈ ਵਸੀਅਤ ਗਲਤ ਬਣ ਗਈ ਹੈ ਉਸ ਨੂੰ ਚੈਲੰਜ ਕਰਨ ਦਾ। ਇਸ ਦੇ ਨਾਲ ਹੀ ਨਾਲ ਜਿਹੜੀ ਪ੍ਰੋਪਰਟੀ ਦੀ ਗੱਲ ਕੀਤੀ ਗਈ ਹੈ, ਜਿਵੇਂ ਕਿ ਜੋ ਪੈਸਾ ਹੈਗਾ ਜਾਂ ਫਿਰ ਮਕਾਨ ਹੈ, ਜ਼ਮੀਨ ਹੈ, ਉਸ ਦੇ ਨਾਲ ਹੀ ਨਾਲ ਅਸੀਂ ਅਸਲੇ ਦੀ ਵੀ ਗੱਲ ਕੀਤੀ ਸੀ ਜੋ ਕਿ ਪ੍ਰੋਪਰਟੀ ਦਾ ਪਾਰਟ ਹੈ। ਸੋ ਉਸ ਦੇ ਬਾਰੇ ਵੀ ਅੱਜ ਖਾਸ ਤੌਰ ਦੇ ਉੱਤੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ। ਸੋ ਜਿਵੇਂ ਕਿ ਪਿਛਲੀ ਵਾਰ ਵੀ ਬਹੁਤ ਸਾਰੇ ਦਰਸ਼ਕਾਂ ਨੇ ਕਾਲ ਕੀਤੀ ਸੀਗੀ, ਜਿਨ੍ਹਾਂ ਨੇ ਵਸੀਅਤ ਦੇ ਮਾਮਲੇ ਬਾਰੇ ਬਹੁਤ ਸਾਰੇ ਸਵਾਲ ਜਿਹੜੇ ਕੀਤੇ ਸੀਗੇ, ਜਿਨ੍ਹਾਂ ਦੇ ਵਿੱਚੋਂ ਦਲਜੀਤ ਸਿੰਘ ਸੀਗੇ ਕੈਨੇਡਾ ਤੋਂ, ਸਵਰਨ ਸਿੰਘ ਸੀਗੇ ਇਹ ਵੀ ਕੈਨੇਡਾ ਤੋਂ ਸੀ, ਪ੍ਰਿਤਪਾਲ ਸਿੰਘ ਸੀਗੇ, ਹਰਬੰਸ ਸਿੰਘ ਸੀਗੇ। ਇਹਨਾਂ ਨੇ ਸਾਰਿਆਂ ਨੇ ਬਹੁਤ ਸਾਰੇ ਜਿਹੜੇ ਸਵਾਲ ਰੱਖੇ ਸੀਗੇ। ਇਹਨਾਂ ਦੇ ਵਿੱਚੋਂ ਰਮੇਸ਼ ਸ਼ਰਮਾ ਜੀ ਸੀਗੇ। ਸੋ ਇਹਨਾਂ ਨੇ ਬਹੁਤ ਵਧੀਆ ਜਿਹੜੇ ਸਵਾਲ ਰੱਖੇ ਸੀ। ਤਾਂ ਜੇਕਰ ਤੁਹਾਡੇ ਕੋਲ ਵੀ ਇਸ ਦੇ ਨਾਲ ਰਿਲੇਟਡ ਕੋਈ ਸਵਾਲ ਹੈਗਾ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਜੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੈਸਟ ਨੇ ਉਹਨਾਂ ਨੂੰ ਇਨਵਾਈਟ ਕਰ ਲੈਂਦੇ ਹਾਂ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮਸ਼ਹੂਰ ਵਕੀਲ ਸੁਨੀਲ ਮੱਲਨ ਜੀ ਸਾਡੇ ਨਾਲ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਜਿਵੇਂ ਕਿ ਪਿਛਲੀ ਵਾਰ ਵੀ ਦਰਸ਼ਕਾਂ ਨੂੰ ਇਹ ਜਾਣਕਾਰੀ ਬਹੁਤ ਹੀ ਜ਼ਿਆਦਾ ਹੈਲਪਫੁਲ ਰਹੀ ਸੀ ਕਿ ਬਹੁਤ ਸਾਰੇ ਸਵਾਲ ਸਾਡੇ ਕੋਲ ਆਏ ਸੀਗੇ। ਸੋ ਮੱਲਨ ਸਾਹਿਬ, ਪਿਛਲੀ ਵਾਰ ਜਦੋਂ ਅਸੀਂ ਵਸੀਅਤ ਦੀ ਗੱਲਬਾਤ ਕਰ ਰਹੇ ਸੀ ਤਾਂ ਕੁਝ ਇੱਕ ਅਜਿਹੇ ਪੇਚੀਦਾ ਮੋੜ ਸੀਗੇ ਜਿਹੜੇ ਕਿ ਕਹਿ ਲਓ ਕਿ ਵੱਧ ਸਮਾਂ ਲੈ ਸਕਦੇ ਸੀ, ਔਰ ਸਾਡਾ ਪ੍ਰੋਗਰਾਮ ਦਾ ਜਿਹੜਾ ਸਮਾਂ ਹੈਗਾ ਉਦੋਂ ਸਮਾਪਤ ਹੋ ਗਿਆ ਸੀ। ਇਸ ਕਰਕੇ ਅਸੀਂ ਕਿਹਾ ਸੀ ਦਰਸ਼ਕਾਂ ਨੂੰ, ਇਹ ਵਾਅਦਾ ਕੀਤਾ ਸੀ ਕਿ ਅਗਲੇ ਐਪੀਸੋਡ ਦੇ ਵਿੱਚ ਵੀ ਇਸ ਦੇ ਬਾਰੇ ਗੱਲਬਾਤ ਕਰਾਂਗੇ। ਸੋ ਉਸੇ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸੋ ਅਸਲੇ ਦੀ ਵੀ ਗੱਲ ਹੈ ਔਰ ਚੋਣਾਂ ਦਾ ਸਮਾਂ ਚੱਲ ਰਿਹਾ, ਜਿਵੇਂ ਕਿ ਚੋਣ ਜਾਬਤਾ ਲੱਗਿਆ ਹੋਇਆ ਪੰਜਾਬ ਦੇ ਵਿੱਚ, ਅਸਲਾ ਜਮ੍ਹਾਂ ਹੁੰਦਾ ਹੈ। ਸੋ ਇਹ ਵੀ ਦਰਸ਼ਕਾਂ ਨੂੰ ਦੱਸ ਦਿੰਦੇ ਕਿ ਜੋ ਅੰਕੜੇ ਸਾਹਮਣੇ ਆਏ ਨੇ, ਜੋ ਚੋਣ ਕਮਿਸ਼ਨ ਵੱਲੋਂ ਡਿਟੇਲਸ ਸਾਹਮਣੇ ਆਈਆਂ, ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਪੰਜਾਬ ਦੇ ਵਿੱਚ 3,90,275 ਇੰਨਾ ਅਸਲਾ ਜਿਹੜਾ ਹੈਗਾ, ਲਾਇਸੈਂਸੀ ਅਸਲਾ ਜਿਹੜਾ ਮੌਜੂਦ ਹੈ। ਸੋ ਅਗਰ ਅਸੀਂ ਪੰਜਾਬ ਦੀ ਜਨਸੰਖਿਆ ਦੇ ਨਾਲ ਹਿਸਾਬ ਲਗਾ ਕੇ ਦੇਖੀਏ, ਸੋ ਤਕਰੀਬਨ ਹਰ 18ਵਾਂ ਪੰਜਾਬੀ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹਦੇ ਕੋਲੇ ਅਸਲਾ ਹੋ ਸਕਦਾ ਇਸ ਗਿਣਤੀ ਦੇ ਹਿਸਾਬ ਦੇ ਨਾਲ। ਸੋ ਇੰਨਾ ਅਸਲਾ ਮੌਜੂਦ ਹੈ, ਜਿਸ ਦੇ ਵਿੱਚੋਂ ਬਹੁਤ ਸਾਰਾ ਜਿਹੜਾ ਜਮ੍ਹਾਂ ਵੀ ਹੋ ਚੁੱਕਿਆ ਹੈ, ਕਿਉਂਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਅਸਲਾ ਜਮ੍ਹਾਂ ਹੁੰਦਾ ਹੈ। ਸੋ ਉਸ ਦੇ ਵਿੱਚੋਂ ਪਰ ਹਜੇ ਵੀ ਤਕਰੀਬਨ 13 ਤੋਂ 14 ਹਜ਼ਾਰ ਦੀ ਗਿਣਤੀ ਹੈਗੀ ਹੈ ਜਿਹੜਾ ਕਿ ਅਸਲਾ ਹਜੇ ਵੀ ਜਮ੍ਹਾਂ ਨਹੀਂ ਹੋਇਆ। ਸੋ ਇਹ ਵੀ ਇੱਕ ਅਹਿਮ ਮੁੱਦਾ ਹੈਗਾ। ਇਸ ਦੇ ਬਾਰੇ ਵੀ ਮੈਂ ਚਾਹਾਂਗਾ ਕਿ ਤੁਸੀਂ ਥੋੜ੍ਹੀ ਜਿਹੀ ਜਿਹੜੀ ਮਸ਼ਵਰੇ ਹੈਗੇ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ, ਤੇ ਉਸ ਤੋਂ ਬਾਅਦ ਇਹ ਪ੍ਰੋਪਰਟੀ ਦਾ ਪਾਰਟ ਕਿਵੇਂ ਹੈ, ਵਸੀਅਤ ਦੇ ਵਿੱਚ ਕਿਵੇਂ ਇਹ ਟਰਾਂਸਫਰ ਹੁੰਦਾ ਹੈ, ਇਸ ਦੇ ਬਾਰੇ ਵੀ ਗੱਲਬਾਤ ਜਿਹੜੀ ਅੱਗੇ ਕਰਾਂਗੇ। ਮੈਂ ਇੱਕ ਹੋਰ ਵਧੀਆ ਗੱਲ ਦੱਸ ਦਿੰਦਾ ਜੀ। ਇਹ 3,90,275 ਚ ਸੁਨੀਲ ਮੱਲਨ ਦੀ ਵੀ ਗਿਣਤੀ ਹੈਗੀ ਹੈ ਜੀ। ਅੱਛਾ ਜੀ, ਠੀਕ ਹੈ। ਤੇ ਤੁਸੀਂ ਆਪਣਾ ਜਮ੍ਹਾਂ ਕਰਾ ਚੁੱਕੇ ਹੋ? ਜੀ, ਮੈਂ ਬਿਲਕੁਲ ਡਿਊ ਡੇਟ ਤੇ ਜਮ੍ਹਾਂ ਕਰਾ ਲਿਆ। ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹੁੰਦਾ ਹਾਂ ਜੀ। ਮਾਨਯੋਗ ਸੁਪਰੀਮ ਕੋਰਟ ਨੇ ਕੁਝ ਅਥਾਰਟੀਜ਼ ਦਿੱਤੀਆਂ ਨੇ, ਜਿਹਦੇ ਵਿੱਚ ਤੁਹਾਨੂੰ ਜਮ੍ਹਾਂ ਕਰਾਉਣ ਵਾਸਤੇ ਜਦੋਂ DC ਆਫਿਸ ਤੋਂ ਜਾਂ ਤੁਹਾਡੇ ਮੌਜੂਦਾ ਜਿਹੜਾ ਲਾਇਸੈਂਸਿੰਗ ਬ੍ਰਾਂਚ ਹੈ ਉਹ ਅੰਮ੍ਰਿਤਸਰ, ਜਿਵੇਂ ਅੰਮ੍ਰਿਤਸਰ ਚ ਕਮਿਸ਼ਨਰੇਟ ਸਿਸਟਮ ਹੈ ਤੇ ਉਹ ਪੰਜਾਬ ਪੁਲਿਸ ਕੋਲ ਦੀ ਪਾਵਰ ਹੈ, ਜਦੋਂ ਤੁਹਾਨੂੰ ਜਮ੍ਹਾਂ ਕਰਾਉਣ ਵਾਸਤੇ ਉਹ ਨੋਟਿਸ ਆਉਂਦਾ, ਤੁਸੀਂ ਉਹਦੇ ਤੇ ਰਿਕੁਐਸਟ ਕਰ ਸਕਦੇ ਹੋ ਕਿ ਮੈਨੂੰ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਮੈਂ ਆਪਣੇ ਉਹਦੇ ਤੋਂ ਲਿਆ ਸੀ, ਔਰ ਜਸਟੀਫਾਈਡ ਰੀਜ਼ਨ ਜੇ ਹੋਏਗਾ ਤੇ ਚੋਣ ਜਾਬਤਾ ਦੇ ਦੌਰਾਨ ਜਾਂ ਜਦੋਂ ਵੀ ਕੋਈ ਜਾਬਤਾ ਲੱਗਦਾ ਉਹਦੇ ਦੌਰਾਨ ਕੰਡਕਟ ਲੱਗਦਾ ਹੈ, ਤੁਹਾਡੇ ਕੋਲ ਅਸਲਾ ਰੱਖਣ ਦੀ ਸਪੈਸ਼ਲ ਪਰਮਿਸ਼ਨ ਮਿਲ ਸਕਦੀ ਹੈ। ਇੱਕ ਵੱਡੀ ਜਾਣਕਾਰੀ ਹੈ। ਇਹਦੇ ਕਾਇਦੇ ਕਾਨੂੰਨ ਕੀ ਨੇ, ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਉਹ ਆਪਾਂ ਅਗਲੇ ਆਉਣ ਵਾਲੇ ਐਪੀਸੋਡ ਵਿੱਚ ਆਪਣੇ ਦਰਸ਼ਕਾਂ ਨੂੰ ਸਮਝਾਵਾਂਗੇ ਵੀ ਉਹਦਾ ਕੀ ਤਰੀਕਾ ਹੈ। ਬਟ ਇੱਕ ਨਵੀਂ ਜਾਣਕਾਰੀ ਦੱਸ ਰਿਹਾ
ਜੀ, ਕਿਉਂਕਿ ਜ਼ਰੂਰੀ ਨਹੀਂ ਕਿ ਹਰ ਵਾਰੀ ਜਮ੍ਹਾਂ ਹੀ ਕਰਾਉਣਾ ਪਵੇ, ਤੁਹਾਡਾ ਰੀਜ਼ਨ ਜਸਟੀਫਾਈਡ ਕਰਕੇ ਉਹਦੇ ਮੁਤਾਬਕ ਕਿੱਦਾਂ ਅਪਲਾਈ ਕਰਨਾ ਹੈ, ਕਿੱਦਾਂ ਪਰ ਉਹਦਾ ਮੇਰੇ ਖਿਆਲ ਨਾਲ ਰਿਡਕਸ਼ਨ। ਮੱਲਨ ਸਾਹਿਬ ਮੈਂ ਚਾਹਾਂਗਾ ਕਿ ਥੋੜਾ ਬਹੁਤਾ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਵੀ ਦੱਸੋ, ਕਿਉਂਕਿ ਹਜੇ ਵੀ ਜਿਵੇਂ ਮੈਂ ਗਿਣਤੀ ਦੱਸੀ ਹੈ ਕਿ 13 ਤੋਂ 14,000 ਤੱਕ ਦੀ ਗਿਣਤੀ ਹੈ ਜਿਹੜੀ ਹਜੇ ਜਮ੍ਹਾਂ ਨਹੀਂ ਹੋਈ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਜਦੋਂ ਮੈਂ ਅਸਲਾ ਬ੍ਰਾਂਚਾਂ ਅਸੀਂ ਕ੍ਰੀਏਟ ਕੀਤੀਆਂ ਸੀ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਵਿੱਚ ਕਮਿਸ਼ਨਰੇਟ ਸਿਸਟਮ ਵਿੱਚ 2010 ਤੋਂ ਔਨਵਰਡਸ, ਉਦੋਂ ਸਾਡੇ ਕੋਲ ਬੜੇ ਹੈਰਾਨਜਨਕ ਕਰਨ ਵਾਲੇ ਵੀ ਆਏ ਸੀ ਸਾਡੇ ਸਾਹਮਣੇ ਆંકੜੇ ਕਿ ਲਗਭਗ ਜਿੰਨੇ ਲਾਇਸੈਂਸੀ ਬੰਦੇ ਸੀ ਤੇ ਉਹਨੇ ਗੈਰ ਲਾਇਸੈਂਸੀ ਬੰਦੇ ਵੀ ਸਾਨੂੰ ਲੱਗੇ ਸੀ ਪਤਾ। ਸਾਡੀਆਂ ਖੁਫੀਆ ਏਜੰਸੀਜ਼ ਨੇ ਰਿਪੋਰਟਾਂ ਕੱਢੀਆਂ ਸੀ ਔਰ ਅੱਜ ਵੀ ਅਸੀਂ ਉਹਦੇ ਤੇ ਸਾਡੀ ਪੰਜਾਬ ਪੁਲਿਸ ਔਰ ਸਾਡੇ ਬਾਕੀ ਅਦਾਰੇ ਕੰਮ ਕਰ ਰਹੇ ਨੇ ਰੈਗੂਲਰ ਜੀ। ਔਰ ਉਹਦੇ ਵਿੱਚ ਬੜਾ ਇੰਪੋਰਟੈਂਟ ਹੈ ਕਿ ਗੈਰ ਲਾਇਸੈਂਸੀ ਅਸਲਿਆਂ ਨੂੰ ਲਾਇਸੈਂਸੀ ਕਰਾਇਆ ਜਾਵੇ ਜਾਂ ਉਹਨਾਂ ਨੂੰ ਜ਼ਬਤ ਕੀਤਾ ਜਾਵੇ। ਉਹਦੇ ਤੇ ਜੋ ਵੀ ਐਫਰਟਸ ਨੇ ਉਹ ਸਰਕਾਰ ਆਪਣੇ ਲੈਵਲ ਤੇ ਕਰ ਰਹੀ ਹੈ, ਨੰਬਰ 1 ਜੀ। ਨੰਬਰ 2, ਇਸ ਤੋਂ ਇਲਾਵਾ ਜਿਹੜਾ ਜ਼ਿਆਦਾ ਗੱਲਾਂ ਇੰਪੋਰਟੈਂਟ ਦੱਸਣ ਵਾਲੀਆਂ, ਹਲੇ ਪ੍ਰਾਪਰਟੀ ਦੇ ਮੁੱਦੇ ਕਾਫੀ ਨੇ, ਲਾਇਸੈਂਸ ਵਾਲੇ ਬੰਦੇ ਲਿਮਿਟਡ ਨੇ ਬਟ ਪ੍ਰਾਪਰਟੀ ਨਾਲ ਰਿਲੇਟਡ ਬੰਦੇ ਬਹੁਤ ਜ਼ਿਆਦਾ ਨੇ। ਆਪਾਂ ਅੱਜ ਪ੍ਰਾਪਰਟੀ ਦੀ ਗੱਲ ਕਰੀਏ, ਜਦੋਂ ਮੁੱਦਾ ਆਏਗਾ, ਮੌਕਾ ਆਏਗਾ, ਇਹਦੇ ਤੇ ਵੀ ਗੱਲ ਕਰਾਂਗੇ। ਠੀਕ ਹੈ। ਸੋ ਅੱਜ ਮੈਂ ਜਿਹੜੀ ਜ਼ਰੂਰੀ ਗੱਲ ਇਹ ਦੱਸਣਾ ਚਾਹੁੰਦਾ ਕਿ ਵਸੀਅਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਵਸੀਅਤ ਵਿੱਚ ਤੁਹਾਡਾ ਪੀਪੀਐਫ ਅਕਾਊਂਟ ਜਾਂ ਪੀਐਫ ਅਕਾਊਂਟ ਜਿਹੜਾ ਉਹ ਕਿਵੇਂ ਐਂਟਰਟੇਨ ਕੀਤਾ ਜਾਵੇ, ਉਹਨੂੰ ਨਾਲ ਰੱਖਿਆ ਜਾਵੇ ਤਾਂ ਕਿ ਉਹ ਜਦੋਂ ਤੁਸੀਂ ਆਫਟਰ ਡੈਥ ਉਹ ਐਗਜ਼ੀਕਿਊਟ ਕੀਤਾ ਜਾ ਸਕੇ। ਨੰਬਰ 1 ਇਹ ਚੀਜ਼ ਦਾ ਧਿਆਨ ਰੱਖਣਾ ਹੈ। ਨੰਬਰ 2 ਜਿਹੜੀਆਂ ਕੁਝ ਹੋਰ ਗੱਲਾਂ ਨੇ, ਜਿਵੇਂ ਰੱਬ ਭਲਾ ਕਰੇ ਤੁਹਾਡਾ ਕਿ ਮੇਰਾ ਦਿਮਾਗ ਨਿਕਲ ਗਿਆ ਇੱਕਦਮ, ਮੁੱਦਾ ਦਿਮਾਗ ਤੋਂ ਨਿਕਲ ਗਿਆ। ਹਾਂ, ਪੀਪੀਐਫ ਦੀ ਗੱਲ ਕਰ ਰਹੇ ਸੀ ਜੀ, ਪੀਪੀਐਫ ਦੀ ਗੱਲ ਕਰ ਰਹੇ ਸੀ। ਦੂਸਰਾ ਮੁੱਦਾ ਮੈਂ ਇਹ ਕਹਿਣਾ ਚਾਹੁੰਦਾ, ਮੰਨ ਲਓ ਤੁਸੀਂ ਕਿਸੇ ਟਰਸਟ ਦੇ ਮਾਲਕ ਹੋ, ਤੁਸੀਂ ਕਿਸੇ ਸੁਸਾਇਟੀ ਵਿੱਚ ਪ੍ਰਧਾਨ ਹੋ, ਸੈਕਟਰੀ ਹੋ, ਜਾਂ ਕਿਸੇ ਤਰ੍ਹਾਂ ਦੀ ਵੀ ਇਹੋ ਜਿਹੀ ਐਸੋਸੀਏਸ਼ਨ ਬਣੀ ਹੈ ਜਾਂ ਪ੍ਰਾਈਵੇਟ ਲਿਮਿਟਡ ਕੰਪਨੀ ਹੈ ਜਾਂ ਪਾਰਟਨਰਸ਼ਿਪ ਕੰਪਨੀ ਹੈ, ਐਲਐਲਪੀ ਕੰਪਨੀ, ਉਹਦੇ ਵਿੱਚ ਤੁਹਾਡਾ ਕੋਈ ਸਟੇਕ ਹੈ ਤੇ ਉਹ ਤੁਹਾਨੂੰ ਕਿਵੇਂ ਮਿਲੇਗਾ। ਅੱਛਾ, ਇਹਦੇ ਚ ਆਪਾਂ ਵੀ ਡਿਸਕਸ ਕਰਾਂਗੇ ਕਿ ਜੇ ਬੱਚਾ ਮਾਈਨਰ ਹੈ, ਫਾਦਰ ਦੀ ਪਹਿਲਾਂ ਡੈਥ ਹੋ ਗਈ ਤੇ ਉਹ ਮਾਈਨਰ ਬੱਚੇ ਦਾ ਅਧਿਕਾਰ ਕਿਵੇਂ ਰਹਿ ਸਕਦਾ ਉਹਦੇ ਕੋਲ। ਅੱਛਾ, ਉਹ ਕਈ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਜਿਨ੍ਹਾਂ ਨੂੰ ਆਪਾਂ ਵਾਚਾਂਗੇ ਔਰ ਆਪਾਂ ਉਹਦੇ ਤੇ ਡਿਸਕਸ਼ਨ ਕਰਾਂਗੇ, ਡਿਸਕਸ਼ਨ ਕਰਕੇ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਇਹ ਸਾਰੇ ਰਾਈਟਸ ਲੈ ਸਕਦੇ ਹੋ, ਬੱਚਾ ਕਿਵੇਂ ਲੈ ਸਕਦਾ, ਉਹਦੇ ਪੈਸੇ ਕਿਵੇਂ ਉਹਦੇ ਖਾਤੇ ਚ ਆਣਗੇ ਜੀ, ਫਿਰ ਮਾਈਨਰ ਦਾ ਅਕਾਊਂਟ ਕਿਵੇਂ ਖੁੱਲ ਸਕਦਾ ਹੈ। ਮੇਰੀ ਬੇਟੀ ਜਦੋਂ 2 ਮਹੀਨੇ ਦੀ ਹੋਈ ਸੀਗੀ, ਮੈਂ ਉਹਦਾ ਆਧਾਰ ਕਾਰਡ, ਪੈਨ ਕਾਰਡ ਉਦੋਂ ਹੀ ਬਣਵਾ ਲਿਆ ਸੀ। ਤੁਸੀਂ ਹੈਰਾਨ ਹੋਵੋਗੇ ਦੇਖ ਕੇ ਕਿ ਬੇਟੀ ਜਦੋਂ ਛੋਟੀ ਸੀ, ਪੈਨ ਕਾਰਡ, ਆਧਾਰ ਕਾਰਡ ਮੈਂ ਉਦੋਂ ਹੀ ਬਣਵਾ ਲਿਆ ਸੀ। ਔਰ ਬੜਾ ਹੈਰਾਨ ਸੀ ਜਿਹੜਾ ਪੈਨ ਕਾਰਡ ਬਣਾਉਂਦਾ ਬੰਦਾ, ਕਹਿੰਦਾ ਭਾਜੀ ਇੰਨੀ ਜਲਦੀ। ਮੈਂ ਕਿਹਾ ਯੈਸ, ਜੋ ਉਹਦੀ ਗਿਫਟ ਵਿੱਚ ਪੈਸਾ ਆਉਣਾ ਹੈ, ਜੋ ਉਹਦੇ ਰਾਈਟਸ ਉਹਨੂੰ ਮਿਲਨੇ ਨੇ, ਉਹਦੇ ਪੈਸਿਆਂ ਚ ਉੱਤਰ ਜਾਣ, ਮੈਂ ਉਹਦਾ ਮਾਲਕ ਕਿਉਂ ਬਣਾ? ਜਦੋਂ 18 ਸਾਲ ਦੀ ਹੋਏਗੀ ਉਹਨੂੰ ਮਿਲੇਗਾ। ਸੋ ਇਹ ਸਾਰੀਆਂ ਗੱਲਾਂ ਨੇ। ਔਰ ਕੁਝ ਮਾਂ-ਬਾਪ ਜਿਹੜੇ ਆਪਣੇ ਬੱਚਿਆਂ ਦੇ ਨਾਂ ਤੇ ਪ੍ਰਾਪਰਟੀਆਂ ਲਾ ਦਿੰਦੇ ਨੇ ਔਰ ਪ੍ਰਾਪਰਟੀਆਂ ਮੁੜ ਕੇ ਬੱਚੇ ਉਹਨਾਂ ਨੂੰ ਅੱਖਾਂ ਵਿਖਾਉਂਦੇ ਨੇ, ਉਹਨਾਂ ਨੂੰ ਘਰੋਂ ਕੱਢਣ ਤੱਕ ਦੀ ਨੌਬਤ ਆਉਂਦੇ ਨੇ। ਮਾਂ-ਪਿਓ ਸੜਕਾਂ ਤੇ ਆ ਕੇ ਬਹਿ ਜਾਂਦੇ ਨੇ, ਉਹਨਾਂ ਨੂੰ ਧਿਆਨ ਨਹੀਂ ਰੱਖਦੇ। ਸੋ ਉਹ ਉਸ ਵੇਲੇ ਮਾਂ-ਪਿਓ ਕਿਹੜੇ ਐਕਟ ਵਿੱਚ ਕਿੱਥੇ ਜਾਣ ਤੇ ਕੌਣ ਉਹਦਾ ਤੇ ਕੀ ਅਸਰ ਕਰ ਸਕਦਾ ਹੈ, ਖਰਚਾ ਲੈ ਸਕਦੇ ਆ ਨਹੀਂ ਲੈ ਸਕਦੇ, ਬੜੀਆਂ ਸਾਰੀਆਂ ਗੱਲਾਂ। ਸੋ ਅੱਜ ਕਿਸੇ ਵੀ ਇੱਕ ਮੁੱਦੇ ਤੋਂ ਸ਼ੁਰੂ ਕਰ ਲੈਂਦੇ ਹਾਂ, ਜਿੱਥੋਂ ਤੁਸੀਂ ਕਹੋ ਉੱਥੋਂ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੰਦੇ ਹਾਂ। ਦਰਸ਼ਕ ਉਹਦੇ ਤੇ ਨੋਟ ਕਰ ਲੈਣਾ। ਔਰ ਮੈਂ ਧੰਨਵਾਦ ਆ ਬੜੇ ਦਰਸ਼ਕਾਂ ਦਾ, ਮੈਨੂੰ ਬੜੀ ਦੂਰੋਂ ਫੋਨ ਆਇਆ। ਹਾਂ, ਇੱਕ ਹੋਰ ਮੁੱਦਾ ਆਪਾਂ ਡਿਸਕਸ ਕਰਾਂਗੇ। ਮੈਂ ਇੱਕ ਮੈਰਿਡ ਵੂਮਨ ਹੈ, ਮੈਂ ਇੱਕ ਲੜਕੀ ਹਾਂ। ਮੰਨ ਲਓ ਮੇਰਾ ਵਿਆਹ ਹੋਇਆ ਸੀ ਮੇਰੇ ਹਸਬੈਂਡ ਨਾਲ, ਹਸਬੈਂਡ ਦੀ ਡੈਥ ਹੋ ਗਈ, ਮੈਂ ਵਿਧਵਾ ਵਾਂ। ਉਸ ਤੋਂ ਬਾਅਦ ਮੈਂ ਸ਼ਾਦੀ ਕਰ ਲੈਂਦੀ ਹਾਂ। ਵਿਧਵਾ ਦੇ ਦੌਰਾਨ ਮੇਰੇ ਨਾਂ ਤੇ ਮੰਨ ਲਓ ਮੇਰੇ ਹਸਬੈਂਡ ਦੀ ਪ੍ਰਾਪਰਟੀ ਆਉਂਦੀ ਹੈ, ਜਿਹੜੀ ਉਹ ਮੇਰੇ ਕੋਲ ਆਉਂਦੀ ਹੈ, ਵਿਆਹ ਤੋਂ ਬਾਅਦ ਉਹ ਕਿੱਥੇ ਜਾਏਗੀ, ਬੱਚੇ ਦਾ ਰਾਈਟ ਕਿਵੇਂ ਰਹੇਗਾ, ਇਹ ਮੁੱਦੇ ਤੇ ਵੀ ਅਸੀਂ ਗੱਲ ਕਰਾਂਗੇ। ਔਰ ਜੇ ਤੁਸੀਂ ਵੀ ਆਫਟਰ ਵਿਡੋ ਤੁਸੀਂ ਦੁਬਾਰਾ ਸ਼ਾਦੀ ਕਰ ਲੈਂਦੇ ਹੋ ਤੇ ਪ੍ਰਾਪਰਟੀ ਕਿੱਦਾਂ ਉਹ ਵੰਡੀ ਜਾਏਗੀ। ਦੂਸਰੀ ਗੱਲ, ਮੰਨ ਲਓ ਕੋਈ ਬੰਦਾ ਬੇਔਲਾਦ ਹੈ, ਜਿਹਦੇ ਬੱਚੇ ਹੀ ਨਹੀਂ ਹੈ ਜੀ, ਉਹਦੀ ਪ੍ਰਾਪਰਟੀ ਕਿਵੇਂ ਵੰਡੀ ਜਾ ਸਕਦੀ ਹੈ, ਕਿਹਨੂੰ ਜਾ ਸਕਦੀ ਹੈ, ਇਹਨਾਂ ਮੁੱਦਿਆਂ ਤੇ ਵੀ ਅਸੀਂ ਗੱਲਾਂ ਕਰਨੀਆਂ। ਤਾਂ ਮੈਂ ਦੱਸ ਰਿਹਾ ਦਰਸ਼ਕਾਂ ਨੂੰ ਕਿ ਦਰਸ਼ਕ ਜੁੜਨ ਔਰ ਆਪਣਾ ਕਿਸੇ ਕਿਸਮ ਦਾ ਕੋਈ ਸਵਾਲ ਹੈ ਰਿਲੇਟਡ ਟੂ ਸਕਸੈਸ਼ਨ, ਰਿਲੇਟਡ ਟੂ ਵਸੀਅਤ ਦੱਸਣ ਜੀ। ਹੁਣ ਮੈਂ ਅੱਜ ਇਹ ਮੁੱਦਾ ਕਿਉਂ ਚੁੱਕਿਆ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਚ, ਭੈਣ ਭਰਾਵਾਂ ਚ ਇੱਕੋ ਗੱਲ ਕਹਿਣਾ, ਵਸੀਅਤ ਕਰਾਣੀ ਬਹੁਤ ਜ਼ਰੂਰੀ ਹੈ ਜੀ। ਔਰ ਮੇਰੇ ਸਾਰੇ ਜਿਹੜੇ ਬਜ਼ੁਰਗ ਭੈਣ ਭਰਾ, ਜਵਾਨ ਭੈਣ ਭਰਾ ਨੋਟ ਕਰ ਲੈਣ ਕਿ ਉਹ ਆਪਣੀ ਅੱਜ ਵਸੀਅਤ ਬਣਾ ਦਿੰਦੇ ਆ ਤੇ ਵਸੀਅਤ ਨਾਲ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਮਾਲਕੀ ਨਹੀਂ ਮਿਲਦੀ ਹੈ। ਯਾਦ ਰੱਖੋ, ਜਿਹਦੇ ਨਾਂ ਤੇ ਵੀ ਤੁਸੀਂ ਵਸੀਅਤ ਬਣਾਈ ਹੈ, ਤੁਹਾਡੇ ਜਿੰਦਿਆਂ ਜੀ ਉਹਨੂੰ ਮਾਲਕੀ ਨਹੀਂ ਮਿਲਦੀ। ਬਹੁਤ ਕਲੀਅਰ ਹੈ ਗੱਲ। ਦੂਸਰੀ ਗੱਲ, ਜੇ ਤੁਸੀਂ ਵਸੀਅਤ ਬਣਾ ਲਈ ਹੈ ਔਰ ਤੁਹਾਡੇ ਬੱਚੇ ਮੁੜ ਕੇ ਤੁਹਾਡੀ ਕਦਰ ਨਹੀਂ ਕਰ ਰਹੇ, ਤੁਸੀਂ ਉਹ ਵਸੀਅਤ ਨੂੰ ਕੈਂਸਲ ਕਰਾ ਸਕਦੇ ਜੀ।
ਤੀਸਰੀ ਗੱਲ, ਜੇ ਤੁਸੀਂ ਉਹਦੇ ਚ ਪੀਪੀਐਫ ਅਕਾਊਂਟ ਹੈਗਾ ਜਾਂ ਪੀਐਫ ਅਕਾਊਂਟ ਹੈਗਾ, ਉਹਦਾ ਸਪੈਸੀਫਿਕ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪੀਐਫ ਅਕਾਊਂਟ ਜਾਂ ਪੀਪੀਐਫ ਅਕਾਊਂਟ ਜਿਹੜਾ ਹੁੰਦਾ ਹੈ, ਉਹ ਨੋਮੀਨੇਸ਼ਨ ਪਲੱਸ ਵਸੀਅਤ ਦੋ ਚੀਜ਼ਾਂ ਦੇ ਆਧਾਰ ਤੇ ਹੀ ਅਗਲੇ ਪਾਸੇ ਟ੍ਰਾਂਸਫਰ ਹੁੰਦਾ ਹੈ, ਨਹੀਂ ਤਾਂ ਨਹੀਂ ਹੁੰਦਾ। ਜੇ ਵਸੀਅਤ ਚ ਜ਼ਿਕਰ ਨਾ ਕੀਤਾ ਹੋਵੇ ਤੇ ਜਿਹਦੇ ਨਾਂ ਦੀ ਵਸੀਅਤ ਹੈ, ਜਿਹਦੇ ਨਾਂ ਦੀ ਨੋਮੀਨੇਸ਼ਨ ਹੈ, ਉਹਨੂੰ ਜਾਂਦਾ ਹੈ। ਔਰ ਜੇ ਮੰਨ ਲਓ ਨੋਮੀਨੇਸ਼ਨ ਵੀ ਕਿਸੇ ਕਰਕੇ ਗਲਤੀ ਨਾਲ ਕੰਪਿਊਟਰ ਕੋਲੋਂ ਉੱਡ ਗਈ ਹੋਵੇ ਤੇ ਚੈੱਕ ਕਰਾ ਲੈਣਾ ਕਿ ਇਹ ਤੁਹਾਡੇ ਪੀਐਫ ਜਾਂ ਪੀਪੀਐਫ ਅਕਾਊਂਟ 'ਚ ਨੋਮੀਨੇਸ਼ਨ ਮਸਟ ਹੋਵੇ ਔਰ ਉਹ ਨੋਮੀਨੇਸ਼ਨ ਕਲੀਅਰ ਹੋਵੇ ਔਰ ਉਸ ਬੱਚੇ ਦਾ ਜਾਂ ਉਸ ਬੰਦੇ ਦਾ ਜਿਹਦੇ ਨਾਂ ਤੇ ਤੁਸੀਂ ਨੋਮੀਨੇਸ਼ਨ ਕੀਤੀ ਹੈ ਉਹਦਾ ਆਈਡੀ ਪ੍ਰੂਫ ਮਸਟ ਲੱਗਾ ਹੋ। ਉਹਦੇ ਆਈਡੀ ਦਾ ਜ਼ਿਕਰ ਕਰ ਦਿਓ ਤਾਂ ਕਿ ਉਹਨੂੰ ਪੈਸੇ ਕਢਾਉਣ ਲੱਗਿਆ ਦਿੱਕਤ ਨਾ ਆਵੇ, ਪ੍ਰੋਬਲਮ ਨਾ ਆਵੇ ਜੀ, ਦਿੱਕਤ ਨਾ ਆਵੇ ਜੀ। ਅਗਲੀ ਗੱਲ ਇੱਕ ਹੋਰ ਬੜੀ ਇੰਪੋਰਟੈਂਟ ਦੱਸਦਾ ਕਿ ਜੇ ਮੰਨ ਲਓ ਤੁਸੀਂ ਜਨਰਲ ਖਾਤਿਆਂ 'ਚ ਨੋਮੀਨੇਸ਼ਨ ਕਰਾਈ ਹੋਈ ਹੈ, ਨੋਮੀਨੇਸ਼ਨ ਨੂੰ ਕਦੀ ਵੀ ਤੁਸੀਂ ਖਤਮ ਕਰ ਸਕਦੇ ਹੋ। ਔਰ ਨਾਰਮਲ ਖਾਤਿਆਂ ਵਿੱਚ ਨੋਮੀਨੇਸ਼ਨ ਜਿਹਦੇ ਨਾਂ ਤੇ ਕਰਾਈ ਹੈ, ਜ਼ਰੂਰੀ ਨਹੀਂ ਕਿ ਉਹ ਹੀ ਮਾਲਕ ਬਣੇਗਾ। ਜੇ ਉਹ ਨੋਮੀਨੇਸ਼ਨ ਕਿਤੇ ਸੰਦਿਗਧ ਹਵਾਲਾਤਾਂ 'ਚ ਹੋਈ ਹੈ ਤੇ ਉਹ ਨੋਮੀਨੇਸ਼ਨ ਉਹਦੇ ਬਾਕੀ ਲੈਫਟ ਓਵਰ ਬੱਚੇ ਭੈਣ ਭਰਾ ਜਾਂ ਜਿਹੜੇ ਹੋਰ ਸਕਸੈਸਰ ਨੇ ਉਹ ਕੈਨਸਲ ਕਰਾ ਸਕਦੇ ਆ। ਓਕੇ, ਯਾਦ ਰੱਖਣਾ, ਨੋਮੀਨੇਸ਼ਨ ਤੁਹਾਨੂੰ ਓਨਰਸ਼ਿਪ ਰਾਈਟ ਨਹੀਂ ਦਿੰਦਾ, ਇਹ ਗੱਲ ਬੜੀ ਕਲੀਅਰ ਜੇ। ਨੋਮੀਨੀ ਕੇਅਰ ਟੇਕਰ ਹੋ ਸਕਦਾ ਹੈ, ਮਤਲਬ ਬੜੇ ਸਾਰੇ ਹਾਲਾਤ ਨੇ, ਲਾਅ ਬਹੁਤ ਵੱਡਾ ਹੈ। ਮੈਂ ਇੱਕ ਓਵਰਵਿਊ ਦੇ ਰਿਹਾ ਤੁਹਾਨੂੰ ਸਾਰਿਆਂ ਨੂੰ, ਇੱਕ ਓਵਰਵਿਊ ਦੇ ਰਿਹਾ। ਮਤਲਬ ਮੰਨ ਲਓ ਮੇਰੇ ਮਾਂ-ਬਾਪ ਦੇ ਦੋ ਬੱਚੇ ਸੀ, ਇੱਕ ਸ਼ੇਖਰ ਤੇ ਇੱਕ ਸੁਨੀਲ। ਉਹਨਾਂ ਨੇ ਸਾਰੀ ਨੋਮੀਨੇਸ਼ਨ ਸੁਨੀਲ ਮੱਲਨ ਦੇ ਨਾਂ ਤੇ ਕਰਤੀ ਔਰ ਸੁਨੀਲ ਮੱਲਨ ਬੈਂਕ ਜਾ ਕੇ ਸਾਰੇ ਪੈਸੇ ਕਢਾ ਲਵੇ ਤੇ ਸ਼ੇਖਰ ਵੀਰ ਕੋ ਰਾਈਟ ਹੈ ਕਿ ਉਹ ਬੈਂਕ ਦੀ ਡਿਟੇਲ ਲੈ ਕੇ ਆਪਣਾ ਅੱਧਾ ਹਿੱਸਾ ਲੈ ਸਕਦਾ ਹੈ। ਅੰਟਿਲ ਅਨਲੈਸ ਵਸੀਅਤ ਮੇਰੇ ਇਕੱਲੇ ਦੇ ਨਾਂ ਨਹੀਂ ਹੈ। ਜੇ ਵਸੀਅਤ ਵੀ ਮੇਰੇ ਇਕੱਲੇ ਦੇ ਨਾਂ ਤੇ ਨੋਮੀਨੇਸ਼ਨ ਵੀ ਮੇਰੀ ਹੈ ਤਾਂ ਤੇ ਮੇਰਾ ਪੂਰਾ ਅਧਿਕਾਰ ਹੈ, ਫਿਰ ਕੋਈ ਚੈਲੰਜ ਨਹੀਂ ਹੈ। ਤੁਸੀਂ ਇਸ ਦੇ ਵਿੱਚ ਇੱਕ ਖਾਸ ਵਰਡ ਪਿਛਲੀ ਵਾਰੀ ਯੂਜ਼ ਕਰਨ ਲਈ ਵੀ ਲੋਕਾਂ ਨੂੰ ਸਲਾਹ ਦਿੱਤੀ ਸੀਗੀ, ਦਰਸ਼ਕਾਂ ਨੂੰ ਸਲਾਹ ਦਿੱਤੀ ਸੀ, ਐਬਸੋਲਿਊਟ, ਕਿ ਅਗਰ ਐਬਸੋਲਿਊਟ ਵਰਡ ਦੇ ਨਾਲ ਯੂਜ਼ ਕਰਕੇ ਕਹਿ ਦਿੱਤਾ ਗਿਆ ਕਿ ਸੁਨੀਲ ਮੱਲਨ ਇਸ ਚੀਜ਼ ਦੇ ਅੱਗੇ ਮਾਲਕ ਹੋਣਗੇ, ਸੋ ਉਸ ਤੋਂ ਬਾਅਦ ਕੋਈ ਤੁਹਾਡਾ ਦੂਸਰਾ ਭਰਾ ਉਸ ਨੂੰ ਚੈਲੰਜ ਨਹੀਂ ਕਰ ਸਕਦਾ। ਨਹੀਂ, ਮੈਂ ਨੋਮੀਨੇਸ਼ਨ ਤੇ ਇੱਕ ਹੋਰ ਗੱਲ ਦੱਸਦਾ। ਮੰਨ ਲਓ ਆਪਣੇ ਮਾਪਿਓ ਦੀ ਨੋਮੀਨੇਸ਼ਨ ਸ਼ੇਖਰ ਦੇ ਨਾਮ ਤੇ ਸੀ ਔਰ ਵਸੀਅਤ ਮੇਰੇ ਨਾਮ ਤੇ ਸੀ। ਅੱਛਾ, ਤੇ ਵਸੀਅਤ ਜਿਹੜੀ ਹੈ ਜ਼ਿਆਦਾ ਪਾਵਰਫੁਲ ਹੈ ਦੈਨ ਨੋਮੀਨੇਸ਼ਨ। ਓਕੇ, ਈਵਨ ਸ਼ੇਖਰ ਭਾਈ ਸਾਰੇ ਪੈਸੇ ਕਢਾ ਜਵੇ, ਮੈਂ ਵਸੀਅਤ ਦੇ ਆਧਾਰ ਤੇ ਉਹ ਪੈਸੇ ਦਾ ਕਲੇਮ ਕਰ ਸਕਦਾ ਉਹਨਾਂ ਦੀ ਡੈਥ ਤੋਂ ਬਾਅਦ। ਮੈਂ ਉਹਦਾ ਮਾਲਕ ਹਾਂ, ਰਾਈਟ ਓਨਰ ਹਾਂ। ਯਾਨੀ ਕਿ ਵਸੀਅਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਣਾ ਮੇਰੀ ਗੱਲ। ਨੰਬਰ 1। ਨੰਬਰ 2, ਨੋਮੀਨੇਸ਼ਨ ਚੈਲੰਜ ਕੀਤੀ ਜਾ ਸਕਦੀ ਹੈ, ਨੋਮੀਨੇਸ਼ਨ ਐਗਜ਼ੀਕਿਊਟ ਵੀ ਕੀਤੀ ਜਾ ਸਕਦੀ ਹੈ। ਅੱਗੋਂ ਲਾਅ ਹੈਗਾ, ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਇਹਦੇ ਤੇ ਜ਼ਿਕਰ ਕਰਦੇ ਰਵਾਂਗੇ। ਮੋਟੀ-ਮੋਟੀਆਂ ਗੱਲਾਂ ਅੱਜ ਆਪਾਂ ਦੱਸ ਰਹੇ ਹਾਂ। ਤੇ ਜਿੱਥੋਂ ਤੱਕ ਹੁਣ ਅਸਲੇ ਦੀ ਗੱਲ ਕਰ ਰਿਹਾ ਜਾਂ ਮੈਂ ਟਰਸਟ ਦੀ ਗੱਲ ਕਰ ਰਿਹਾ ਜਾਂ ਮੈਂ ਸੁਸਾਇਟੀ ਦੀ ਗੱਲ ਕਰ ਰਿਹਾ, ਅਸਲੇ ਦੀ ਜਿੱਥੋਂ ਤੱਕ ਗੱਲ ਹੈ, ਤੁਹਾਡੇ ਪੇਰੈਂਟਸ ਜਿਹਦੇ ਨਾਲ ਵੀ ਅਸਲਾ ਸੀ, ਮੰਨ ਲਓ ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਸ ਡੈਥ ਤੋਂ ਅਗਲੇ ਮੰਨ ਲਓ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ, ਗਨ ਲਾਇਸੈਂਸ ਨਹੀਂ ਹੈ ਔਰ ਤੁਹਾਡੇ ਪੇਰੈਂਟਸ ਦੀ ਡੈਥ ਹੋ ਗਈ ਹੈ ਔਰ ਅਸਲਾ ਘਰ ਪਿਆ, ਪਹਿਲੀ ਸਿਚੁਏਸ਼ਨ। ਸੋ ਤੁਸੀਂ ਆਪਣੇ ਇੱਕ ਐਫੀਡੇਵਿਟ ਬਣੂਗਾ, ਡੈਥ ਸਰਟੀਫਿਕੇਟ ਨਾਲ ਲੱਗੂਗਾ, ਤੁਸੀਂ ਆਪ ਜਾ ਕੇ ਪਾਪਾ ਦੇ ਜਾਂ ਮਦਰ ਜਿਹਦੇ ਨਾਂ ਤੋਂ ਵੀ ਅਸਲਾ ਲਾਇਸੈਂਸ ਹੈ ਉਹਦੇ ਨਾਂ ਤੇ ਲੋਕਲ ਥਾਣੇ 'ਚ ਜਮ੍ਹਾਂ ਕਰਾ ਸਕਦੇ ਹੋ। ਡੀਲਰ ਨੂੰ ਦਿੰਦੇ ਹੋ ਤੇ ਦਿੱਕਤ ਆ ਸਕਦੀ ਹੈ, ਡੀਲਰ ਵੀ ਲੱਲੇਗਾ ਔਰ ਉਹਦੇ ਨਾਲ ਡੈਥ ਸਰਟੀਫਿਕੇਟ ਲਾਓਗੇ ਨਾਲ। ਫਿਰ ਆਪਣੇ ਤੁਹਾਡੇ ਕੋਲ 6 ਮਹੀਨੇ ਦਾ ਟਾਈਮ ਹੈ, ਤੁਸੀਂ ਆਪਣਾ ਲਾਇਸੈਂਸ ਅਪਲਾਈ ਕਰੋਗੇ, ਉਹਦੇ ਵਿੱਚ ਜ਼ਿਕਰ ਕਰੋਗੇ ਕਿ ਮੇਰੇ ਫਾਦਰ ਕੋਲ ਏਦਾਂ ਲਾਇਸੈਂਸ ਆ, ਉਹਨਾਂ ਦਾ ਲਾਇਸੈਂਸ ਨੰਬਰ ਹੈ, ਉਹਨਾਂ ਦੀ ਆਹ ਹਥਿਆਰ ਹੈ ਜਿਹੜਾ ਇਸ ਵੇਲੇ ਇਸ ਜਗ੍ਹਾ ਤੇ ਮੈਂ ਜਮ੍ਹਾਂ ਕਰਾ ਦਿੱਤਾ ਹੈ ਔਰ ਮੈਨੂੰ ਲਾਇਸੈਂਸ ਦਿੱਤਾ ਜਾਵੇ ਤਾਂ ਕਿ ਮੈਂ ਉਹਨੂੰ ਆਪਣੇ ਨਾਮ ਤੇ ਚੜਾ ਲਵਾਂ। ਸੋ ਤੁਹਾਨੂੰ ਜਦੋਂ ਅੱਛਾ ਹੁਣ ਇਹਦੇ ਵਿੱਚ ਜੇ ਵਸੀਅਤ ਵਿੱਚ ਇਹਦਾ ਜ਼ਿਕਰ ਹੈ, ਜੇ ਤੁਸੀਂ 2-3 ਭੈਣ ਭਰਾ ਹੋ ਤੇ ਤੁਹਾਨੂੰ ਲਾਇਸੈਂਸ ਆਪਣੇ ਨਾਂ ਤੇ ਚੜਾਉਣ ਤੋਂ ਕੋਈ ਨਹੀਂ ਰੋਕ ਸਕਦਾ। ਜੇ ਮੰਨ ਲਓ ਤੁਹਾਡੇ ਨਾਂ ਤੇ ਵਸੀਅਤ ਨਹੀਂ ਹੈ ਤੇ ਉਸ ਅਸਲੇ ਦੇ ਤੁਸੀਂ ਤਿੰਨੋਂ ਬਰਾਬਰ ਦੇ ਹੱਕਦਾਰ ਹੋ, ਤਿੰਨੋਂ ਭਰਾ ਜਾਂ ਤਿੰਨੋਂ ਭੈਣਾਂ ਜਾਂ ਵਾਟਐਵਰ, ਉਹਦੇ ਵਿੱਚ ਫਿਰ ਤੁਹਾਨੂੰ ਉਹਦੇ ਲਈ ਸਕਸੈਸ਼ਨ ਲੈਣਾ ਪਏਗਾ ਜਾਂ ਇੱਕ ਅਥਾਰਟੀ ਲੈਟਰ ਬਣਾਉਣੀ ਪਏਗੀ ਕਿ ਠੀਕ ਹੈ ਸਾਡਾ ਭਰਾ ਇਹਨੂੰ ਲੈ ਲਵੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਭੈਣ ਲੈ ਲਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਸੋ ਅਕੋਰਡਿੰਗਲੀ ਉਹ ਅਸਲਾ ਐਜ਼ ਪਰ ਲਾਅ ਪਹਿਲਾਂ ਜਮ੍ਹਾਂ ਹੋਏਗਾ, ਜਮ੍ਹਾਂ ਹੋਣ ਤੋਂ ਬਾਅਦ ਫਿਰ ਉਹ ਜਿਹਦੇ ਨਾਮ ਤੇ ਲਾਇਸੈਂਸ ਹੋਏਗਾ ਟ੍ਰਾਂਸਫਰ, ਉਹਨੂੰ ਲਾਇਸੈਂਸ ਬਣੇਗਾ, ਉਹਦੇ ਨਾਮ ਤੇ ਟ੍ਰਾਂਸਫਰ ਕਰ ਦਿੱਤਾ ਜਾਏਗਾ ਤੇ ਉਹ ਉਹਦੀਆਂ ਜੋ ਵੀ ਅੱਗੋਂ ਰੱਖ ਰਖਾਵ ਜਾਂ ਜੋ ਵੀ ਉਹਦੇ ਤਰੀਕੇ ਨੇ ਉਹਨੂੰ ਉਸ ਤਰ੍ਹਾਂ ਕਰੇਗਾ। ਮੱਲਨ ਸਾਹਿਬ, ਜਦੋਂ ਇਹ ਗੱਲ ਸ਼ੁਰੂ ਕੀਤੀ ਸੀ ਤੁਸੀਂ ਕਿਹਾ ਸੀਗਾ ਕਿ ਜੇਕਰ ਲਾਇਸੈਂਸ ਨਾ ਹੋਵੇ, ਮੰਨ ਲਓ ਕਿ ਪੇਰੈਂਟਸ ਦੇ ਕੋਲ ਅਸਲਾ ਪਿਆ ਸੀਗਾ ਔਰ ਉਸਦਾ ਲਾਇਸੈਂਸ ਨਹੀਂ ਸੀ, ਉਸ ਸੂਰਤ ਦੇ ਵਿੱਚ ਕੀ ਹੋਏਗਾ? ਹਾਂ, ਮੰਨ ਲਓ ਮੇਰੇ ਪਾਪਾ ਕੋਲ ਲਾਇਸੈਂਸ ਹੈ ਤੇ ਗਨ ਵੀ ਸੀ ਔਰ ਮੇਰੇ ਕੋਲ ਲਾਇਸੈਂਸ ਨਹੀਂ ਸੀ, ਹੁਣ ਪਾਪਾ ਦੀ ਡੈਥ ਹੋ ਗਈ ਹੈ ਤੇ ਮੇਰਾ ਅਸਲਾ ਕਿੱਥੇ ਜਾਏਗਾ? ਰਾਈਟ ਜੀ। ਉਸ ਕੇਸ ਅਗਰ ਫਾਦਰ ਦੇ ਕੋਲ ਹੀ ਅਸਲਾ ਸੀਗਾ
ਔਰ ਉਹ ਪਿਆ ਹੋਣ ਤੇ ਉਹਦਾ ਲਾਇਸੈਂਸ ਉਹਨਾਂ ਦੇ ਕੋਲ ਨਹੀਂ ਸੀਗਾ, ਸੋ ਹੁਣ ਕੀ ਹੋਏਗਾ ਉਸ ਦਾ? ਨਹੀਂ ਸਵਾਲ ਪਾਪਾ ਕਲੀਅਰ ਕਰੀਏ। ਮੇਰੇ ਫਾਦਰ ਕੋਲ ਲਾਇਸੈਂਸ ਹੈ ਪਲੱਸ ਗਨ ਹੈ। ਓਕੇ, ਤੁਹਾਡੇ ਕੋਲ ਨਹੀਂ ਹੋ ਗਈ ਹੈ? ਹਾਂ, ਤੁਹਾਡੇ ਕੋਲ ਮੇਰੇ ਕੋਲ ਨਹੀਂ ਹੈ, ਜਿਹਦੇ ਕੋਲ ਅੱਗੇ ਜਾਣਾ ਉਹਦੇ ਕੋਲ ਨਹੀਂ ਹੈ। ਓਕੇ, ਤਾਂ ਉਸ ਕੰਡੀਸ਼ਨ ਦੇ ਵਿੱਚ ਇਹ ਹੋਏਗਾ। ਹਾਂਜੀ, ਉਹਦੇ ਵਿੱਚ ਕੀ ਡਿਊਟੀ ਬਣੇਗੀ? ਮੇਰੀ ਡਿਊਟੀ ਇਹ ਬਣੇਗੀ ਕਿ ਸਭ ਤੋਂ ਪਹਿਲਾਂ ਉਹਨਾਂ ਦੇ ਲਾਇਸੈਂਸ ਪਲੱਸ ਉਹਨਾਂ ਦਾ ਅਸਲਾ ਲਵਾਂਗਾ, ਨਾਲ ਮੈਂ ਇੱਕ ਐਫੀਡੇਵਿਟ ਲਾਉਂਗਾ, ਨਾਲ ਪਾਪਾ ਦਾ ਡੈਥ ਸਰਟੀਫਿਕੇਟ ਲਾਉਂਗਾ। ਵਿਦਿਨ 15 ਡੇਜ਼ ਜਾਂ 30 ਡੇਜ਼ ਆਫ ਡੈਥ ਮੈਂ ਉਹ ਅਸਲਾ ਜਾਂ ਤੇ ਅਸਲਾ ਜਿਹੜਾ ਥਾਣੇ 'ਚ ਜਾਂ ਜਿਹੜੀ ਅਸਲਾ ਗਨ ਲਾਇਸੈਂਸ ਹੁੰਦੇ ਨੇ, ਗਨ ਡੀਲਰਸ ਹੁੰਦੇ ਨੇ, ਜਿਨ੍ਹਾਂ ਕੋਲ ਪਰਮਿਸ਼ਨ ਹੈ, ਉਹਨਾਂ ਕੋਲ ਆਪਣੇ ਸਿਗਨੇਚਰ ਦੇ ਅੰਡਰ ਵਿਦ ਅੰਡਰਟੇਕਿੰਗ ਦੇ ਕੇ ਕਿ ਇਸ ਤਰ੍ਹਾਂ ਮੇਰੇ ਫਾਦਰ ਦੀ ਡੈਥ ਹੋ ਗਈ ਆ, ਉਹਨਾਂ ਦਾ ਅਸਲਾ ਲਾਇਸੈਂਸ ਹੈ ਤੇ ਆ ਉਹਨਾਂ ਦੀ ਆ ਮੇਰਾ ਐਫੀਡੇਵਿਟ ਹੈ, ਇਹਨੂੰ ਜਮ੍ਹਾਂ ਕਰ ਲਿਆ ਜਾਵੇ। ਸੋ ਜਮ੍ਹਾਂ ਕਰਾਉਣਾ ਸਭ ਤੋਂ ਪਹਿਲਾ ਧਰਮ ਹੈ ਮੇਰਾ। ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਮੈਂ ਅਪਲਾਈ ਵੀ ਕਰੂੰਗਾ। ਰਾਈਟ, ਅਸਲਾ ਟ੍ਰਾਂਸਫਰ ਨਹੀਂ ਹੁੰਦਾ, ਅਸਲਾ ਲਾਇਸੈਂਸ ਉਹ ਕੈਂਸਲ ਹੋਏਗਾ ਫਾਦਰ ਵਾਲਾ ਮੇਰੇ ਨਾਂ ਤੇ, ਕਿਉਂਕਿ ਫਾਦਰ ਕੋਲ ਲਾਇਸੈਂਸ ਸੀ, ਫਾਦਰ ਕੋਲ ਗਨ ਸੀ, ਉਹ ਗਨ ਅੱਗੇ ਟ੍ਰਾਂਸਫਰ ਹੋ ਸਕਦੀ ਹੈ, ਇਸ ਕਰਕੇ ਉਸ ਗਰਾਊਂਡ ਤੇ ਮੈਨੂੰ ਲਾਇਸੈਂਸ ਮਿਲ ਜਾਏਗਾ। ਆਲਰਾਈਟ, ਠੀਕ ਹੈ। ਸੋ ਉਹ ਜਦੋਂ ਲਾਇਸੈਂਸ ਮਿਲੇਗਾ ਫਿਰ ਮੇਰੇ ਨਾਂ ਤੇ ਉਹ ਅਸਲਾ ਟ੍ਰਾਂਸਫਰ ਹੋਏਗਾ ਜੀ। ਜਦੋਂ ਤੁਸੀਂ ਇੰਡੀਆ ਵਿੱਚ ਕਿਸੇ ਵੀ ਗਨ ਹਾਊਸ 'ਚ ਅਸਲਾ ਰਖਾਉਂਦੇ ਹੋ, ਉਹਨਾਂ ਦੀ 500 ਰੁਪਏ ਮਹੀਨਾ, ਪਹਿਲੀ ਵਾਰੀ 1000 ਰੁਪਏ ਲੈਂਦੇ ਨੇ, ਉਸ ਤੋਂ ਬਾਅਦ 500 ਰੁਪਏ ਪਰ ਮੰਥ ਲੈਂਦੇ ਨੇ, ਫੀਸ ਹੁੰਦੀ ਹੈ। ਜਦੋਂ ਤੁਸੀਂ ਰਿਲੀਜ਼ ਕਰਾਓਗੇ ਉਹਨੇ ਪੈਸੇ ਦਿਓਗੇ ਤੇ ਉਹ ਤੁਹਾਨੂੰ ਤੁਹਾਡਾ ਅਸਲਾ ਰਿਲੀਜ਼ ਕਰ ਦੇਣਗੇ। ਗਨ ਹਾਊਸ ਵਾਲੇ ਥੋੜਾ ਸੰਭਾਲ ਕੇ ਰੱਖਦੇ ਨੇ ਤੁਹਾਡੇ ਅਸਲੇ ਨੂੰ, ਬੜੇ ਪਿਆਰ ਨਾਲ ਡੀਲ ਕਰਦੇ ਨੇ, ਉਹਨੂੰ ਆਇਲਿੰਗ ਕਰਕੇ ਰੱਖਦੇ ਆ, ਮੇਨਟੇਨੈਂਸ ਰੱਖਦੇ ਆ ਉਹਦੀ, ਜ਼ਿਆਦਾ ਦੇਰ ਲਈ ਪਿਆਰ ਹੋਵੇ। ਜਦ ਕਿ ਥਾਣਿਆਂ ਵਿੱਚ ਥੋੜੀ ਜਿਹੀ ਮੇਨਟੇਨੈਂਸ ਦੀ ਕਮਜ਼ੋਰੀ ਰਹਿ ਜਾਂਦੀ ਹੈ, ਕਿਉਂਕਿ ਉਹ ਫ੍ਰੀ ਆਫ ਕਾਸਟ ਹੈ, ਉੱਥੇ ਸਰਕਾਰੀ ਫੀਸ ਕੋਈ ਨਹੀਂ ਹੈ। ਭਾਈਬੰਦੀ ਦਾ ਕੋਈ ਮੰਗ ਲੈ ਦੇ ਪਤਾ ਨਹੀਂ ਸਾਨੂੰ। ਤੇ ਉਹਦੇ ਵਿੱਚ ਜੇ ਤੁਸੀਂ ਅਸਲਾ ਆਪਣਾ ਜਮ੍ਹਾਂ ਕਰਾਉਣਾ ਹੈ ਤੇ ਇੱਕ ਪ੍ਰੋਪਰ ਬਾਕਸ ਲਵੋ। ਮੈਂ ਵੀ ਰੱਖਿਆ ਇੱਕ ਬੜਾ ਸੋਹਣਾ ਬਾਕਸ, ਮੈਂ ਜੁਐਲਰੀ ਬਾਕਸ ਰੱਖਿਆ, ਵਿਖਾਵਾਂਗਾ ਦਰਸ਼ਕਾਂ ਨੂੰ। ਉਹ ਬਾਕਸ ਲਵੋ, ਉਸ ਬਾਕਸ ਦੇ ਵਿੱਚ ਉਹਨੂੰ ਪ੍ਰੋਪਰ ਨੂੰ ਗਨ ਨੂੰ ਰੱਖੋ, ਉਹਦੇ ਨੋਜ਼ ਤੇ ਜਿੱਥੋਂ ਦੀ ਗੋਲੀ ਬਾਹਰ ਨਿਕਲਦੀ ਹੈ ਉੱਥੇ ਤੇਲ ਵਾਲੀ ਰੂਈ ਵਾਲੀ ਡਾਟ ਬਣਾ ਕੇ ਉਹਦੇ ਵਿੱਚ ਫਸਾਓ। ਜਿੱਥੇ ਪਿੱਛੇ ਵੀ ਰਿਵਾਲਵਰ ਹੈ ਜਾਂ ਪਿਸਟਲ ਹੈ ਤੇ ਉੱਥੇ ਜਿੱਥੇ ਵੀ ਏਰੀਆਜ਼ ਨੇ ਉੱਥੇ ਪ੍ਰੋਪਰ ਆਇਲਿੰਗ ਕਰੋ, ਉਹਦੀ ਕਲੀਨਿੰਗ ਕਰੋ, ਔਰ ਉਹਨੂੰ ਚੰਗੀ ਤਰ੍ਹਾਂ ਇੱਕ ਵਧੀਆ ਡੱਬੇ 'ਚ ਪੈਕ ਕਰਕੇ ਨਾਲ ਲੈ ਕੇ ਜਾਓ। ਦਿਖਾਉਣ ਤੋਂ ਬਾਅਦ ਡੱਬੇ ਸਮੇਤ ਤੇ ਫਿਰ ਉੱਥੇ ਜਾ ਕੇ ਡੱਬੇ ਨੂੰ ਸੀਲ ਕਰ ਦਿਓ ਜੀ, ਤਾਂ ਕਿ ਇਹ ਨਾ ਹੋਵੇ ਕਿ ਡੱਬਾ ਚੁੱਕ ਕੇ ਲੈ ਜਾਣ ਤੇ ਗਨ ਰਹਿ ਜੇ। ਗਨ ਨੂੰ ਵੀ ਉੱਪਰ ਕਵਰ ਕਰ ਦਿਓ, ਰੁਮਾਲ ਜਾਂ ਜਿਹੜੀ ਵੀ ਪਾਲੇ ਦਾ ਕੋਈ ਕੱਪੜਾ ਹੋਵੇ ਉਹਦੇ ਵਿੱਚ ਬੰਨ ਕੇ ਦਿਓ ਉਹਨਾਂ ਨੂੰ, ਤਾਂ ਕਿ ਉਹ ਕੁਸ਼ਨ 'ਚ ਰਵੇ, ਡੱਗੇ ਟੁੱਟੇ ਤੇ ਉਹ ਟੁੱਟੇ ਨਾ। ਔਰ ਜੀ ਇਹ ਪ੍ਰੋਸੀਜਰ ਹੋਣਾ ਚਾਹੀਦਾ ਜੀ। ਹੁਣ ਅਕਾਊਂਟਸ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ, ਇਸ ਦੇ ਵਿੱਚ ਥੋੜਾ ਅਗਰ ਡਿਟੇਲ ਦੇ ਵਿੱਚ ਦੱਸਣਾ ਚਾਹੁੰਦੇ ਹੋ, ਅਗਰ ਕੁਝ ਰਹਿ ਗਿਆ ਪੀਪੀਐਫ ਤੇ ਪੀਪੀਏ? ਨਹੀਂ, ਪੀਪੀਐਫ, ਪੀਐਫ, ਜੀਪੀਐਫ ਜਾਂ ਜਿਹੜੇ ਜਿੰਨੇ ਵੀ ਤਰ੍ਹਾਂ ਦੇ ਅਕਾਊਂਟ ਨੇ, ਬੈਂਕ ਅਕਾਊਂਟ, ਉਹਦੇ ਵਿੱਚੋਂ ਪਹਿਲਾਂ ਮੈਂ ਸਿੰਪਲ ਅਕਾਊਂਟ ਦੀ ਗੱਲ ਕਰਦਾ। ਮੰਨ ਲਓ ਸੇਵਿੰਗ ਅਕਾਊਂਟ ਹੈ ਮੇਰੇ ਪੇਰੈਂਟਸ ਦਾ, ਐਫਡੀਆਰਸ ਹੈਗੀਆਂ ਨੇ, ਠੀਕ ਹੈ ਜੀ। ਫਿਰ ਦੋ ਸ਼ਰਤਾਂ ਨੇ, ਨੋਮੀਨੇਸ਼ਨ ਹੈਗੀ ਕਿ ਨਹੀਂ ਹੈਗੀ। ਨੋਮੀਨੇਸ਼ਨ ਹੈਗੀ ਹੈ ਤੇ ਵਸੀਅਤ ਹੈਗੀ ਹੈ ਕਿ ਨਹੀਂ ਹੈਗੀ। ਵਸੀਅਤ ਹੈਗੀ ਹੈ, ਨੋਮੀਨੇਸ਼ਨ ਹੈਗੀ ਹੈ ਕਿ ਨਹੀਂ ਹੈਗੀ। ਸੋ ਇਨ ਆਲ ਕੇਸਿਸ ਵਸੀਅਤ ਨੰਬਰ 1 ਤੇ ਹੈ। ਜੇ ਵਸੀਅਤ ਹੈਗੀ ਹੈ ਤੇ ਤੁਹਾਡੀ ਨੋਮੀਨੇਸ਼ਨ ਮਾਇਨੇ ਨਹੀਂ ਰੱਖਦੀ, ਤੁਹਾਡੀ ਕੋਈ ਹੋਰ ਚੀਜ਼ ਮਾਇਨੇ ਨਹੀਂ ਰੱਖਦੀ। ਵਸੀਅਤ ਦੇ ਬੇਸ ਤੇ ਤੁਸੀਂ ਫਾਦਰ ਦਾ ਜਾਂ ਮਦਰ ਦਾ ਅਕਾਊਂਟ ਆਪਣੇ ਨਾਂ ਤੇ ਟ੍ਰਾਂਸਫਰ ਕਰਾ ਸਕਦੇ ਹੋ, ਔਰ ਸਾਰਾ ਪੈਸਾ ਤੁਹਾਡੇ ਅਕਾਊਂਟ 'ਚ ਆ ਜਾਏਗਾ ਤੇ ਉਹ ਵਾਲਾ ਅਕਾਊਂਟ ਬੰਦ। ਕੋਈ ਕਾਲਰ ਆਏ ਨੇ ਆਪਣੇ ਨਾਲ, ਦਰਸ਼ਕ ਨੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਲਾਹੌਰ ਦਾ ਇੱਥੇ ਨੰਬਰ ਦੇਖ ਰਿਹਾ, ਕੈਨੇਡਾ ਦਾ, ਜਿਹੜੇ ਉਹ ਗੱਲ ਕਰ ਰਹੇ ਕੋਈ ਇੰਡੀਆ ਤੋਂ ਜੀ। ਸੁਨੀਲ ਮੱਲਨ ਜੀ ਨੇ ਜੀ ਆਪਣੇ ਨਾਲ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮਸ਼ਹੂਰ ਵਕੀਲ ਨੇ ਜੀ। ਅੱਛਾ, ਉਹਨਾਂ ਨਾਲ ਕੋਈ ਗੱਲ ਕਰ ਸਕਦੇ? ਹਾਂਜੀ ਹਾਂਜੀ, ਤੁਸੀਂ ਆਪਣਾ ਨਾਮ ਦੱਸ ਦਿਓ, ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਮੈਂ ਇੱਥੋਂ ਨਿਊਯਾਰਕ ਤੋਂ ਬੋਲਦਾ। ਠੀਕ ਹੈ ਜੀ, ਮੇਰਾ ਨਾਮ ਸਰਬਜੀਤ ਹੈ ਜੀ। ਸਰਬਜੀਤ ਜੀ, ਕੀ ਸਵਾਲ ਹੈਗਾ ਤੁਹਾਡਾ? ਮੇਰਾ ਸਵਾਲ ਇਹ ਆ ਵੀ ਉੱਥੇ ਇੰਡੀਆ ਦੇ ਵਿੱਚ ਮੇਰੀ ਜਿਹੜੀ ਪ੍ਰੋਪਰਟੀ ਹੈ ਕਿ ਨਹੀਂ, ਇੱਕ ਸਾਡਾ ਪੁਰਾਣਾ ਸੀਗਾ ਮਕਾਨ। ਅੱਛਾ ਜੀ। ਉਹ ਮਕਾਨ ਜਿਹੜਾ ਸੀਗਾ ਕਿ ਨਹੀਂ, ਉਹ ਸੀਗਾ ਪੁਰਾਣਾ, ਤੇ ਅਸੀਂ 4 ਭਰਾ ਆ। ਇੱਕ ਇੰਗਲੈਂਡ ਦੇ ਵਿੱਚ, 2 ਇੰਡੀਆ ਦੇ ਵਿੱਚ। ਠੀਕ ਹੈ। ਤੇ ਮੈਂ ਆਪਣੇ ਉਹ ਚਾਚੇ ਦਾ ਜਿਹੜਾ ਮਕਾਨ ਸੀਗਾ ਉਹ ਵੀ ਲੈ ਕੇ ਪਿੰਡ ਦੇ ਵਿੱਚ ਉਹ ਸਾਂਝੇ ਥਾਂ ਦੇ ਵਿੱਚ ਕੋਠੀ ਬਣਾ ਲਈ। ਅੱਛਾ। ਪੈਸੇ ਸਾਰੇ ਮੈਂ ਇੱਥੋਂ ਲਾਏ ਆ। ਜੋ ਹੁਣ ਉਹ ਜਦੋਂ ਕੋਠੀ ਬਣਦੀ ਸੀ ਨਾ, ਉਹਨਾਂ ਨੇ ਉਹ ਰਸੀਦਾਂ ਜਿਹੜੀਆਂ ਮਟੀਰੀਅਲ ਵਗੈਰਾ ਲਿਆਉਂਦੇ ਸੀਗੇ, ਉਹ ਚੱਕ ਕੇ ਤੇ ਘਰ ਹੀ ਪਈਆਂ ਸੀ, ਉਹਨਾਂ ਨੇ ਚੱਕ ਕੇ ਆਪਣੇ ਕੋਲ ਰੱਖ ਲਈਆਂ ਵੱਡੇ ਭਰਾ ਨੇ। ਤੇ ਉਹ ਕੋਠੀ ਨਹੀਂ ਛੱਡਦੇ। ਅੱਛਾ। ਉਹ ਨਹੀਂ ਭਾਜੀ ਦਾ ਸਵਾਲ ਮੈਂ ਦੁਬਾਰਾ ਪੁੱਛਣਾ ਚਾਹੁੰਦਾ ਹਾਂ ਕਿ ਪਤਾ ਜਦੋਂ ਗੱਲ ਹੋ ਜਾਏ
ਤੇ ਦੂਜੀ ਗੱਲ ਇਹ ਸਰਬਜੀਤ ਭਾਜੀ ਸਾਡੀ ਜ਼ਮੀਨ ਇੱਕ ਮਿੰਟ ਉਹਨਾਂ ਨੂੰ ਪੂਰੀ ਕਰ ਲੈਣ ਤੋਂ ਗੱਲ ਮੈਂ ਸਮਝ ਗਿਆ, ਤੁਹਾਨੂੰ ਰਿਪੀਟ ਕਰ ਦਾਂਗਾ ਸੁਨੀਲ ਜੀ ਮੈਂ ਜੀ। ਹਾਂਜੀ ਸਰ, ਹਾਂਜੀ ਤੁਸੀਂ ਦੱਸੋ। ਤੇ ਉਹ ਜ਼ਮੀਨ ਤੇ ਵੀ ਉਹ ਤਹਿਸੀਲ ਦਾ ਮੇਰੇ ਤੇ ਉਹ ਕੇਸ ਕਰ ਦਿੱਤਾ, ਉਹ ਵਕੀਲ ਜਿਹੜਾ ਆਪਣੀ ਉਹ ਵੀ ਪੈਸੇ ਖਾਈ ਜਾਂਦਾ ਨਵੇਂ ਸ਼ਹਿਰ ਤੋਂ। ਅੱਛਾ ਜੀ। ਇਹ ਕੋਈ ਸਿਰੇ ਬੰਨੇ ਲਾਉਂਦਾ ਹੀ ਨਹੀਂ, ਜ਼ਮੀਨ ਉਹ ਵੀ ਵਾਹੀ ਜਾਂਦਾ। ਠੀਕ ਹੈ, ਤਾਂ ਮੈਂ ਤੁਹਾਡੀ ਗੱਲ ਰਿਪੀਟ ਕਰ ਦਿੰਦਾ ਸਰਬਜੀਤ ਜੀ, ਜਿੰਨੀ ਗੱਲ ਸਮਝ ਆਈ ਹੈ। ਜੇ ਉਸ ਦੇ ਵਿੱਚ ਕੁਝ ਬਦਲਾਅ ਹੋਏਗਾ ਤਾਂ ਤੁਸੀਂ ਦੱਸਣਾ। ਇੱਕ ਤੇ ਤੁਸੀਂ ਬਾਹਰੋਂ ਪੈਸਾ ਭੇਜ ਕੇ, ਤੁਹਾਡੇ ਤੁਸੀਂ 4 ਭਰਾ ਹੋ, ਇੱਕ ਇੰਗਲੈਂਡ ਦੇ ਵਿੱਚ ਰਹਿੰਦੇ, ਹਾਂ ਇੱਕ ਇੰਗਲੈਂਡ ਦੇ ਵਿੱਚ ਰਹਿੰਦੇ, ਇੱਕ ਤੁਸੀਂ ਨਿਊਯਾਰਕ ਦੇ ਵਿੱਚੋਂ, 2 ਇੰਡੀਆ ਦੇ ਵਿੱਚ ਨੇ, ਤੇ ਤੁਸੀਂ ਆਪਣੇ ਪੈਸੇ ਦੇ ਨਾਲ ਕੋਠੀ ਪਾਈ ਹੈ, ਜਿਹੜੀ ਜਗ੍ਹਾ ਸੀਗੀ ਤੁਹਾਡੀ ਉੱਥੇ, ਤੇ ਉਸ ਕੋਠੀ ਦੇ ਉੱਤੇ ਹੁਣ ਤੁਹਾਡੇ ਬ੍ਰਦਰ ਨੇ ਕਬਜ਼ਾ ਕਰ ਲਿਆ, ਮਤਲਬ ਉਹ ਕਬਜ਼ਾ ਨਹੀਂ ਛੱਡਦੇ। ਤੇ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਤੁਹਾਡਾ ਸੁਣਿਓ ਜਰਾ, ਹਾਂਜੀ ਸੁਣਿਓ ਇੱਕ ਮਿੰਟ, ਇਹਦੇ ਵਿੱਚ ਜਿਹੜਾ ਫੈਸਲਾ ਜਿੰਨਾ ਕਿ ਨਹੀਂ ਉਹ ਵੀ ਸਾਰਾ ਮੈਂ ਮੁੱਲ ਲਿਆ, ਤੇ ਮੇਰਾ ਜਿਹੜਾ ਕੀ ਚੀਜ਼ ਮੁੱਲ ਲਈ ਹੈ ਜੀ ਤੁਸੀਂ? ਉਹਨੂੰ ਵੀ ਮੈਂ ਪੈਸੇ ਪੂਸੇ ਤੋਂ ਬਹੁਤ ਭੇਜਦਾ ਰਿਹਾ, ਤੇ ਉਹਨੇ ਮੈਨੂੰ ਆਪਣਾ ਹਿੱਸਾ ਜਿਹੜਾ ਕਿ ਉਹ ਮੈਨੂੰ ਲਿਖ ਕੇ ਦੇ ਦਿੱਤਾ, ਤੇ ਜਿਹੜਾ ਉਹਨੂੰ ਪਟਾਇਆ ਉਹ 8 ਮਹੀਨੇ ਦੇ ਵਿੱਚ ਹੈ, ਲੇਕਿਨ ਉਹ ਇਕੱਲਾ ਹੀ ਉਹ ਕੰਟਰੋਲ ਕਰਕੇ ਬੈਠਾ, ਉਹ ਤੇ ਨੇੜੇ ਨਹੀਂ ਲੱਗਣ ਦਾ ਕਿਸੇ ਨੂੰ ਵੀ। ਉਹਦੀ ਬਾਗਵੀਨ ਹੈਗੀ ਆ ਇੱਥੇ ਪੋਲੀਟੀਸ਼ਨਾਂ ਦੇ ਨਾਲ। ਹਾਂਜੀ ਮੱਲਨ ਸਾਹਿਬ, ਤੁਸੀਂ ਕੀ ਪੁੱਛ ਰਹੇ ਸੀਗੇ, ਤੁਸੀਂ ਦੱਸੋ। ਮੈਂ ਸਵਾਲ ਪੁੱਛਦਾ ਕਿ ਜ਼ਮੀਨ ਦੀ ਮਾਲਕੀ, ਤੁਸੀਂ ਲਾਈਨ ਦੇ ਉੱਤੇ ਰਹੋ, ਮੈਂ ਮੱਲਨ ਜੀ ਨੂੰ ਪੁੱਛ ਰਿਹਾ, ਉਹ ਕੁਝ ਪੁੱਛ ਰਹੇ ਸੀ। ਹਾਂਜੀ, ਜ਼ਮੀਨ ਜਿੱਥੇ ਕੋਠੀ ਬਣੀ ਉਸ ਜ਼ਮੀਨ ਦੀ ਮਾਲਕੀ ਕਿਹਦੇ ਨਾਂ ਤੇ ਬੋਲਦੀ ਹੈ, ਇਹ ਪੁੱਛ ਕੇ ਦੱਸੋ ਮੈਨੂੰ। ਜਿਹੜੀ ਜ਼ਮੀਨ ਦੇ ਉੱਤੇ ਤੁਸੀਂ ਕੋਠੀ ਬਣਾਈ ਹੈ ਉਸ ਦੀ ਮਾਲਕੀਅਤ ਕਿਹਦੇ ਨਾਮ ਦੇ ਉੱਤੇ ਬੋਲਦੀ ਹੈ? ਉਹਦੀ ਮਾਲਕੀਅਤ ਜਿਹੜੀ ਆਪਣੀ, ਹਾਂਜੀ, ਉਹ ਮੇਰੀ ਮਾਂ ਦੇ ਨਾਂ ਤੇ ਸੀਗੀ। ਉਹ ਤੁਹਾਡੀ ਮਦਰ ਦੇ ਨਾਮ ਦੇ ਉੱਤੇ ਸੀ? ਉਸ ਤੋਂ ਬਾਅਦ ਹੁਣ ਚੜ ਗਈ ਸਾਡੇ 4 ਭਰਾਵਾਂ ਦੇ ਨਾਂ ਤੇ। ਉਸ ਤੋਂ ਬਾਅਦ ਉਹ ਸਾਂਝੀ ਤੁਹਾਡੇ ਸਾਰੇ 4 ਭਰਾਵਾਂ ਦੇ ਨਾਮ ਦੇ ਉੱਤੇ ਹੈ? ਹਾਂ ਠੀਕ ਹੈ। ਤਾਂ ਸਾਡੀ ਅੱਧੀ ਸੀ ਜਿਹੜੇ 4 ਭਰਾਵਾਂ ਦੇ ਨਾਂ ਤੇ, ਤੇ ਜਿਹੜੀ ਅੱਧੀ ਹੈਗੀ ਆ ਉਹ ਇਕੱਲੇ ਮੇਰੇ ਨਾਂ ਤੇ, ਮੈਂ ਮੈਨੂੰ ਖਰੀਦੀ ਚਾਚੇ ਤੋਂ। ਅੱਛਾ, ਉਹਦੇ ਵਿੱਚੋਂ ਜਿਹੜੀ ਅੱਧੀ ਹੈਗੀ ਆ ਉਹ ਤੁਹਾਡੇ ਇਕੱਲੇ ਦੇ ਨਾਮ ਦੇ ਉੱਤੇ ਹੈ, ਜਿਹੜੀ ਤੁਸੀਂ ਆਪਣੇ ਚਾਚਾ ਜੀ ਤੋਂ ਖਰੀਦੀ ਸੀ? ਮੇਰਾ ਜਿਹੜਾ ਸਾਰਿਆਂ ਤੋਂ ਛੋਟਾ ਭਰਾ ਉਹਨੇ ਵੀ ਮੈਨੂੰ ਮੁੱਲ ਲਿਖ ਕੇ ਦੇ ਦਿੱਤੇ, ਮੈਂ ਉਹਨੂੰ ਪੈਸੇ ਦੇ ਦਿੱਤੇ ਆ। ਅੱਛਾ, ਤੁਹਾਡੇ ਸਭ ਤੋਂ ਛੋਟੇ ਭਰਾ ਨੇ ਵੀ ਤੁਹਾਨੂੰ ਮੁੱਲ ਵੇਚ ਦਿੱਤੀ, ਤੁਸੀਂ ਲਿਖ ਕੇ ਦੇ ਦਿੱਤਾ। ਠੀਕ ਹੈ, ਮੈਨੂੰ ਇਹ ਪੁੱਛ ਕੇ ਦੱਸੋ ਵੀ ਜਿਹੜੀ ਕੋਠੀ ਬਣਾਉਣ ਲੱਗਿਆ ਇਹਨਾਂ ਨੇ ਇੰਡੀਆ ਦਾ ਤੇ ਇੱਕ ਉਹਦਾ ਇੰਡੀਆ ਦਾ। ਠੀਕ ਹੈ ਮੱਲਨ ਸਾਹਿਬ, ਤੁਸੀਂ ਕੀ ਪੁੱਛ ਰਹੇ ਹੋ? ਇੱਕ ਮਿੰਟ ਜੀ ਸਰਬਜੀਤ ਜੀ, ਇੱਕ ਮਿੰਟ ਦਿਓ ਸਰਬਜੀਤ ਜੀ। ਹਾਂਜੀ ਮੱਲਨ ਜੀ, ਮੈਂ ਭਾਜੀ ਨੇ ਪੁੱਛਣਾ ਚਾਹੁੰਦਾ ਕਿ ਜਿਹੜਾ ਇਹਨਾਂ ਨੇ ਪੈਸਾ ਫੋਰਨ ਤੋਂ ਭੇਜਿਆ, ਜਿਹੜਾ ਭੇਜਦੇ ਨੇ ਜਿਹਦੇ ਨਾਲ ਕੋਠੀ ਬਣੀ, ਉਹਦੇ ਪ੍ਰੂਫ ਹੈਗੇ ਨੇ ਇਹਨਾਂ ਕੋਲ ਪੈਸੇ ਭੇਜਣ ਦੇ? ਜਿਹੜਾ ਤੁਸੀਂ ਪੈਸਾ ਭੇਜ ਕੇ ਕੋਠੀ ਬਣਵਾਈ ਸੀਗੀ ਉਸ ਦੇ ਪ੍ਰੂਫ ਹੈਗੇ ਤੁਹਾਡੇ ਕੋਲ ਕਿ ਤੁਸੀਂ ਉਹ ਕੋਠੀ ਬਣਵਾਉਣ ਵੇਲੇ ਪੈਸਾ ਭੇਜਿਆ? ਮੈਂ ਇੱਥੇ 2 ਨੰਬਰ ਦੇ ਵਿੱਚ ਪੈਸੇ ਭੇਜਦਾ ਰਿਹਾ, ਮੈਂ ਇੱਥੇ ਆਪ ਵੀ ਜਾਂਦਾ ਰਿਹਾ 3-4 ਵਾਰੀ ਇੰਡੀਆ ਨੂੰ, ਆਪਣੇ ਕੋਲ ਖੜ ਕੇ ਕੋਠੀ ਬਣਾਈ ਹੋ। ਅੱਛਾ, ਵਿੱਚ ਤੁਸੀਂ ਖੁਦ ਵੀ ਜਾਂਦੇ ਰਹੇ ਹੋ, ਪਰ ਜਦੋਂ ਤੁਸੀਂ ਕੋਠੀ ਦੇ ਉੱਤੇ ਪੈਸਾ ਖਰਚ ਕੀਤਾ ਉਸ ਦਾ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ? ਨਹੀਂ ਹੈਗਾ। ਪੈਸੇ ਤਾਂ ਜਿਹੜੇ ਮੈਂ ਇੱਥੋਂ ਡਾਲਰ ਨਾਲ ਲੈ ਜਾਂਦਾ ਰਿਹਾ। ਚਲੋ ਅਗਲੀ ਗੱਲ ਦੱਸੋ ਭਾਜੀ। ਅਗਲਾ ਇੱਕ ਹੋਰ ਸਵਾਲ ਪੁੱਛ ਰਹੇ ਨੇ, ਇੱਕ ਹੋਰ ਸਵਾਲ ਤੁਹਾਡੇ ਤੋਂ ਸੁਨੀਲ ਜੀ ਪੁੱਛ ਰਹੇ ਕੰਮ ਕਰਦੇ ਜੀ। ਅਗਲਾ ਵੀ ਸਰਬਜੀਤ ਭਾਜੀ ਪਲੀਜ਼, ਸਰਬਜੀਤ ਭਾਜੀ ਤੁਸੀਂ ਥੋੜਾ ਜਿਹਾ, ਸਰਬਜੀਤ ਭਾਜੀ ਸਾਡੀ ਆਪਾਂ ਲਾਈਵ ਕਾਲ ਦੇ ਉੱਤੇ ਹੈਗੇ ਆ ਤਾਂ ਤੁਸੀਂ ਥੋੜਾ ਜਿਹਾ ਸਾਡੀ ਵੀ ਸੁਣੋ, ਸ਼ਾਰਟ ਦੇ ਵਿੱਚ ਆਨਸਰ ਦੇਵੋ, ਹੈ ਨਾ। ਅਗਲਾ ਸਵਾਲ ਲੈਣੇ ਆ। ਹਾਂਜੀ ਸੁਨੀਲ ਮੱਲਨ ਸਾਹਿਬ, ਤੁਸੀਂ ਕੀ ਪੁੱਛ ਰਹੇ ਸੀ? ਮੈਂ ਦੂਜਾ ਸਵਾਲ ਇਹ ਪੁੱਛਦਾ ਕਿ ਜਿਹੜੇ ਭਰਾਵਾਂ ਨੇ ਕਬਜ਼ਾ ਸ਼ੋਅ ਕੀਤਾ ਜਾਂ ਤੁਹਾਡੇ ਕੋਲ ਪ੍ਰਾਪਰਟੀ ਦੇ ਬੇਸ ਤੇ ਜਿਹੜੀ ਉਹ ਬਿਲਡਿੰਗ ਮਟੀਰੀਅਲ ਦੇ ਬਿੱਲ ਸਾਂਭ ਲਏ, ਉਹਨਾਂ ਦਾ ਕਿੱਤਾ ਕੀ ਹੈ, ਕਾਰੋਬਾਰ ਕੀ ਹੈ ਉਹਨਾਂ ਦਾ? ਉਹ ਮਜ਼ਦੂਰ ਜਿਹੜੇ ਸੀਗੇ ਉਹ ਪਿੰਡ ਦੇ ਬੰਦੇ ਸੀਗੇ ਜਿਹੜੇ ਕੰਮ ਕਰਦੇ ਸੀ। ਨਹੀਂ, ਜਿਹੜੇ ਤੁਹਾਡੇ ਭਰਾ ਨੇ ਜੀ ਜਿਨ੍ਹਾਂ ਨੇ ਕਬਜ਼ਾ ਕੀਤਾ ਹੈ, ਉਹਨਾਂ ਦਾ ਕੀਤਾ ਕੀ ਹੈ, ਕੰਮ ਕੀ ਹੈ ਉਹਨਾਂ ਦਾ? ਉਹ ਕੀ ਕੰਮ ਕਰਦੇ ਆ? ਉਹ ਖੇਤੀ ਕਰਦੇ ਆ। ਜ਼ਮੀਨ ਸਾਡੀ ਜਿਹੜੀ ਆ ਮੇਰੇ ਪੇਜ ਦੀ ਜ਼ਮੀਨ ਸੀਗੀ, ਉਹ ਮੈਂ ਜਰਮਨ ਤੋਂ ਪੈਸੇ ਭੇਜ ਕੇ ਮੁੱਲ ਵੀ ਲਏ ਸੀ। ਕਿੰਨੀ ਜ਼ਮੀਨ ਹੈ ਜੀ ਜਿਹੜੀ ਖੇਤੀ ਕਰਦੇ ਨੇ ਉਹ? ਕਿੰਨੀ ਜ਼ਮੀਨ ਹੈ? ਤੇ ਉਹ ਹੁਣ ਸਾਡੀ ਜਿਹੜੀ ਆਪਣੀ 4.5 ਖੇਤ ਆ ਜ਼ਮੀਨ ਦੇ, ਉਹ ਜ਼ਿਆਦਾ ਜ਼ਮੀਨ ਕਿੰਨੀ ਹੈ ਸਰਬਜੀਤ ਜੀ? ਜ਼ਮੀਨ ਕਿੰਨੀ ਉਹਦੇ ਨਾਂ ਤੇ ਹੋਈਆਂ ਸਰਬਜੀਤ ਜੀ? ਸਰਬਜੀਤ ਭਾਜੀ ਤੁਸੀਂ ਗੱਲ ਹੀ ਲੰਬੀ ਆਨਸਰ ਨਾ ਕਰੋ, ਜਿਹੜਾ ਮੈਂ ਤੁਹਾਡੇ ਤੋਂ ਪੁੱਛ ਰਿਹਾ ਤੁਸੀਂ ਇਨ ਸ਼ਾਰਟ ਆਨਸਰ ਦਿਓ। ਡੋਰੀਆਂ ਪੁੱਛਿਆ ਹੀ ਨਹੀਂ ਤੁਹਾਨੂੰ ਮੈਂ। ਹਾਂਜੀ, ਕਿੰਨੀ ਜ਼ਮੀਨ ਹੈ ਇਹ ਤੁਸੀਂ ਇੱਕ ਕੰਮ ਕਰੋ, ਮੇਰੀ ਬੇਨਤੀ ਸੁਣੋ, ਮੈਂ ਸਾਰੀ ਗੱਲ ਸਮਝ ਗਿਆ ਹੁਣ ਮੇਰੀ। 4.5 ਇੱਕ ਮਿੰਟ ਮੱਲਨ ਸਾਹਿਬ, 4.5 ਏਕੜ 4.5 ਏਕੜ ਹੈ। ਠੀਕ ਹੈ ਸਰ। ਹਾਂਜੀ ਮੱਲਨ ਸਾਹਿਬ ਤੁਸੀਂ ਕੀ ਕਹਿ ਰਹੇ ਸੀ?
ਹੁਣ ਸਰਬਜੀਤ ਭਾਜੀ ਮੈਂ ਤੁਹਾਡੀ ਗੱਲ ਸਮਝ ਗਿਆ। ਹੁਣ ਤੁਸੀਂ 2 ਮਿੰਟ ਮੇਰੀ ਗੱਲ ਸੁਣੀ, ਚੁੱਪ ਰਹਿ ਕੇ। ਹੁਣ ਤੁਸੀਂ ਪ੍ਰੋਗਰਾਮ ਦੇ ਉੱਤੇ ਪ੍ਰੋਗਰਾਮ ਤੇ ਮੱਲਨ ਸਾਹਿਬ ਤੁਹਾਨੂੰ ਜਵਾਬ ਦੇਣਗੇ, ਉਹ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣੋ, ਠੀਕ ਹੈ ਜੀ, ਕਾਲ ਤੇ ਨਹੀਂ, ਠੀਕ ਹੈ। ਹਾਂਜੀ ਮੱਲਨ ਸਾਹਿਬ ਮੇਰੀ ਗੱਲ ਬੜੇ ਧਿਆਨ ਨਾਲ ਸੁਣੋ। ਇਸ ਕੇਸ 'ਚ ਭਾਜੀ ਦਾ ਕੇਸ ਬਹੁਤ ਵਧੀਆ, ਸੇਮ ਕੇਸ ਮੈਂ ਡੀਲ ਵੀ ਕਰ ਰਿਹਾ ਇੱਕ, ਔਰ ਉਹਦੇ ਵਿੱਚ ਸੇਮ ਹੀ ਸਭ ਕੁਝ ਹੋਇਆ ਹੋਇਆ। ਸਰਬਜੀਤ ਭਾਜੀ ਨੂੰ ਇੱਕ ਬੇਨਤੀ ਹੈ ਕਿ ਬੜੇ ਧਿਆਨ ਨਾਲ ਗੱਲ ਸੁਣ ਲਓ। ਜੇ ਤੁਹਾਨੂੰ ਫਿਰ ਵੀ ਕੋਈ ਕੁਆਰੀ ਰਹਿ ਜਾਏਗੀ ਤੇ ਮੈਨੂੰ ਪਰਸਨਲ ਫੋਨ ਕਰ ਲਿਓ ਕੱਲ ਸ਼ਾਮ ਨੂੰ। ਮੈਂ ਉਹਨਾਂ ਨੂੰ ਦੱਸ ਵੀ ਦਿੰਦਾ ਸਰਬਜੀਤ ਜੀ, ਜਿਹੜਾ ਸੁਨੀਲ ਮੱਲਨ ਜੀ ਦਾ ਜਿੱਥੇ ਨਾਮ ਲਿਖਿਆ ਹੈ ਬਿਲਕੁਲ ਉਸ ਦੇ ਨੀਚੇ ਬਲੂ ਪੱਟੀ ਦੇ ਉੱਤੇ ਵਾਈਟ ਕਲਰ ਦੇ ਸ਼ਬਦ ਅੱਖਰਾਂ ਦੇ ਵਿੱਚ ਮੱਲਨ ਸਾਹਿਬ ਦਾ ਨੰਬਰ ਲਿਖਿਆ ਹੋਇਆ। ਇਹ ਨੰਬਰ ਵੀ ਨੋਟ ਕਰ ਲਓ, ਤੁਸੀਂ ਡਾਇਰੈਕਟ ਕਾਲ ਇਹਨਾਂ ਨੂੰ ਪ੍ਰੋਗਰਾਮ ਤੋਂ ਬਾਅਦ 'ਚ ਕਰ ਸਕਦੇ ਹੋ। ਜੀ ਮੱਲਨ ਸਾਹਿਬ ਹੁਣ ਤੁਸੀਂ ਜਵਾਬ ਦਿਓ। ਮੈਂ ਸਰਬਜੀਤ ਭਾਜੀ ਨੂੰ ਦੱਸਦਾ, ਇਸ ਕੇਸ 'ਚ ਭਾਜੀ 2 ਚੀਜ਼ਾਂ ਪ੍ਰੂਵ ਕਰਨੀਆਂ ਹੁੰਦੀਆਂ। ਸਰਬਜੀਤ ਭਾਜੀ ਨੇ ਫੋਰਨ ਤੋਂ ਇੰਡੀਆ 'ਚ ਪੈਸਾ 2 ਨੰਬਰ 'ਚ ਭੇਜਿਆ, ਕੱਚੇ ਤੌਰ ਤੇ ਭੇਜਿਆ, ਪਹਿਲੀ ਗੱਲ। ਹੁਣ ਜਾਂ ਤੇ ਮੈਂ ਇਹ ਪ੍ਰੂਵ ਕਰਾਂ ਕਿ ਮਿਸਟਰ ਸਰਬਜੀਤ ਨੇ ਆਪਣਾ ਪੱਕੇ 'ਚ ਪੈਸਾ ਭੇਜਿਆ ਸੀ, ਆਹ ਪੈਸਾ ਆਇਆ 10 ਲੱਖ 15 ਲੱਖ 20 ਲੱਖ 50 ਲੱਖ ਵਾਟ ਐਵਰ ਇਟ ਇਜ਼, ਠੀਕ ਹੈ ਜੀ, ਔਰ ਉਹ ਪੈਸਾ ਲੱਗ ਕੇ ਕੋਠੀ ਬਣੀ, ਨੰਬਰ 1। ਨੰਬਰ 2, ਕਪੈਸਿਟੀ ਟੂ ਪੇ। ਜਿਹੜੇ ਬੰਦੇ ਨੇ ਕਲੇਮ ਕੀਤਾ, ਕਿਆ ਉਹਦੇ ਕੋਲ ਕਪੈਸਿਟੀ ਸੀ ਉਸ ਪੈਸੇ ਨੂੰ ਬਣਾਉਣ ਦੀ? ਚਾਹੇ ਉਦੋਂ ਦੇ ਬੈਂਕ ਅਕਾਊਂਟ ਉਹਦੇ ਫਰੋਲੇ ਜਾਣ, ਚਾਹੇ ਉਦੋਂ ਦੀਆਂ ਜੇ ਫਾਰਮ, ਜੇ ਖੇਤੀ ਕਰਦੇ ਤੇ ਜੇ ਫਾਰਮ ਹੋਣਗੇ। ਤੀਜੀ ਚੀਜ਼ ਉਹਨਾਂ ਦੀਆਂ ਇਨਕਮ ਟੈਕਸ ਦੀਆਂ ਰਿਟਰਨਾਂ। ਠੀਕ ਹੈ, 2 ਚੀਜ਼ਾਂ ਹੋ ਗਈਆਂ। ਜਾਂ ਤੇ ਮੈਂ ਪ੍ਰੂਵ ਕਰਾਂ ਕਿ ਮੈਂ ਫੋਰਨ ਤੋਂ ਪੈਸਾ ਲਿਆਇਆ ਸੀ ਤੇ ਮੈਂ ਸ਼ੇਖਰ ਵੀਰ ਨੂੰ ਦਿੱਤਾ ਤੇ ਸ਼ੇਖਰ ਵੀਰ ਨੇ ਉਸ ਪੈਸੇ ਤੋਂ ਕੋਠੀ ਪਾਤੀ ਸਾਡੇ ਸਾਂਝੇ ਖਾਤੇ 'ਚ, ਠੀਕ ਹੈ। ਦੂਜੀ ਚੀਜ਼, ਜਾਂ ਜੇ ਮੈਂ ਇਹ ਨਹੀਂ ਪ੍ਰੂਵ ਕਰ ਸਕਦਾ, ਉੱਥੇ ਮੈਂ ਗਲਤੀ ਕਰ ਗਿਆ ਕਿ ਮੇਰੀ ਉਹ ਬਿੱਲ ਬੁੱਲ ਚੁੱਕ ਕੇ ਲੈ ਗਏ ਨੇ ਸਾਰੇ ਕੋਠੀ 'ਚੋਂ, ਕੋਈ ਦਿੱਕਤ ਨਹੀਂ। ਹੁਣ ਸਾਨੂੰ ਜਿਹੜਾ ਅਸੀਂ ਕੇਸ ਕੀਤਾ ਉਹਦੇ ਵਿੱਚ ਇਹ ਪ੍ਰੂਵ ਕਰੀਏ ਕਿ ਸ਼ੇਖਰ ਕੋਲ ਪੈਸੇ ਨਹੀਂ ਸੀ ਵੀ ਉਹ ਕੋਠੀ ਪਾ ਸਕਦਾ। ਉਹ ਮੈਂ ਪੈਸੇ ਕੱਚੇ 'ਚ ਭੇਜਦਾ ਰਿਹਾ, ਯਾਰਾਂ ਦੋਸਤਾਂ ਦੇ ਰਸਤੇ ਭੇਜਦਾ ਰਿਹਾ, ਇਹਨੂੰ ਪੈਸੇ ਮਿਲਦੇ ਰਹੇ ਨੇ, ਪਲੱਸ ਮੇਰੇ ਬਿੱਲ ਚੁੱਕ ਕੇ ਲੈ ਗਿਆ। ਔਰ ਜਿੰਨੀ ਦੇਰ ਇੰਡੀਆ 'ਚ ਰਹੇ ਨੇ, ਜਦੋਂ ਕੋਠੀ ਪਾਈ ਹੈ, ਬਾਕੀ ਪਿੰਡ ਦੇ ਉਹਦੇ ਗਵਾਹ ਹੋਣਗੇ, ਤੁਹਾਡੇ ਰਿਸ਼ਤੇਦਾਰ ਭੈਣ ਭਰਾ ਹੋਣਗੇ ਕਿ ਵਾਕਈ ਇਹਨੇ ਪੈਸੇ ਭੇਜੇ ਸਾਡੇ ਸਰਬਜੀਤ ਵੀਰ ਨੇ ਔਰ ਅਸੀਂ। ਤਾਂ ਥੋੜਾ ਜਿਹਾ ਪਿਚੀਦਾ ਹੋ ਗਿਆ ਕੇਸ। ਇਹੋ ਹੀ ਜੇ ਤੁਸੀਂ ਇਹੋ ਜਿਹੇ ਵੇਲੇ, ਮੈਂ ਆਪਣੀ ਬਾਕੀ ਭੈਣ ਭਰਾਵਾਂ ਨੂੰ ਇੱਕ ਸਲਾਹ ਦਿੰਦਾ, ਕਿਉਂਕਿ ਜਿਹੜੇ ਸਾਡੇ ਜਿੰਨੇ ਪੰਜਾਬੀ ਭੈਣ ਭਰਾ ਬਾਹਰ ਗਏ ਆ, ਪੁਰਾਣੇ, ਅੱਜ ਵਾਲੇ ਨਹੀਂ, ਪੁਰਾਣੇ, ਉਹਨਾਂ ਨੂੰ ਇੱਕ ਅਣਖ ਹੈ ਕਿ ਮੈਂ ਆਪਣੇ ਪਿੰਡ 'ਚ ਵੱਡੀ ਕੋਠੀ ਪਾ ਕੇ ਵਿਖਾਵਾਂ ਕਿ ਮੈਂ ਕੁਝ ਕਰ ਦਿੱਤਾ। ਕਿਉਂਕਿ ਉਹ ਅਮਰੀਕਾ ਜਾ ਕੇ ਜਾਂ ਕੈਨੇਡਾ ਜਾ ਕੇ ਕਿਸੇ ਨੇ ਨਹੀਂ ਵੇਖ ਪਾਣਾ ਕਿ ਸਰਬਜੀਤ ਵੀਰ ਕਿੰਨਾ ਸਾਬੇ ਜਦਾਦ ਹੋ ਚੁੱਕਾ ਹੈ, ਪਰ ਉਹ ਆਪਣਾ ਦਿਖਾਣਾ ਚਾਹੁੰਦੇ ਨੇ ਤੇ ਆਪਣੇ ਵਤਨ ਦੀ ਮਿੱਟੀ ਨਾਲ ਜੁੜੇ ਰਹਿਣ ਕਰਕੇ ਇਹੋ ਜਿਹੇ ਖਰਚੇ ਕਰਦੇ ਨੇ। ਐਸੇ ਵੇਲੇ ਮੈਂ ਸਾਰੇ ਭੈਣ ਭਰਾਵਾਂ ਨੂੰ ਇੱਕੋ ਬੇਨਤੀ ਕਰਦਾ, ਤੇ ਸ਼ਰ੍ਹਾ ਕਰਨ ਲੱਗਿਆ ਸ਼ਰਮ ਨਹੀਂ ਕਰਨੀ। ਚਾਹੇ ਆਪਣੇ ਨਾਂ ਤੇ ਪਹਿਲਾਂ ਉਸ ਮਰਲੇ ਦੀ, ਉਸ ਕਿੱਲੇ ਦੀ, ਉਸ ਕਨਾਲ ਦੀ ਰਜਿਸਟਰੀ ਆਪਣੇ ਨਾਂ ਤੇ ਕਰਾਓ, ਸਰਪੰਚ ਕੋਲੋਂ, ਪਟਵਾਰੀ ਕੋਲੋਂ ਪੱਕੀ ਨਿਸ਼ਾਨਦੇਹੀ ਲਵੋ, ਨੰਬਰਦਾਰ ਕੋਲੋਂ ਐਂਟਰੀ ਕਰਾਓ, ਤੇ ਫਿਰ ਉਹਦੇ ਤੇ ਭਾਵੇਂ 10 ਕਰੋੜ ਰੁਪਇਆ ਖਰਚ ਕਰੋ। ਮੈਂ ਇਹ ਐਡਵਾਈਸ ਦਊਂਗਾ, ਵੱਡੀ ਕੋਠੀ ਪਾਓ। ਤੇ ਇੱਕ ਗੱਲ ਹੋਰ ਕਹੂੰਗਾ ਕਿ ਆਪਣੇ ਭੈਣ ਭਰਾ ਸ਼ਰੀਕੇ ਨੂੰ ਕਦੀ ਉਹਦੇ 'ਚ ਨਾ ਰਹਿਣ ਦਿਓ। ਜਿਹਨੂੰ ਤੁਸੀਂ ਉਹਦੇ 'ਚ ਭਾਈਬੰਦੀ 'ਚ ਰੱਖਤਾ, ਉਹਨੇ ਜ਼ਿੰਦਗੀ 'ਚ ਖਾਲੀ ਨਹੀਂ ਜੇ ਕਰਨੀ। ਉਹਦੀ ਨੀਤ ਹੋ ਜਾਣੀ ਮਾੜੀ, ਉਹਨੂੰ ਸੁੱਖ ਮਿਲਣੇ ਵਧੀਆ। ਸੋ ਪਹਿਲੀ ਗੱਲ ਤੇ ਪੈਸੇ ਇੱਥੇ ਤਾਂ ਲਾਓ ਜੇ ਤੁਸੀਂ ਆਣ ਜਾਣ ਰੱਖਿਆ, ਆਂਦੇ ਜਾਂਦੇ ਰਹਿਣਾ। ਪਰ ਜੇ ਤੁਸੀਂ ਆਂਦੇ ਜਾਂਦੇ ਨਹੀਂ ਰਹਿਣਾ ਤੇ ਆਪਣਾ ਪੈਸਾ ਬਰਬਾਦ ਨਾ ਕਰੋ। ਹੁਣ ਜੇ ਭਾਜੀ ਦੀ ਜਿਵੇਂ ਪ੍ਰੋਬਲਮ ਹੈ, ਸੇਮ ਇੱਕ ਹੋਰ ਭਾਜੀ ਦੀ ਪ੍ਰੋਬਲਮ ਸੀ, ਉਹਨਾਂ ਦੇ ਭਰਾਵਾਂ ਨੇ, ਤੇ ਈਵਨ ਉਹਨਾਂ ਦੇ ਫਾਦਰ ਦੀ ਡੈਥ, ਜੇ ਫਾਦਰ ਨੂੰ ਉਹ ਕੋਈ ਪੈਸੇ ਦੇ ਕੇ ਜਾਂਦੇ ਸੀ ਨਾ, ਉਹਨਾਂ ਦੇ ਭਰਾ ਉਹ ਵੀ ਖੁੱਲ ਸੀ। ਔਰ ਮਦਰ ਨੂੰ ਉੱਥੇ ਖੜਿਆ, ਉਹਨਾਂ ਦਾ ਗ੍ਰੀਨ ਕਾਰਡ ਬਣਵਾਇਆ, ਗ੍ਰੀਨ ਕਾਰਡ ਬਣਾਉਣ USA 'ਚ, ਗ੍ਰੀਨ ਕਾਰਡ ਬਣਾਉਣ ਤੋਂ ਬਾਅਦ ਮਦਰ ਦੇ ਸਾਰੇ ਇਲਾਜ ਨੂਜ ਕਰਾਏ। ਉਸ ਤੋਂ ਬਾਅਦ ਵੀ ਮਤਲਬ ਭਾਜੀ ਦੇ, ਮਤਲਬ 1 ਕਿੱਲੇ ਦੇ ਮਾਲਕ ਸੀ ਤੇ ਭਾਜੀ ਨੇ 20 ਕਿੱਲਿਆਂ ਦੇ ਮਾਲਕ ਬਣਾਇਆ, ਤੇ 20 ਦੇ 20 ਕਿੱਲੇ ਬਾਕੀ ਭਰਾ ਖਾ ਗਏ। ਅੱਛਾ। ਔਰ ਉਹਨਾਂ ਦਾ ਕੇਸ ਹੁਣ ਅਪੀਲ 'ਚ ਮੇਰੇ ਕੋਲ ਆਇਆ, ਕਿਉਂਕਿ ਪਹਿਲਾਂ ਉਹ ਕੇਸ ਹੱਥ 'ਚ ਸੀ। ਹੁਣ ਉਹ ਜਦੋਂ ਉਹਨਾਂ ਨੇ ਮੇਰਾ ਤੇ ਟੀਵੀ ਸ਼ੋਅ ਦੇਖਿਆ ਸੀ, ਹੁਣ ਅਸੀਂ ਉਹਨਾਂ ਦਾ ਕੇਸ ਇੱਥੇ ਲੜ ਰਹੇ ਹਾਂ, ਉਹਨਾਂ ਦੇ ਪਾਵਰ ਅਟਾਰਨੀ ਹੋਲਡਰ ਦੇ ਥਰੂ, ਤੇ ਜੋ ਵੀ ਅਗਲੀ ਕਾਰਵਾਈ ਕਰਦੇ ਪਏ ਆ। ਸੋ ਇਹੋ ਜਿਹੇ ਵੇਲੇ ਸਰਬਜੀਤ ਭਾਜੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਾਂ ਤੇ ਆਪਣੀ ਅਸੀਂ ਪੈਸੇ ਭੇਜਿਆ ਪ੍ਰੂਵ ਕਰਦੇ, ਜੇ ਅਸੀਂ ਨਹੀਂ ਕਰ ਪਾਵਾਂਗੇ ਤੇ ਘੱਟੋ ਘੱਟ ਤੁਹਾਡੇ ਭਰਾਵਾਂ ਦੀ ਕਪੈਸਿਟੀ ਬਾਈ ਐਨੀ ਮੀਨਸ, ਕਿ ਇਹਨਾਂ ਕੋਲ ਪੈਸੇ ਨਹੀਂ ਸੀ ਹੈਗੇ, ਜੇ ਹੁੰਦੇ ਤੇ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਚ ਹੋਰ ਕਿਤੇ ਵੀ ਖਰਚ ਕਰਦੇ। ਪਹਿਲਾਂ ਕਾਲ ਲਈ ਆਪਣੇ ਨਾਲ ਅਗਲੇ ਦਰਸ਼ਕ ਵੀ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਸਰ? ਮੈਂ ਤੋਂ ਕੈਨੇਡਾ ਤੋਂ ਬੋਲਦਾ, ਮੇਰਾ ਨਾਮ ਰਮੇਸ਼ ਸ਼ਰਮਾ ਮੇਰਾ। ਜੀ ਰਮੇਸ਼ ਸ਼ਰਮਾ ਜੀ, ਤੁਸੀਂ ਲਾਸਟ ਟਾਈਮ ਵੀ ਕਾਲ ਕੀਤੀ ਸੀਗੀ। ਹਾਂਜੀ, ਮੈਂ ਲਾਸਟ ਕਾਲ ਕੀਤੀ ਸੀਗੀ। ਇੱਕ ਤਾਂ ਇਹਨਾਂ ਦਾ ਜਿਹੜਾ, ਇਹਨਾਂ ਨੂੰ ਮੈਂ ਫੋਨ ਵੀ ਕੀਤਾ ਸੀਗਾ, ਤਾਂ
ਇਹਨਾਂ ਦਾ ਇੱਕ ਦਾ ਜਿਹੜਾ ਇਹਨਾਂ ਦਾ WhatsApp ਨੰਬਰ ਆ ਉਹ ਜਦੋਂ ਇੱਥੋਂ ਡਾਇਲ ਕਰਦੇ ਆ ਆਹੀ ਜਿਹੜਾ ਨੰਬਰ ਆਇਆ ਉਹ ਤੇ ਉਹ ਚੱਲਿਆ ਨਹੀਂ। ਉਹ ਮੈਂ ਇਹਨਾਂ ਨੂੰ ਕਹਿਣਾ ਸੀ ਮੇਰੇ ਵਾਲੇ ਨੰਬਰ ਤੇ ਮੈਨੂੰ ਇਹ ਮੈਸੇਜ ਕਰਨ ਜਾਂ ਕਰਨ ਫੇਰ ਚੱਲਣਾ ਆ। ਤੁਸੀਂ ਮਤਲਬ ਤੁਹਾਨੂੰ WhatsApp ਸ਼ੋ ਨਹੀਂ ਕੀਤਾ ਇਹਨਾਂ ਦਾ ਨੰਬਰ ਜਿਹੜਾ ਹੈਗਾ WhatsApp ਦੇ ਉੱਤੇ ਸ਼ੋ ਨਹੀਂ ਕੀਤਾ? ਨਹੀਂ ਮੈਂ ਇਹਨਾਂ ਦਾ ਕੀਤਾ, ਜਾਣੀ ਜਿਹੜਾ ਨੰਬਰ ਆਉਂਦਾ ਹੈ ਮੇਰੀ ਇਹਨਾਂ ਨਾਲ ਗੱਲ ਵੀ ਹੋਈ ਸੀਗੀ ਤਾਂ ਮੈਂ ਇਹਨਾਂ ਨੂੰ ਕੁਛ ਡਾਕੂਮੈਂਟ ਭੇਜਣੇ ਸੀਗੇ ਤਾਂ ਉਹਨਾਂ ਤੇ ਉਹ ਮੈਂ ਆਪਣੇ ਬੇਟੇ ਨੂੰ ਵੀ ਕਰਾ ਤੇ ਉਹ ਕਹਿੰਦੇ ਵੀ ਉਹ ਇੱਧਰ ਨੂੰ ਉਹ ਸਾਡਾ ਜਿਹੜਾ ਮੇਰਾ ਨੰਬਰ ਹੈ ਉਹ ਤੇ ਮੈਸੇਜ ਭੇਜਣ ਜਾਂ ਮੈਨੂੰ WhatsApp ਕਰਨ ਤਾਂ ਸਾਡਾ ਚੱਲਣਾ। ਅੱਛਾ ਚਲੋ ਠੀਕ ਹੈ ਜੀ। ਦੂਜੀ ਗੱਲ ਮੈਂ ਇਹਨਾਂ ਤੋਂ ਇੱਕ ਹੋਰ ਪੁੱਛਣੀ ਸੀਗੀ, ਜਿੱਦਾਂ ਸਾਡੀ ਜ਼ਮੀਨ ਸੀਗੀ, ਸਾਡੀ ਜ਼ਮੀਨ ਸਾਂਝੀ ਸੀਗੀ ਤੇ ਸਾਡੇ ਡੈਡੀ ਹੋਣੀ ਜੀਂਦੇ ਜੀ ਉਹ ਨਾ ਕਿ ਸਾਡਾ ਉਹ ਜਾਣੀ ਕਿ ਸਾਡੇ ਖੁੱਡੇ ਬਣਾਏ ਗਏ ਸੀ, ਆਹ ਤੇਰੀ ਲੈਣ ਆ, ਆਹ ਤੇਰੀ ਲੈਣ ਆ, ਆਹ ਤੇਰੀ ਲੈਣ ਆ, ਏਦਾਂ ਬਣਾ ਗਿਆ ਉਹ। ਠੀਕ ਹੈ। ਉਹਦੇ ਉੱਤੇ ਇੱਕ ਆਪਣੇ ਇੱਕ ਲੈ ਕੇ ਦੇ ਗਿਆ ਉੱਤੇ ਸਿੱਧੀ ਟੈਕਟ ਦੇ ਉੱਤੇ ਆਪਣੇ ਸਿੱਧੀ ਟੈਕਟ ਲਾ ਕੇ ਆਪਣੇ ਸਾਈਨ ਕਰ ਦਿੱਤੇ। ਉਹਦੇ ਉੱਤੇ ਬੇਰਵਾ ਇਹ ਲਿਖ ਦਿੱਤਾ ਮੈਂ ਆਪਣੇ ਜੀਂਦੇ ਜੀ ਮੈਂ ਸਾਰਾ ਕੁਛ ਇਹ ਬਣਾ ਕੇ ਇਹਨਾਂ ਦੇ ਖੁੱਡੇ ਬਣਾ ਚੱਲਿਆ ਮੈਂ। ਇਹ ਮੇਰੇ ਬਾਅਦ ਦੇ ਵਿੱਚ ਜੇ ਵੀ ਕੋਈ ਅਦਲਾ ਬਦਲੀ ਕਰੂਗਾ ਉਹ ਜ਼ਿੰਮੇਵਾਰ ਜਿਹੜਾ ਇੱਕ ਦੂਜੇ ਦੇ ਜਿੱਦਾਂ ਮੈਂ ਖੁੱਡੇ ਬਣਾ ਕੇ ਚੱਲਿਆ ਜੇ ਇਹਦੇ ਵਿੱਚ ਕੋਈ ਚੇਂਜ ਕਰੂਗਾ ਜਾਂ ਦੂਜੀ ਦੀ ਜਗ੍ਹਾ ਤੇ ਉਹਦੇ ਕੋਈ ਜਗ੍ਹਾ ਬਣਾਊਗਾ ਜਾਂ ਕੁਛ ਕਰੂਗਾ ਉਹ ਢੇਰਾ ਢੇਰੀ ਕੀਤੀ ਜਾਊਗੀ, ਉਹ ਜ਼ਿੰਮੇਦਾਰ ਖੁਦ ਹੋਊਗਾ। ਉਹ ਮੇਰੇ ਵਾਲੇ ਫਰੰਟ ਦਾ ਮੇਰਾ ਫਰੰਟ ਲੋਕ ਰਿਹਾ ਮੇਰੇ ਬ੍ਰਦਰ ਨੇ ਉੱਥੋਂ ਨੀਆਂ ਭਰ ਲਈਆਂ ਉਹਨੇ। ਅੱਛਾ ਉਹ ਜਿਹੜਾ ਮੇਰਾ ਲੋਅਰ ਆ ਮੈਂ ਉਹਨੂੰ ਜਿਹੜੇ ਜੇਕਰ ਸਿੱਧੀ ਟਾਈਟ ਲੱਗ ਕੇ ਉਹ ਬ੍ਰਦਰ ਦੇ ਉੱਤੇ ਸਾਈਨ ਹੋਏ ਆ, ਇੱਕ ਗਵਾਹ ਦੇ ਵੀ ਸਾਈਨ ਹੋਏ ਆ, ਮੇਰੇ ਡੈਡੀ ਉਹਨਾਂ ਦੇ ਵੀ ਸਾਈਨ ਹੋਏ ਆ। ਉਹ ਜੇਕਰ ਸਿੱਧੀ ਲੱਗੀ ਉਹ ਮੈਂ ਆਪਣੇ ਲੋਅਰ ਨੂੰ ਦਿਖਾ ਲਿਆ ਵੀ ਹੈ ਨਾ, ਮੈਂ ਕਿਹਾ ਯਾਰ ਆ ਪੇਪਰ ਲਾ ਇਹ ਉਹਨੇ ਤਕਸੀਮ ਕਰਾ ਕੇ ਮੇਰੇ ਤੋਂ ਚੋਰੀ ਹੇਰਾ ਫੇਰੀ ਨਾਲ ਇਹਦੇ ਦਾ ਦੂਜਾ ਗੱਲ ਹੈ ਮਗਰ ਬਦਲ ਗੱਲ ਹੈ ਪਰ ਡੈਡੀ ਉਹਨਾਂ ਦਾ ਲਿਖਿਆ ਆ ਵੀ ਇਹ ਕਿੱਦਾਂ ਹੋ ਸਕਦਾ ਪੇਪਰ ਲਾ। ਹਾਂਜੀ ਪਰ ਕੇਸ ਚੱਲਦਾ ਇਹਦੇ ਬਾਰੇ ਹੁਣ ਮੈਨੂੰ ਥੋੜੀ ਇਨਫੋਰਮੇਸ਼ਨ ਦੇਵੋ ਇਹਦੇ ਬਾਰੇ ਕੀ ਹੋ ਸਕਦਾ, ਮੇਰੇ ਕੋਲ ਪੇਪਰ ਦਾ ਪ੍ਰੂਫ ਹੈਗਾ ਉਹ ਜੀ। ਰਮੇਸ਼ ਸ਼ਰਮਾ ਜੀ ਤੁਹਾਡਾ ਜਵਾਬ ਦੇ ਰਹੇ ਨੇ। ਇੱਕ ਮਿੰਟ ਮਲਨ ਸਾਹਿਬ, ਰਮੇਸ਼ ਜੀ ਤੁਹਾਡਾ ਜਵਾਬ ਦੇ ਰਹੇ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣਨਾ, ਮੈਂ ਤੁਹਾਡੀ ਕਾਲ ਹੁਣ ਡਿਸਕਨੈਕਟ ਕਰਾਂਗਾ। ਨਹੀਂ ਇੱਕ ਮਿੰਟ ਇਹਨਾਂ ਨੂੰ ਪੁੱਛੋ ਕਿ ਓਰੀਜਨਲ ਪੇਪਰ ਇਹਨਾਂ ਕੋਲ ਹੈ? ਓਰੀਜਨਲ ਪੇਪਰ ਇਹਨਾਂ ਕੋਲ ਹੈ, ਉਹਨਾਂ ਨੇ ਉਹੀ ਗੱਲ ਕੀਤੀ ਹੈ। ਬਸ ਫਿਰ ਕੋਈ ਦਿੱਕਤ ਨਹੀਂ ਜੇ ਓਰੀਜਨਲ ਪੇਪਰ ਇਹਨਾਂ ਕੋਲ ਹੈ। ਬਾਕੀ ਰਮੇਸ਼ ਜੀ ਨਾਲ ਉਹ ਜਿਵੇਂ ਕਹਿ ਰਹੇ ਸੀਗੇ ਰਮੇਸ਼ ਸ਼ਰਮਾ ਜੀ, ਉਹ ਤੁਸੀਂ ਇੱਕ ਵਾਰੀ ਜਿਹੜਾ ਤੁਹਾਡੇ ਕੋਲ ਜਦੋਂ ਕਾਲ ਆਏਗੀ ਤਾਂ ਡਿਟੇਲ ਦੇ ਵਿੱਚ ਜੋ ਵੀ ਤੁਸੀਂ ਡਿਟੇਲ ਦੇ ਵਿੱਚ ਡਾਕੂਮੈਂਟ ਮੰਗਣੇ ਹੋਣਗੇ ਉਹ ਮੰਗ ਲੈਣਾ, ਪਰ ਇਸ ਦਾ ਜਵਾਬ ਕੀ ਬਣਦਾ ਉਹ ਥੋੜਾ ਜਿਹਾ ਦੱਸ ਦਿਓ। ਇੱਕ ਤੇ ਰਮੇਸ਼ ਭਾਜੀ ਮੈਨੂੰ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੈਨੂੰ ਮਿਸ ਕਾਲ ਜ਼ਰੂਰ ਦੇ ਦੇਣ, ਮੈਂ ਨੰਬਰ ਸੇਵ ਕਰਾਂ ਉਹਨਾਂ ਦਾ, ਮੈਨੂੰ ਪਤਾ ਨਹੀਂ ਕਿਹੜਾ, ਜਾਂ ਮੇਰੇ ਨਾਲ ਗੱਲ ਕਰ ਲੈਣ 1 ਮਿੰਟ ਲਈ ਠੀਕ ਹੈ ਤੇ ਮੈਂ WhatsApp ਤੇ ਸੇਵ ਕਰਕੇ ਉਹਨਾਂ ਨੂੰ ਕਾਲ ਬੈਕ ਕਰ ਦਾਂਗਾ। ਨੰਬਰ 1 ਜੀ। ਨੰਬਰ 2 ਅੱਜ ਕਾਲ ਲੈ ਲੈਣੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਡਮ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਮੈਂ ਕੈਨੇਡਾ ਤੋਂ ਗੱਲ ਕਰਦੀ ਹਾਂ, ਪ੍ਰਿਤਪਾਲ ਮੇਰਾ ਨਾਮ ਹੈ ਤੇ ਮੈਂ ਵਕੀਲ ਸਾਹਿਬ ਨਾਲ ਗੱਲ ਕਰਨੀ ਹੈ। ਹਾਂਜੀ ਪ੍ਰਿਤਪਾਲ ਜੀ ਤੁਸੀਂ ਆਪਣਾ ਸਵਾਲ ਦੱਸੋ, ਵਕੀਲ ਸਾਹਿਬ ਸੁਣ ਰਹੇ ਤੁਹਾਡੀ ਗੱਲ। ਓਕੇ ਹਾਂਜੀ ਅਸੀਂ ਵਸੀਅਤ ਕਰਾਉਣੀ ਹੈ ਬੇਟੇ ਦੀ ਨਾ। ਠੀਕ ਹੈ ਜੀ। ਅਸੀਂ ਇੰਡੀਆ ਮਤਲਬ ਬੇਟੇ ਦਾ ਪਾਸਪੋਰਟ ਜਾਂ ਵੀ ਕੀ ਲੈ ਕੇ ਜਾਣ ਦੀ ਲੋੜ ਹੈ ਸਾਨੂੰ, ਉਹਦੀ ਕੋਈ ਪ੍ਰੂਫ ਆਈਡੀ ਕੁਝ ਵੀ। ਬੇਟਾ ਤੁਹਾਡਾ ਕੈਨੇਡਾ ਦੇ ਵਿੱਚ ਹੀ ਹੈ? ਬੇਟਾ ਸਾਡਾ ਕੈਨੇਡਾ ਚ ਹੈ। ਤੇ ਜ਼ਮੀਨ ਜਿਹਦੀ ਵਸੀਅਤ ਤੁਸੀਂ ਕਰਾਣੀ ਹੈ ਉਹ ਇੰਡੀਆ ਦੇ ਵਿੱਚ ਹੈ? ਪੰਜਾਬ ਵਿੱਚ ਹੈ ਜੀ। ਉਹ ਪੰਜਾਬ ਦੇ ਵਿੱਚ ਹੈ। ਠੀਕ ਹੈ। ਮਲਨ ਸਾਹਿਬ ਤੁਹਾਡੇ ਵੱਲੋਂ ਕੋਈ ਸਵਾਲ ਹੈਗਾ ਦੱਸਿਓ ਜਰਾ। ਨਹੀਂ ਬਸ ਕੋਈ ਲੋੜ ਨਹੀਂ। ਨਹੀਂ ਮੈਡਮ ਤੁਹਾਨੂੰ ਨਹੀਂ ਕਹਿ ਰਿਹਾ ਮੈਂ, ਮਲਨ ਸਾਹਿਬ ਮੈਡਮ ਮੈਂ ਮਲਨ ਸਾਹਿਬ ਤੋਂ ਪੁੱਛ ਰਿਹਾ। ਮੈਡਮ ਮੈਂ ਮਲਨ ਸਾਹਿਬ ਤੋਂ ਪੁੱਛ ਰਿਹਾ, ਤੁਹਾਡੇ ਲਈ ਕੋਈ ਸਵਾਲ ਹੈਗਾ ਤਾਂ ਮੈਂ ਉਹਨਾਂ ਤੋਂ ਪੁੱਛ ਰਿਹਾ। ਹਾਂਜੀ ਮਲਨ ਸਾਹਿਬ। ਇਸ ਤਰ੍ਹਾਂ ਭੈਣ ਜੀ ਨੂੰ ਇਹ ਦੱਸੋ ਕਿ ਇਹ ਆਪਣੇ ਬੇਟੇ ਦਾ ਕੋਈ ਆਈਡੀ ਪ੍ਰੂਫ ਦੀ ਫੋਟੋਕਾਪੀ ਸਿਰਫ ਲੈ ਕੇ ਆਓ। ਤੁਸੀਂ ਇਹ ਪ੍ਰੋਗਰਾਮ ਦੇ ਉੱਤੇ ਦੱਸ ਦਿਓ, ਆਪਾਂ ਅਗਲੀ ਕਾਲ ਦੇ ਉੱਤੇ ਗੱਲ ਕਰਦੇ ਹਾਂ। ਪ੍ਰਿਤਪਾਲ ਜੀ ਤੁਹਾਡਾ ਜਵਾਬ ਜਿਹੜਾ ਤੁਹਾਨੂੰ ਸਕਰੀਨ ਦੇ ਉੱਤੇ ਮਿਲੇਗਾ। ਮਲਨ ਸਾਹਿਬ ਪਹਿਲਾਂ ਦੀ ਗੱਲ ਵੀ ਤੇ ਇਹ ਵਾਲੀ ਗੱਲ ਵੀ ਕੰਪਲੀਟ ਕਰ ਦਿਓ। ਪਹਿਲਾਂ ਇਹਦਾ ਸਵਾਲ ਦਾ ਜਵਾਬ ਦੇ ਦਈਏ। ਇਹਦੇ ਵਿੱਚ ਸਿਰਫ ਜਿਸ ਬੱਚੇ ਦੇ ਨਾਂ ਤੇ ਤੁਸੀਂ ਕਰਾਉਣੀ ਹੈ ਉਹਦਾ ਕੋਈ ਆਈਡੀ ਪ੍ਰੂਫ ਦੀ ਫੋਟੋਕਾਪੀ ਲਾਇਓ ਤਾਂ ਕਿ ਵਸੀਅਤ ਲਿਖਣ ਲੱਗਿਆ ਉਹ ਆਈਡੀ ਪ੍ਰੂਫ ਦਾ ਵਿੱਚ ਜ਼ਿਕਰ ਕਰ ਲਿਆ ਜਾਵੇ, ਤਾਂ ਜੋ ਚਲੋ ਪ੍ਰਮਾਤਮਾ ਨੂੰ ਉਮਰ ਲੰਬੀ ਕਰੇ। ਇਹਨਾਂ ਤੋਂ ਬਾਅਦ ਬੱਚੇ ਨੂੰ ਆਪਣਾ ਆਈਡੀ ਪ੍ਰੂਫ ਕਰਨ ਦੀ ਦਿੱਕਤ ਨਾ ਹੋਵੇ। ਦੂਜੀ ਗੱਲ, ਜਿੱਥੇ ਵੀ ਤੁਹਾਡੀ ਪ੍ਰਾਪਰਟੀ ਹੈਗੀ ਉਹਦੀ ਨਿਸ਼ਾਨਦੇਹੀ ਪੱਕੀ ਕਰਾ ਲਿਓ। ਇਹ ਨਾ ਹੋਵੇ ਕਿ ਉਹ ਵਿਚਾਰਾ ਨਿਸ਼ਾਨਦੇਹੀ ਦੇ ਚੱਕਰ 'ਚ ਮੁੜ ਕੇ ਪਰੇਸ਼ਾਨ ਹੁੰਦਾ ਰਹੇ। ਸੋ ਉਹ ਵੀ ਕਰ ਸਕਦੇ ਹੋ। ਤੀਜੀ ਚੀਜ਼, ਤੁਸੀਂ ਆਪਣੇ ਬੱਚੇ ਦੇ ਨਾਂ ਤੇ ਗਿਫਟ ਡੀਡ ਬਣਾ ਸਕਦੇ ਹੋ ਜੀਨਿਆ ਜੀ।
ਆਪਣੇ ਜਿੰਦਿਆਂ ਜੀ ਉਹਦੇ ਨਾਂ ਤੇ ਟ੍ਰਾਂਸਫਰ ਕਰ ਸਕਦੇ ਹੋ, ਈਵਨ ਉਹਦੇ ਨਾਂ ਤੇ ਰਜਿਸਟਰੀ ਕਰਾ ਸਕਦੇ ਹੋ। 2500 3000 ਰੁਪਏ ਪੈਸਾ ਲੱਗਦਾ, ਬਲੱਡ ਰਿਲੇਸ਼ਨ 'ਚ ਟ੍ਰਾਂਸਫਰ ਹੋ ਜਾਂਦੀ ਹੈ। ਉਸ ਤੋਂ ਇਲਾਵਾ ਮੈਂ ਇੱਕ ਹੋਰ ਸਲਾਹ ਦੇਣਾ ਚਾਹਾਂਗਾ, ਜਦੋਂ ਕੋਈ ਵਸੀਅਤ ਬਣਾਓ ਇੱਕ ਸੈਪਰੇਟ ਪੇਪਰ ਜ਼ਰੂਰ ਬਣਾਓ ਜਿਹਦੇ ਵਿੱਚ ਕਿਹੜਾ ਬੈਂਕ ਅਕਾਊਂਟ ਹੈ ਤੁਹਾਡਾ, ਕਿੱਥੇ ਕਿੱਥੇ ਹੈਗਾ, ਕੀ ਉਹਦਾ ਐਡਰੈਸ ਹੈ, ਜੋ ਡਿਟੇਲ ਹੋਵੇ ਉਹ ਸਾਰੀ ਚੀਜ਼ਾਂ ਦਾ, ਜਾਂ ਲੋਕਰ ਕਿੱਥੇ ਹੈ, ਉਹ ਸਾਰੀ ਚੀਜ਼ਾਂ ਦਾ ਇੱਕ ਪ੍ਰੋਪਰ ਚਿੱਠਾ ਬਣਾ ਕੇ ਆਪਣੀ ਵਸੀਅਤ ਦੇ ਨਾਲ ਜੁੜੋ, ਤਾਂ ਜੋ ਇਹ ਨਾ ਹੋਵੇ ਕਿ ਬੱਚਿਆਂ ਨੂੰ ਕੱਲ ਨੂੰ ਦਿੱਕਤ ਆਵੇ। ਔਰ ਜੇ ਹੋ ਸਕਦਾ ਤੇ ਉਹਦੀ ਪਾਸਬੁੱਕ ਦੀ ਜਾਂ ਚੈੱਕਬੁੱਕ ਦੀ ਫੋਟੋਕਾਪੀ ਕਰਕੇ ਨਾਲ ਲਾ ਦਿਓ। ਠੀਕ ਹੈ। ਔਰ ਇੱਕ ਹੋਰ ਸਭ ਤੋਂ ਵਧੀਆ ਸਲਾਹ ਦਿੰਦਾ, ਘਰ ਦੇ ਵਿੱਚ ਇੱਕ ਅਟੈਚੀ ਲਾਓ, ਸਿਰਫ ਇੱਕ ਅਟੈਚੀ ਜਿਹਦੇ ਚ ਪ੍ਰਾਪਰਟੀ ਬੈਂਕ ਸਾਰੇ, ਇੱਕ ਅਟੈਚੀ ਜਿਹਦੇ ਚ ਪ੍ਰਾਪਰਟੀ ਪੇਪਰਸ, ਦੂਜਾ ਅਟੈਚੀ ਜਿਹਦੇ ਵਿੱਚ ਬੈਂਕ ਪੇਪਰਸ ਉਹ ਹੋਣ, ਤੇ ਤੀਜਾ ਅਟੈਚੀ ਸਰਟੀਫਿਕੇਟਾਂ ਦਾ, ਜਿੰਨੇ ਤੁਹਾਡੇ ਸਰਟੀਫਿਕੇਟ ਆ ਉਹਦੇ ਚ ਇੱਕ ਅਟੈਚੀ ਚ ਹੋਣ, ਦੂਜੇ ਬੈਂਕ ਹੋਣ ਤੇ ਤੀਜੇ ਪ੍ਰਾਪਰਟੀ ਪੇਪਰਸ ਹੋਣ। ਔਰ ਪ੍ਰਾਪਰਟੀ ਪੇਪਰ ਦੀ ਇਹ ਸਾਰੇ ਚੀਜ਼ਾਂ ਦੀ ਈਵਨ ਫੋਟੋਕਾਪੀ ਸਕੈਨ ਕਰਕੇ ਤੁਸੀਂ ਆਪਣੇ ਜਿੱਦਾਂ ਵੀ ਪੈਨ ਡਰਾਈਵ 'ਚ ਰੱਖਣੀ ਹੋਵੇ ਨਾਲ ਰੱਖ ਸਕਦੇ ਹੋ, CD ਬਣਵਾ ਸਕਦੇ ਹੋ, ਕਈ ਸਾਰੇ ਰਸਤੇ ਨੇ। ਸੋ ਪ੍ਰਿਤਪਾਲ ਭੈਣ ਜੀ ਦਾ ਜਵਾਬ ਮੈਂ ਕਲੀਅਰ ਦੇ ਦਿੱਤਾ ਕਿ ਉਹ ਬੱਚੇ ਦਾ ਸਿਰਫ ਇੱਕ ID ਪ੍ਰੂਫ ਲੈ ਆਉਣ, ਤੇ ਉਹ ID ਪ੍ਰੂਫ ਦੇ ਵਿੱਚ ਜ਼ਿਕਰ ਹੋ ਜਾਏਗਾ ਕਿ ਬੱਚੇ ਦਾ ਨਾਮ ਸਨ ਆਫ ਸੋ ਐਂਡ ਸੋ, ਉਹ ਸਾਰਾ ਕੁਝ, ਤੇ ਉਹਦੇ ਮੁਤਾਬਕ ਐਂਟਰੀ ਹੋ ਜਾਏਗੀ। ਹੁਣ ਆਪਾਂ ਰਮੇਸ਼ ਭਾਜੀ ਦੇ ਜਵਾਬ ਤੇ ਆ ਗਏ। ਜੀ ਰਮੇਸ਼ ਭਾਜੀ ਦਾ ਸਵਾਲ ਸੀਗਾ ਕਿ ਥੋੜਾ ਜਿਹਾ ਯਾਦ ਕਰਾਓ ਮੈਨੂੰ, ਥੋੜਾ ਜਿਹਾ ਸਕਿਪ ਹੋ ਗਿਆ। ਉਹਨਾਂ ਦੇ ਕੋਲ ਇੱਕ ਪੇਪਰ ਹੈਗਾ ਜਿਹੜਾ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਲਿਖਿਆ। ਹੁਣ ਇਹਦੇ ਵਿੱਚ ਇਸ ਕੇਸ 'ਚ ਅਸੀਂ ਕੀ ਕਰਾਂਗੇ ਕਿ ਜਿਹੜਾ ਉਹਨਾਂ ਦੇ ਭਰਾਵਾਂ ਨੇ ਝੂਠ ਬੋਲ ਕੇ ਨਵੀਂ ਤਕਸੀਮ ਕਰਾਈ ਹੈ ਔਰ ਉਹਦੇ ਵਿੱਚ ਉਸ ਪੇਪਰ ਨੂੰ ਇਗਨੋਰ ਕੀਤਾ ਹੈ, ਸੋ ਉਸ ਪੇਪਰ ਦੇ ਬੇਸ ਤੇ ਉਹਨਾਂ ਭਰਾਵਾਂ ਤੇ FIR ਹੋ ਸਕਦੀ ਹੈ ਫਰਾਡ ਕਰਨ ਦੀ, ਕਿਉਂਕਿ ਉਹਨਾਂ ਦੀ ਨੌਲੇਜ ਸੀ, ਉਹਨਾਂ ਦੇ ਸਾਈਨ ਹੈ ਉਹਦੇ ਤੇ। ਠੀਕ ਹੈ। ਸੈਕਿੰਡ, ਤਕਸੀਮ ਟੁੱਟ ਸਕਦੀ ਹੈ, ਵਾਪਸ ਤੁਹਾਨੂੰ ਤੁਹਾਡਾ ਮਿਲ ਸਕਦਾ ਹੈ ਜਿਸ ਇਲਾਕੇ ਸੀ। ਟਾਈਮ ਲੱਗੇਗਾ ਬਟ ਹੋ ਜਾਏਗਾ, ਰਾਈਟ। ਜੇ ਭਾਜੀ ਸੀਨੀਅਰ ਸਿਟੀਜ਼ਨ ਹੋਣਗੇ ਤਾਂ ਥੋੜੀ ਸਪੀਡ ਵੱਧ ਜਾਏਗੀ, ਜੇ ਘੱਟ ਨਹੀਂ ਹੋਣਗੇ ਤਾਂ ਥੋੜਾ ਟਾਈਮ ਲੱਗੂਗਾ। ਸੋ ਪਹਿਲੀ ਗੱਲ ਤੇ ਫਰਾਡ ਦਾ ਪਰਚਾ, ਸੈਕਿੰਡ ਰਿਵਰਸਲ ਪੋਸੀਬਲ ਹੈ, ਬਣੀ ਕੋਠੀ ਸਮੇਤ ਤੁਹਾਡੇ ਨਾਂ ਤੇ ਪ੍ਰਾਪਰਟੀ ਟ੍ਰਾਂਸਫਰ ਹੋ ਜਾਏਗੀ, ਤੁਸੀਂ ਉਹਦੀ ਬੇਫਿਕਰੀ ਰੱਖੋ। ਹੁਣ ਇੱਥੇ ਭਾਜੀ ਨੇ ਇੱਕ ਗਲਤੀ ਕੀਤੀ, ਇਹ ਵੀ ਦੱਸਾਂ ਮੈਂ, ਰਮੇਸ਼ ਭਾਜੀ ਦੀ ਵੀ ਗਲਤੀ ਕਲੀਅਰ ਕਰਦਾ ਕਿ ਜਦੋਂ ਇਹਨਾਂ ਕੋਲ ਪਿਤਾ ਜੀ ਦੀ ਵੰਡ ਦਾ ਪੇਪਰ ਸੀ, ਉਸ ਵੇਲੇ ਕੀ ਕਰਦੇ ਕਿ ਜਦੋਂ ਉਹਨਾਂ ਦੀ ਡੈਥ ਹੋਈ ਸੀ ਪਾਪਾ ਦੀ, ਤੇ ਪਟਵਾਰੀ ਕੋਲ ਜਾਂਦੇ, ਉਸ ਵਰਕੇ ਦੀ ਕਾਪੀ ਕਰਾਉਂਦੇ, ਉਹਨੂੰ ਅਟੈਸਟ ਕਰਾਉਂਦੇ, ਨੰਬਰਦਾਰ ਦੀ ਉੱਤੇ ਮੋਹਰ ਲਵਾਉਂਦੇ, ਤੇ ਪਟਵਾਰੀ ਕਹਿੰਦੇ ਵੀ ਇਹ ਪਾਪਾ ਦੀ ਜ਼ਮੀਨ ਐਸ ਰੇਸ਼ੋ ਮੁਤਾਬਕ ਐਸ ਨਾਵਾਂ ਤੇ ਚੜਾ ਦੇ। ਜੋ ਕਾਰਪੋਰੇਸ਼ਨ ਦਾ ਤੇ ਕਾਰਪੋਰੇਸ਼ਨ ਨੂੰ ਦਿੰਦੇ, ਜਿੱਥੇ ਵੀ ਤੁਹਾਡੀ ਮਾਲਕੀ ਬਣੀ ਸੀ ਉਸ ਮਾਲਕੀ ਨੂੰ ਉਹ ਕਾਗਜ਼ ਦਿੰਦੇ, ਤੇ ਭਰਾ ਤਕਸੀਮ ਕਰਾ ਕੇ ਫਰਾਡ ਕਰ ਹੀ ਨਹੀਂ ਸੀ ਸਕਦਾ। ਇੱਥੇ ਭਾਜੀ ਨੇ ਥੋੜੀ ਜਿਹੀ ਢਿੱਲ ਰੱਖੀ, ਪਰ ਫਿਰ ਵੀ ਲੜਾਈ ਚੱਲੂਗੀ, ਕੰਮ ਹੋ ਸਕਦਾ ਹੈ ਔਰ ਇਹਨੂੰ ਸਿੱਧਾ ਕਰਾਇਆ ਜਾ ਸਕਦਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਟਾਈਮ ਲੱਗੂਗਾ ਜੀ ਮਲਨ ਸਾਹਿਬ ਦਾ ਪੂਰਾ ਜਵਾਬ ਦੇਤਾ। ਹਾਂਜੀ ਮਲਨ ਸਾਹਿਬ, ਜਿਵੇਂ ਕਿ ਅਸੀਂ ਇਹ ਗੱਲ ਕਰ ਰਹੇ ਸੀਗੇ, ਜਿਵੇਂ ਇਹਨਾਂ ਨੇ ਵੀ ਗੱਲ ਕੀਤੀ, ਜ਼ਿਕਰ ਕੀਤਾ ਕਿ ਇੱਕ ਪੁਰਾਣਾ ਕਾਗਜ਼ ਜਿਹੜਾ ਕਿ ਜਿਹਦੇ ਵਿੱਚ ਉਹਨਾਂ ਨੇ ਇਸ ਤਰੀਕੇ ਦੇ ਨਾਲ ਲਿਖਵਾਇਆ, ਖਾਸ ਤੌਰ ਦੇ ਉੱਤੇ ਉਸ ਦੇ ਵਿੱਚ ਜਿਹੜੀ ਗੱਲ ਕਹੀ ਗਈ ਸੀ ਕਿ ਜੇਕਰ ਇਸ ਦੇ ਵਿੱਚ ਕੋਈ ਫੇਰ ਬਦਲ ਕਰੂਗਾ, ਯਾਨੀ ਕਿ ਜਿਹੜੀ ਮੈਂ ਜ਼ਮੀਨਾਂ ਇਹਨਾਂ ਦੇ ਨਾਮ ਵੰਡ ਦਿੱਤੀਆਂ, ਜਿਹੜੇ ਵੀ ਇਹਨਾਂ ਦੇ ਹਿੱਸੇ ਬਣਾ ਦਿੱਤੇ, ਉਹਦੇ ਵਿੱਚ ਕੋਈ ਵੀ ਫੇਰ ਬਦਲ ਕਰੂਗਾ, ਕੰਸਟਰਕਸ਼ਨ ਕਰੂਗਾ ਜਾਂ ਕੁਝ ਵੀ ਹੈ ਗਲਤ ਤਰੀਕੇ ਨਾਲ ਕਰੂਗਾ ਤਾਂ ਉਹ ਢਾਇਆ ਜਾਊਗਾ। ਇਹ ਜ਼ਿਕਰ ਜਿਹੜਾ ਕੀਤਾ ਹੋਇਆ। ਜੇਕਰ ਕਿਸੇ ਨੇ ਵਸੀਅਤ ਲਿਖਦੇ ਸਮੇਂ ਅਜਿਹਾ ਕੁਝ ਲਿਖਣਾ ਹੈ ਤਾਂ ਕੀ ਬੈਟਰ ਵੇ ਹੋ ਸਕਦਾ ਤੁਹਾਡੇ ਹਿਸਾਬ ਦੇ ਨਾਲ, ਜਿਹੜਾ ਕਿ ਈਜ਼ੀ ਵੀ ਰਹੇ ਤੇ ਦਿੱਕਤ ਪਰੇਸ਼ਾਨੀ ਵਾਲਾ ਵੀ ਨਾ ਹੋਵੇ? ਕਿਉਂਕਿ ਵੈਸੇ ਤਾਂ ਵਸੀਅਤ ਦੇ ਵਿੱਚ ਕੁਝ ਵੀ ਆਪਣੇ ਵੱਲੋਂ ਜੋ ਤੁਸੀਂ ਚਾਹ ਰਹੇ ਹੋ ਲਿਖ ਸਕਦੇ ਹੋ, ਪਰ ਫਿਰ ਵੀ ਇੱਕ ਕਾਨੂੰਨੀ ਲੈਂਗੁਏਜ ਦੇ ਹਿਸਾਬ ਦੇ ਨਾਲ ਜੋ ਕਿ ਈਜ਼ੀ ਰਹਿੰਦਾ ਔਰ ਜ਼ਿਆਦਾ ਸੋਲਿਡ ਹੁੰਦਾ, ਉਹ ਕੀ ਚੀਜ਼ ਹੈ? ਦੇਖੋ, ਉਹਦੇ ਵਿੱਚ ਇਹੋ ਜਿਹੇ ਜਿਹੜੇ ਖੇਤ ਜਾਂ ਜ਼ਮੀਨਾਂ ਹੋਣ ਜਿੱਥੇ ਆਇਡੈਂਟੀਫਿਕੇਸ਼ਨ ਮੁਸ਼ਕਲ ਹੋਵੇ, ਉੱਥੇ ਤੇ ਨਕਸ਼ਾ ਬਣਾ ਕੇ ਨਾਲ ਨਕਸ਼ੇ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਜੀ। ਠੀਕ। ਔਰ ਸਹੀ ਸਮੇਂ ਤੇ ਜਿਹੜਾ ਵੀ ਐਗਜ਼ੀਕਿਊਟਰ ਹੈ ਉਹ ਸਹੀ ਮਹਿਕਮੇ ਕੋਲ ਜਾ ਕੇ ਉਹਨੂੰ ਐਗਜ਼ੀਕਿਊਟ ਵੀ ਕਰਾਵੇ ਕਾਨੂੰਨ ਮੁਤਾਬਕ। ਹੁਣ ਕਾਨੂੰਨ ਦੀ ਮੈਂ ਗੱਲ ਕਰਦਾ ਨਾ, ਕਾਨੂੰਨ ਮੁਤਾਬਕ ਮੇਰੇ ਜੇ ਪੇਰੈਂਟਸ ਦੀ ਡੈਥ ਹੁੰਦੀ ਹੈ ਜੀ, ਡੈਥ ਦੀ ਡੇਟ ਤੋਂ 30 ਦਿਨਾਂ ਦੇ ਅੰਦਰ ਅੰਦਰ ਮੈਨੂੰ ਇੰਟੀਮੇਟ ਕਰਨਾ ਹੁੰਦਾ ਮਹਿਕਮੇ ਨੂੰ ਕਿ ਆਹ ਪ੍ਰਾਪਰਟੀ ਮੇਰੇ ਮਾਂ ਦੇ ਨਾਂ ਸੀ ਜਾਂ ਪ੍ਰੋ ਦੇ ਨਾਂ ਸੀ, ਉਹਨਾਂ ਦੀ ਆਹ ਡੈਥ ਹੋ ਗਈ, ਆਹ ਮੇਰੇ ਨਾਂ ਤੇ ਟ੍ਰਾਂਸਫਰ ਕਰਤੀ ਜਾਵੇ। ਉਸ ਤੋਂ ਬਾਅਦ ਫਿਰ ਜਿਹੜਾ ਪਟਵਾਰੀ, ਫੀਲਡ ਕਾਨੂੰਗੋ, ਤਹਿਸੀਲਦਾਰ ਉਹਦੇ ਤੇ ਜ਼ਿੰਮੇਵਾਰੀ ਲੈਂਦਾ ਹੈ, ਬਾਕੀ ਰਿਸ਼ਤੇਦਾਰਾਂ ਦੀ ਜੋ ਵੀ ਪਿੰਡ ਵਾਲਿਆਂ ਦੀ ਗਵਾਹੀ ਪਾਉਂਦਾ ਤੇ ਉਹ ਪ੍ਰਾਪਰਟੀਆਂ ਤੁਹਾਡੇ ਨਾਮੇ ਕਰਾਉਂਦਾ। ਕਿਤੇ ਨਾ ਕਿਤੇ ਆਪਾਂ ਵੀ ਡਿਲੇ ਕੀਤੀ ਹੈ, ਗਲਤੀ ਕੀਤੀ ਹੈ ਕਿ ਪਾਪਾ ਦੀ ਡੈਥ ਤੋਂ ਬਾਅਦ ਆਪਾਂ ਕਲੇਮ ਕਰਨੇ ਨਹੀਂ ਗਏ। ਜੇ ਉਦੋਂ ਕਲੇਮ ਕਰਨ ਗਏ ਹੁੰਦੇ ਤੇ ਵਸੀਅਤ ਤੁਹਾਡੇ
ਜਗ੍ਹਾ ਤੁਹਾਡੇ ਨਾਂ ਤੇ ਬੋਲਣੀ ਸੀ, ਮਾਲਕੀ ਤੁਹਾਡੇ ਨਾਂ ਤੇ ਚੜ ਜਾਣੀ ਸੀ, ਖਾਤੇ ਨੰਬਰ ਚੜ ਜਾਣੇ ਸੀ ਤੁਹਾਡੇ ਨਾਂ ਤੇ ਜੇ ਭਰਾ ਤੁਹਾਡਾ ਉਹਦੇ ਤੇ ਕੋਠੀ ਪਾਉਂਦਾ ਤੇ ਤੁਸੀਂ ਉਹਦੇ ਮਾਲਕ ਹੋਣਾ ਸੀ ਜੀ। ਠੀਕ ਹੈ ਕਿ ਨਹੀਂ ਜੀ। ਸੋ ਜਦੋਂ ਪਿੰਡ ਵੀ ਕੱਲ ਨੂੰ ਇਹ ਚੀਜ਼ਾਂ ਦਾ ਮੈਂ ਬਾਕੀ ਭੈਣ ਭਰਾਵਾਂ ਨੂੰ ਮਤਲਬ ਕੁੱਲ ਮਿਲਾ ਕੇ ਗੱਲ ਇਹ ਵੀ ਨਿਕਲਦੀ ਹੈ ਮੱਲਨ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਜ਼ਮੀਨਾਂ ਦੇ ਮਾਮਲੇ ਦੇ ਵਿੱਚ ਦੇਰੀ ਨਾ ਕੀਤੀ ਜਾਵੇ, ਯਾਨੀ ਕਿ ਜੋ ਵੀ ਟ੍ਰਾਂਸਫਰ ਕਰਾਣਾ, ਜੋ ਵੀ ਕੁਝ ਕਰਨਾ ਹੈ ਜਾਂ ਜੋ ਪੇਪਰ ਵਰਕ ਹੈ ਉਹ ਟਾਈਮਲੀ ਸਹੀ ਸਮੇਂ ਦੇ ਉੱਤੇ ਪੁਖਤਾ ਕਰ ਲਿਆ ਜਾਵੇ। ਭਾਜੀ ਸਾਡੇ ਪੰਜਾਬੀਆਂ 'ਚ ਇੱਕ ਬੜੀ ਵੱਡੀ ਖਾਸ ਹੈ, ਅਸੀਂ ਇਮੋਸ਼ਨਲ ਬਣੇ ਆ ਭੈਣ ਭਰਾਵਾਂ ਲਈ ਇਮੋਸ਼ਨਲ। ਅਸੀਂ ਇਹ ਵੀ ਸੋਚਦੇ ਹਾਂ ਜਿਹੜੇ ਸਾਡੇ ਬਾਹਰ ਇਹਨਾਂ ਦੇ ਭੈਣ ਭਰਾ ਗਏ ਨਾ, ਸੱਚੀ ਕਹਿਣਾ ਜੇ ਇਹਨਾਂ ਭੈਣ ਭਰਾਵਾਂ ਨੂੰ ਸਿਰਫ ਵਿਸ਼ਵਾਸ ਦਿਵਾ ਦਈਏ ਨਾ ਤੇ ਸਾਡੇ ਤੇ ਲੱਖਾਂ ਰੁਪਏ ਫੂਕ ਜਾਣਗੇ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਾਰਨ ਹੈ ਕਿ ਵੀ ਚਾਹੁੰਦੇ ਨੇ ਕਿ ਸਾਡੇ ਭੈਣ ਭਰਾ ਅੱਗੇ ਵਧਣ, ਤੇ ਪਰ ਸਾਡੇ ਵਰਗੇ ਜਿਹੜੇ ਭੈਣ ਭਰਾ ਨੇ ਉਹ ਲਾਲਚੀ ਹੋ ਜਾਂਦੇ ਨੇ, ਉਹ ਠੱਗੀ ਮਾਰਨ ਦੇ ਮੂਡ 'ਚ ਆ ਜਾਂਦੇ, ਉਹ ਰਿਸ਼ਤਾ ਵੀ ਤੋੜ ਬੈਠਦੇ ਨੇ। ਸੋ ਬੜੀਆਂ ਲੰਮੀਆਂ ਗੱਲਾਂ ਨੇ, ਥੋੜੀ ਇਮਾਨਦਾਰੀ ਨਾਲ ਰਹਿਣ ਤੇ ਬੜਾ ਕੁਝ ਹੋ ਸਕਦਾ ਹੈ। ਬਟ ਮੈਂ ਇਹ ਕਹੂੰਗਾ ਕਿ ਪ੍ਰਮਾਤਮਾ ਨਾ ਕਰੇ ਜਦੋਂ ਵੀ ਮਾਪਿਓ ਦੀ ਜਾਂ ਜਿਹੜਾ ਵੀ ਤੁਹਾਡੇ ਨਾਂ ਤੇ ਜ਼ਮੀਨ ਜਾਇਦਾਦ ਕਰਕੇ ਗਿਆ ਡੈਥ ਹੁੰਦੀ ਹੈ, ਵਿਦਿਨ 1 ਮੰਥ ਪ੍ਰੋਪਰ ਐਪਲੀਕੇਸ਼ਨ ਲਾ ਕੇ ਕਾਗਜ਼ਾਂ ਦੀਆਂ ਫੋਟੋ ਕਾਪੀਆਂ, ਨੋਟਰੀ ਟੈਸਟ ਜਾਂ ਸੈਲਫ ਟੈਸਟ ਕਰਕੇ ਜਮ੍ਹਾਂ ਕਰਾਈਆਂ ਜਾਣ। ਅਗਲੇ ਦਰਸ਼ਕ ਵੀ ਨੇ ਜੀ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਜੀਤ ਬੋਲ ਰਿਹਾ ਵਿਅਕਤੀ ਤੋਂ ਜੀ। ਅਮਰਜੀਤ ਜੀ, ਤੁਹਾਡਾ ਕੀ ਸਵਾਲ ਹੈ? ਮੇਰਾ ਸਵਾਲ ਹੈਗਾ ਕਿ ਮੇਰੀ ਪ੍ਰਾਪਰਟੀ ਸੀਗੀ ਯਮੁਨਾ ਨਗਰ ਜਗ੍ਹਾ ਦੀ। ਯਮੁਨਾ ਨਗਰ ਦੇ ਵਿੱਚ ਕਹਿ ਰਹੇ ਹੋ? ਨਹੀਂ, ਯਮੁਨਾ ਨਗਰ ਤੋਂ 10 ਹੋਏ ਪਾਸੇ ਇਸ ਜਗ੍ਹਾ ਦੀ ਰੋਡ ਤੇ ਜਾਈਦਾ ਨਾ, ਜਿਸ ਵੇਲੇ ਪੌਂਟਾ ਸਾਹਿਬ। ਹਾਂਜੀ ਹਾਂਜੀ, ਉਹਦੇ ਤੇ ਪ੍ਰਾਪਰਟੀ ਹੈਗੀ ਸੀਗੀ। ਠੀਕ ਹੈ। ਤੇ ਮੇਰੇ ਨਾਮ ਸੀਗੀ 16 ਏਕੜ। ਠੀਕ ਹੈ ਜੀ, 16 ਏਕੜ। ਹਾਂਜੀ, ਤੇ ਫਾਦਰ ਨੇ ਮੇਰੇ ਨਾਲ ਪਾਵਰ ਅਟਾਰਨੀ ਮੈਂ ਬਣਾ ਕੇ ਫਾਦਰ ਨੂੰ ਦਿੱਤੀ ਸੀ। ਤੁਸੀਂ ਆਪਣੇ ਫਾਦਰ ਸਾਹਿਬ ਨੂੰ ਪਾਵਰ ਆਫ ਅਟਾਰਨੀ ਬਣਾ ਕੇ ਦਿੱਤੀ? ਹਾਂਜੀ, ਠੀਕ ਹੈ। ਉਹਨੇ ਡਾਕਟਰ ਪਹਿਲੇ ਮੇਰਾ ਬ੍ਰਦਰ ਉੱਥੇ ਰਹਿੰਦਾ ਗਿਆ, ਉਹਨੇ ਆਪਣੇ ਨਾਲ ਟ੍ਰਾਂਸਫਰ ਕਰਾ ਲਈ, ਮੈਨੂੰ ਦੱਸਿਆ ਵੀ ਨਹੀਂ ਕੁਝ। ਓਕੇ, ਠੀਕ ਹੈ ਜੀ। ਨਹੀਂ ਭਾਜੀ ਦਾ ਸਵਾਲ ਥੋੜਾ ਸਮਝ ਨਹੀਂ ਆਇਆ ਕਿ ਪਾਵਰ ਅਟਾਰਨੀ ਇਹਨਾਂ ਨੇ ਪਾਪਾ ਦੇ ਨਾਂ ਤੇ ਕਰਾਈ। ਇੱਕ ਮਿੰਟ ਮੱਲਨ ਸਾਹਿਬ, ਮੈਨੂੰ ਸੁਣ ਲੈਣ ਦਿਓ, ਮੈਂ ਤੁਹਾਨੂੰ ਸਮਝਾਉਣਾ ਫਿਰ। ਹਾਂਜੀ ਹਾਂਜੀ। ਕਿਹਾ ਤੇ ਉਹ ਕਹਿੰਦੇ ਕਿ ਹਾਲੇ ਲਾਕਡਾਊਨ ਹੈ, ਇਸ ਕਰਕੇ ਕੁਝ ਨਹੀਂ ਹੋ ਸਕਦਾ, ਸਾਰੇ ਪੇਪਰ ਜਿਹੜਾ ਉਹ ਵਕੀਲ ਨੂੰ ਦਿੱਤੇ ਹੈ। ਤੁਸੀਂ ਅੱਛਾ, ਤੁਸੀਂ ਕਦੋਂ ਇਸ ਚੀਜ਼ ਦੇ ਆਬਜੈਕਸ਼ਨ ਕੀਤਾ? ਇਸ ਚੀਜ਼ ਦੇ ਉੱਤੇ ਮੈਂ ਕੀਤਾ ਸੀਗਾ 2 ਸਾਲ ਪਹਿਲੇ। 2 ਸਾਲ ਪਹਿਲਾਂ। ਉਸ ਤੋਂ ਬਾਅਦ ਕੋਵਿਡ ਦਾ ਟਾਈਮ ਆ ਗਿਆ ਤੇ ਫਿਰ ਕੋਵਿਡ ਟਾਈਮ ਕਰਕੇ ਲਟਕਦਾ ਰਿਹਾ ਮਾਮਲਾ। ਹਾਂਜੀ ਹਾਂਜੀ, ਮੈਂ ਚੱਕਰ ਵੀ ਲਾਇਆ ਜੀ। ਅਮਰਜੀਤ ਜੀ, ਤੁਸੀਂ ਲਾਈਨ ਦੇ ਉੱਤੇ ਰਹੋ, ਮੈਂ ਮੱਲਨ ਸਾਹਿਬ ਨੂੰ ਥੋੜਾ ਕਲੀਅਰ ਕਰਦਾ ਤੁਹਾਡਾ ਜਿਹੜਾ ਕੇਸ ਹੈਗਾ। ਮੱਲਨ ਸਾਹਿਬ, ਇਹਨਾਂ ਨੇ ਜਦੋਂ ਇਹ ਬਾਹਰ ਗਏ ਨੇ ਤਾਂ ਇਹਨਾਂ ਨੇ ਪਾਵਰ ਆਫ ਅਟਾਰਨੀ ਆਪਣੇ ਫਾਦਰ ਸਾਹਿਬ ਦੇ ਨਾਮ ਕੀਤੀ ਸੀਗੀ। ਇਹਨਾਂ ਦੇ ਨਾਮ ਦੇ ਉੱਤੇ 16 ਏਕੜ ਦੀ ਜ਼ਮੀਨ ਸੀ ਜਿਸ ਦੀ ਮਾਲਕੀਅਤ। ਹਾਂਜੀ, ਇੱਕ ਮਿੰਟ। ਜਿਹੜੀ ਪਾਵਰ ਅਟਾਰਨੀ ਕੀਤੀ ਸੀ ਉਹ ਮੈਨੂੰ ਪੜ੍ਹਨੀ ਚਾਹੀਦੀ ਹੈ, ਮੈਂ ਪੜਾਂਗਾ ਤੇ ਮੈਂ ਜ਼ਿਆਦਾ ਵਧੀਆ ਜਵਾਬ ਦੇ ਪਾਵਾਂਗਾ। ਠੀਕ ਹੈ, ਅਗਲੀ ਗੱਲ। ਠੀਕ ਹੈ। ਦੂਜਾ, ਇਹਨਾਂ ਦੇ ਦੂਸਰਾ, ਇਹਨਾਂ ਦੇ ਜਿਹੜੇ ਬ੍ਰਦਰ ਨੇ, ਉਹਨਾਂ ਨੇ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਤੋਂ ਪਹਿਲਾਂ ਉਹ ਜ਼ਮੀਨ ਆਪਣੇ ਨਾਮ ਕਰਵਾ ਲਈ ਤੇ ਹੁਣ ਇਹ ਚਾਹੁੰਦੇ ਨੇ ਕਿ ਇਹਨਾਂ ਦੀ ਜ਼ਮੀਨ ਇਹਨਾਂ ਦੇ ਨਾਮ ਦੇ ਉੱਤੇ ਆਵੇ ਦੁਬਾਰਾ। ਸਰ, ਜਿਹੜੀ ਪਾਵਰ ਅਟਾਰਨੀ ਦਿੱਤੀ ਨੇ ਇਹਦੇ ਚ ਉਹੀ ਮੇਨ ਇੰਸਟਰੂਮੈਂਟ ਹੈ ਕਿ ਜਿਹੜੀ ਪਾਵਰ ਅਟਾਰਨੀ ਫਾਦਰ ਨੂੰ ਦਿੱਤੀ ਉਹਦੇ ਚ ਕਿਹੜੇ ਕਿਹੜੇ ਹੱਕ ਦੂਦ ਇਹਨਾਂ ਨੇ ਫਾਦਰ ਨੂੰ ਦਿੱਤੇ ਹੈ, ਨੰਬਰ 1। ਨੰਬਰ 2, ਅੱਛਾ, ਮੈਂ ਚਾਹਾਂਗਾ ਕਿ ਤੁਸੀਂ ਇਹ ਆਨਸਰ ਰਿਪੀਟ ਕਰਨਾ ਤੇ ਮੈਂ ਅਮਰਜੀਤ ਜੀ ਨੂੰ ਕਹਿ ਦਿੰਦਾ ਕਿ ਉਹ ਪ੍ਰੋਗਰਾਮ ਦੇ ਉੱਤੇ ਸੁਣਨਗੇ। ਅਮਰਜੀਤ ਜੀ, ਤੁਸੀਂ ਇੱਕ ਤੇ ਤੁਸੀਂ ਆਪਣਾ ਆਨਸਰ ਜਿਹੜਾ ਪ੍ਰੋਗਰਾਮ ਦੇ ਵਿੱਚ ਸੁਣ ਲਓ, ਮੱਲਨ ਸਾਹਿਬ ਤੁਹਾਨੂੰ ਜਵਾਬ ਦੇਣਗੇ, ਵਕੀਲ ਸਾਹਿਬ। ਦੂਜੀ ਗੱਲ, ਉਹਨਾਂ ਦੇ ਨਾਮ ਦੇ ਨੀਚੇ ਉਹਨਾਂ ਦਾ ਨੰਬਰ ਆ ਰਿਹਾ, ਫਲੈਸ਼ ਹੋ ਰਿਹਾ, ਲਾਸਟ ਦੇ ਵਿੱਚ 1 2 3 4 5 ਹੈ। ਸੋ ਉਹ ਵਾਲਾ ਨੰਬਰ ਨੋਟ ਕਰ ਲੈਣਾ ਤਾਂ ਕਿ ਤੁਸੀਂ ਪ੍ਰੋਗਰਾਮ ਤੋਂ ਬਾਅਦ ਉਹਨਾਂ ਦੇ ਨਾਲ ਗੱਲ ਕਰ ਸਕੋ। ਜਿਹੜੀ ਪਾਵਰ ਆਫ ਅਟਾਰਨੀ ਤੁਸੀਂ ਆਪਣੇ ਫਾਦਰ ਸਾਹਿਬ ਦੇ ਨਾਮ ਕੀਤੀ ਸੀਗੀ ਉਹ ਉਹਨਾਂ ਨੂੰ ਇੱਕ ਵਾਰ ਪੜ੍ਹਨੀ ਪਏਗੀ, ਉਸ ਤੋਂ ਬਾਅਦ ਹੀ ਤੁਹਾਡੇ ਕੇਸ ਬਾਰੇ ਬੈਟਰ ਦੱਸ ਪਾਣਗੇ। ਪਰ ਫਿਰ ਵੀ ਉਹ ਜੋ ਪ੍ਰੋਗਰਾਮ ਦੇ ਵਿੱਚ ਉਹਨੇ ਦੱਸਦੇ ਨੇ ਉਹ ਸੁਣ ਲੈਣਾ ਜੀ। ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਹਾਂਜੀ ਜੀ, ਦੇਖੋ ਦਿਓ ਮੱਲਨ ਸਾਹਿਬ ਦਾ ਜਵਾਬ। ਮੈਂ ਦੱਸਦਾ, ਪਹਿਲੀ ਗੱਲ ਤੇ ਮੈਨੂੰ ਪਾਵਰ ਅਟਾਰਨੀ ਪੜ੍ਹਨੀ ਪੈਣੀ ਹੈ। ਪਾਵਰ ਅਟਾਰਨੀ ਚ ਇਹਨਾਂ ਨੇ ਕੀ ਹੱਕ ਦੂਦ ਆਪਣੇ ਫਾਦਰ ਨੂੰ ਦਿੱਤੇ, ਪਹਿਲਾ ਕੰਮ। ਠੀਕ ਹੈ। ਦੂਜਾ ਕੰਮ, ਜਦੋਂ ਇਹਨਾਂ ਦੇ ਭਰਾ ਨੇ ਉਹ ਪ੍ਰਾਪਰਟੀ ਆਪਣੇ ਨਾਂ ਤੇ ਲਵਾਈ ਹੈ, ਉਸ ਵੇਲੇ ਉਹਨੇ ਕਿਹੜੇ ਹਾਲਾਤਾਂ ਦਾ ਇਸਤੇਮਾਲ ਕੀਤਾ ਹੈ, ਕਿਹੜੇ ਸਾਈਨ ਹੋਏ ਆ, ਕਿਹਨੂੰ ਗਵਾਹ ਰੱਖਿਆ, ਕਿਹਨੂੰ ਕੀ ਕੀਤਾ ਜੀ, ਉਹ ਸਭ ਦੇਖਣਾ ਪਏਗਾ। ਰਾਈਟ ਜੀ। ਤੇ ਇਹ 2 ਕਾਗਜ਼ ਦੇਖਣ ਤੋਂ ਬਾਅਦ ਮੈਂ ਭਾਜੀ ਨੂੰ ਦੱਸ ਸਕਦਾ ਕਿ ਇਹਨਾਂ ਨੂੰ ਹੋ ਸਕਦਾ ਤੇ ਇਸ ਤਰ੍ਹਾਂ ਕਰਾਇਆ ਜਾ ਸਕਦਾ ਹੈ, ਕਿਉਂਕਿ ਫਾਦਰ ਸਾਹਿਬ ਤੇ ਨਹੀਂ ਰਹੇ। ਬਟ ਫਾਦਰ ਸਾਹਿਬ
ਇਹੋ ਜਿਹੇ ਵੀ ਨਹੀਂ ਹੋਣਗੇ ਕਿ ਇੱਕ ਬੱਚੇ ਦਾ ਹੱਕ ਮਾਰ ਕੇ ਦੂਜੇ ਨੂੰ ਦੇ ਦੇਣ। ਸੋ ਉਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਦੱਸ ਦਿੰਦਾ, ਕਿਤੇ ਨਾ ਕਿਤੇ ਕੁਝ ਭਰਾ ਨੇ ਗਲਤੀ ਕੀਤੀ ਹੋਏਗੀ, ਫਰਾਡ ਕੀਤਾ ਹੋਏਗਾ, ਉਸਦਾ ਪਾਪਾ ਦੇ ਜਾਲੀ ਸਾਈਨ ਕਰਤੇ ਹੋਣ, ਜਾਂ ਕਿਹੜੇ ਭਾਵ ਨਾਲ ਉਹਨਾਂ ਨੂੰ ਉੱਥੇ ਲੈ ਗਿਆ। ਜਦੋਂ ਲੈ ਕੇ ਗਿਆ ਉਦੋਂ ਉਹਨਾਂ ਦੀ ਮਾਨਸਿਕ ਹਾਲਤ, ਸਰੀਰਕ ਹਾਲਤ ਕੀ ਸੀ ਫਾਦਰ ਦੀ, ਰਾਈਟ? ਉਹਨਾਂ ਦੀ ਥਾਂ ਤੇ ਜਿੰਨੇ ਦੇਖਣਾ ਪਏਗਾ ਉਹਨਾਂ ਦੀ ਕਿੱਦਾਂ ਦੀ ਦਵਾਈ ਚੱਲਦੀ ਪਈ ਸੀ, ਕੀ ਕੁਝ ਹੋ ਰਿਹਾ ਸੀ। ਸੋ ਕਈ ਸਾਰੇ ਹਾਲਾਤ ਮੈਨੂੰ ਸਮਝਣੇ ਪੈਣਗੇ। ਸਮਝਣ ਤੋਂ ਬਾਅਦ ਮੈਂ ਦੱਸ ਸਕਦਾ ਕਿ ਕਿਆ ਜਿਹੜੀ ਇਹ ਟ੍ਰਾਂਸਫਰ ਹੈ ਲੀਗਲ ਹੈ ਕਿ ਇਲੀਗਲ ਹੈ। ਠੀਕ ਹੈ। ਹੁਣ ਉਹ ਵਾਲਾ ਕੇਸ ਕਿਹੜੇ ਵਕੀਲ ਸਾਹਿਬ ਨੂੰ ਦਿੱਤਾ, ਉਹਨਾਂ ਨੇ ਕਿਹੜਾ ਕੇਸ ਪਾਇਆ, ਕੀ ਕੀਤਾ, ਉਹ ਸਾਰਾ ਕੁਝ ਦੇਖਣਾ ਦੱਸਣਾ ਪਏਗਾ। ਔਰ ਵੈਸੇ ਮੈਂ ਜੇ ਅਪਫਰੰਟ ਗੱਲ ਕਰਾਂ, ਜੇ ਕਾਗਜ਼ ਦੇਖ ਕੇ ਮੈਂ 100% ਸਹੀ ਜਵਾਬ ਦੇ ਸਕਦਾ, ਨਹੀਂ ਤਾਂ ਹੁਣ ਵੀ ਕਹਿ ਸਕਦਾ ਕਿ ਜੋ ਹਾਲਾਤ ਇਹਨਾਂ ਨੇ ਦੱਸੇ ਉਹਦੇ ਮੁਤਾਬਕ ਇਹਨਾਂ ਦੀ ਜ਼ਮੀਨ ਇਹਨਾਂ ਨੂੰ ਵਾਪਸ ਦਵਾਈ ਜਾ ਸਕਦੀ ਹੈ। ਮਤਲਬ ਪੋਸੀਬਿਲਿਟੀ ਹੈ। ਠੀਕ ਹੈ, ਯੈਸ ਪੋਸੀਬਿਲਿਟੀ ਹੈ, ਕਈ ਸਾਰੇ ਰੀਜ਼ਨਾਂ ਕਰਕੇ ਪੋਸੀਬਿਲਿਟੀ ਹੈ। ਬਟ ਫਿਰ ਵੀ ਮੈਂ ਪਹਿਲਾਂ ਸਾਰੇ ਕਾਗਜ਼ ਵੇਖਣਾ ਚਾਹਾਂਗਾ, ਵੇਖਣ ਤੋਂ ਬਾਅਦ ਹੀ ਮੈਂ ਪੱਕੀ ਗੱਲ ਕਰੂੰਗਾ ਤੇ ਫਿਰ ਮਜ਼ਾ ਆਏਗਾ। ਫਿਰ ਉਹ 5-10 ਸਾਲ ਜਿੰਨੇ ਸਾਲ ਲੱਗਣ ਲੜਾਈ ਲੜਨ ਦੇ ਤੇ ਹੋ ਸਕਦੀ ਹੈ। ਹੁਣ ਇੱਥੇ ਮੇਰਾ ਇੱਕ ਹੋਰ ਮੇਰੇ ਦਿਮਾਗ 'ਚ ਟਾਈਮ ਥੋੜਾ ਰਹਿ ਗਿਆ ਪਰ ਮੈਂ ਦੱਸ ਦਿੰਦਾ। ਇੱਥੇ ਮੈਂ ਇਸ ਵੀਰ ਜੀ ਨੂੰ ਜਾਂ ਇਹੋ ਜਿਹੇ ਬਾਕੀ ਭਰਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਇਹ ਬੇਨਤੀ ਕਰੂੰਗਾ ਕਿ ਇਹੋ ਜਿਹੇ ਵੇਲੇ ਜਦੋਂ ਵਸੀਅਤ ਕਰਨੀ ਹੈ, ਵਸੀਅਤ ਕਰਨ ਲੱਗੇ ਲਿਖਣਾ ਹੈ ਕਿ ਮੇਰੇ ਭਰਾ ਨੇ ਠੱਗੀ ਮਾਰ ਕੇ 16 ਕਿੱਲੇ ਜ਼ਮੀਨ ਆਪਣੇ ਨਾਲ ਲਵਾ ਲਈ, ਜੋ ਕਿ ਗੈਰ ਕਾਨੂੰਨੀ ਹੈ। ਮੇਰੇ ਬੱਚੇ ਉਹਦਾ ਹੱਕ ਲੈਣ ਦੇ ਹੱਕਦਾਰ ਨੇ। ਹੁਣ ਇੱਕ ਲਾਈਨ ਲਿਖਣੀ ਬੜੀ ਜ਼ਰੂਰੀ ਹੈ। ਔਰ ਉਹਦੇ 'ਚ ਇਹ ਵੀ ਜ਼ਿਕਰ ਕਰਨਾ ਕਿ ਮੈਂ ਆਪਣੇ ਪਿਤਾ ਜੀ ਦੇ ਨਾਂ ਤੇ ਪਾਵਰ ਅਟਾਰਨੀ ਕੀਤੀ ਸੀ ਔਰ ਮੇਰੇ ਨਾਲ ਇਹ ਧੋਖਾ ਹੋਇਆ। ਜਦੋਂ ਤੁਸੀਂ ਵਸੀਅਤ 'ਚ ਇੰਨੀ ਗੱਲ ਲਿਖੀ ਹੋਊਗੀ ਔਰ ਉਹ ਪੜ੍ਹੀ ਜਾਏਗੀ ਔਰ ਉਹ ਮੰਨੀ ਜਾਏਗੀ, ਜਦੋਂ ਕੋਰਟ ਫਾਈਨਲ ਫੈਸਲਾ ਕਰਨ ਲੱਗੇਗੀ ਤੇ ਉਦੋਂ ਇਹ ਮੰਨੀ ਜਾਏਗੀ। ਸੋ ਯਾਦ ਰੱਖਣਾ, ਜਿਹੜਾ ਵੀ ਮੇਰਾ ਭੈਣ ਭਰਾ ਜਿਹਦੇ ਨਾਲ ਜਿਹੋ ਜਿਹੀ ਵੀ ਠੱਗੀ ਵੱਜੀ ਹੈ, ਆਪਣੇ ਦਿਲ ਦੀ ਗੱਲ ਲਿਖੇ। ਪਹਿਲੇ ਵਾਲੀ ਭਾਜੀ ਨੇ ਵੀ ਲਿਖਿਆ ਕਿ ਮੈਂ ਪੈਸੇ ਭੇਜਦਾ ਰਿਹਾ, ਕੋਠੀ ਮੇਰੇ ਪੈਸਿਆਂ ਨਾਲ ਬਣੀ ਹੈ। ਉਹ ਵੀ ਆਪਣੀ ਵਸੀਅਤ ਬਣਾਉਣ ਆਪਣੇ ਬੱਚਿਆਂ ਦੇ ਨਾਂ ਤੇ, ਔਰ ਉਹਦੇ 'ਚ ਉਹਨਾਂ ਨੂੰ ਹੱਕ ਨੂੰ ਦੇਣ ਕਿ ਇਹ ਕਾਨੂੰਨੀ ਤੌਰ ਤੇ ਆਪਣੇ ਚਾਚੇ ਕੋਲੋਂ, ਫਲਾਣੇ ਕੋਲੋਂ, ਜਾਂ ਜਿਹੜਾ ਵੀ ਕਾਬਜ਼ ਹੈ ਉਹਦੇ ਕੋਲੋਂ ਆਪਣੀ ਮਾਲਕੀ ਲੈਣ ਦੇ ਅਧਿਕਾਰੀ ਹਨ। ਮੈਂ ਇਹਨਾਂ ਨੂੰ ਪੂਰਾ ਅਧਿਕਾਰ ਦਿੰਦਾ, ਕਿਉਂਕਿ ਤੁਸੀਂ ਸਬੂਤ ਕੋਈ ਨਹੀਂ ਛੱਡਿਆ ਸੀ, ਪੈਸੇ 2 ਨੰਬਰ 'ਚ ਭੇਜੇ, ਜਿਹਦੇ ਕਰਕੇ ਕਿ ਕੱਲ ਨੂੰ ਮੰਨ ਲਓ ਅਸੀਂ ਕੇਸ ਲੜਦੇ ਹਾਂ, ਅਸੀਂ ਕਿਸੇ ਲੈਵਲ ਤੇ ਆਉਂਦੇ ਹਾਂ ਤੇ ਇੱਕ ਪੁਆਇੰਟ ਬਹੁਤ ਵੱਡਾ ਹੈ, ਮਤਲਬ 50 ਪੁਆਇੰਟ ਇੱਕ ਪਾਸੇ, ਇਕੱਲਾ ਪੁਆਇੰਟ 50 ਪੁਆਇੰਟ ਲਏਗਾ ਤੇ 100% ਤੁਹਾਡਾ ਹੱਕ ਮਿਲ ਸਕਦਾ ਹੈ। ਸੋ ਮੇਰੇ ਸਾਰੇ ਭੈਣ ਭਰਾ, ਮੇਰੇ ਬਜ਼ੁਰਗ ਇਹ ਗੱਲ ਧਿਆਨ ਰੱਖਣ, ਇਹਨਾਂ ਚੀਜ਼ਾਂ ਦਾ ਜ਼ਿਕਰ ਜ਼ਰੂਰ ਕਰਨ। ਰਾਈਟ। ਸੋ ਭਾਜੀ ਦੀ ਗੱਲ ਦਾ ਮੈਂ ਜਵਾਬ ਦੇਤਾ ਅਪਫਰੰਟ ਜੀ। ਮੈਂ ਕੱਚੇ ਤੌਰ ਤੇ ਕਹਿ ਰਿਹਾ ਕਿ ਯੈਸ ਇਹਨਾਂ ਦਾ ਹੱਕ ਇਹਨਾਂ ਨੂੰ ਦਵਾ ਸਕਦਾ, ਬਟ ਕਾਗਜ਼ ਵੇਖ ਕੇ ਮੈਂ ਪੱਕਾ ਗੱਲ ਕਰੂੰਗਾ ਤੇ ਸਮਾਂ ਲੱਗਣਾ। ਮੈਂ ਇੱਕ ਵਾਰੀ ਫੇਰ ਦੱਸ ਦਿੰਦਾ ਉਹਨਾਂ ਨੂੰ ਕਿ ਤੁਸੀਂ ਪਲੀਜ਼ ਮਲਨ ਸਾਹਿਬ ਦਾ ਨੰਬਰ ਨੋਟ ਕਰ ਲਓ, ਉਸ ਦੇ ਉੱਤੇ ਤੁਸੀਂ ਬਾਕੀ ਦੀ ਡਿਟੇਲ ਜਿਹੜੀ ਹੈ ਡਿਸਕਸ ਵੀ ਕਰ ਸਕਦੇ ਹੋ। ਸੋ ਕਾਪੀ ਵੀ ਜਿਹੜੀ ਹੈਗੀ ਉਹ ਭੇਜ ਸਕਦੇ ਹੋ ਤਾਂ ਕਿ ਪਾਵਰ ਆਫ ਅਟਾਰਨੀ ਦੀ ਕਾਪੀ ਨੂੰ ਪੜ੍ਹ ਕੇ ਉਸ ਤੋਂ ਬਾਅਦ ਉਹ ਬੈਟਰ ਤੁਹਾਡਾ ਜਵਾਬ ਦੇ ਸਕਣ। ਸੋ ਮਲਨ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਦੇ। ਹਾਂਜੀ, ਇੱਕ ਇੰਪੋਰਟੈਂਟ ਗੱਲ ਮੈਂ ਹੋਰ ਦੱਸਾਂਗਾ, ਸਾਰੇ ਭੈਣ ਭਰਾਵਾਂ ਨੂੰ ਇਹ ਵੀ ਦੱਸ ਦਿੰਦਾ ਵੀ ਜਦੋਂ ਵੀ ਤੁਸੀਂ ਕਿਸੇ ਨੂੰ ਪਾਵਰ ਅਟਾਰਨੀ ਦਿੰਦੇ ਹੋ, ਪਾਵਰ ਆਫ ਅਟਾਰਨੀ 'ਚ 3 ਗੱਲਾਂ ਬਿਲਕੁਲ ਨਹੀਂ ਲਿਖਣੀਆਂ। ਨੰਬਰ 1, ਉਹਨੂੰ ਵੇਚਣ ਦਾ ਅਧਿਕਾਰ ਨਹੀਂ ਦੇਣਾ। ਲਿਖਣਾ ਕਲੀਅਰ ਲਿਖਣਾ ਕਿ ਇਸ ਪਾਵਰ ਅਟਾਰਨੀ 'ਚ ਮੈਂ ਇਹਨੂੰ ਵੇਚਣ ਦਾ ਅਧਿਕਾਰ ਨਹੀਂ ਦੇ ਰਿਹਾ। ਦੂਜੀ ਚੀਜ਼ ਉਹਨੂੰ ਟ੍ਰਾਂਸਫਰ ਕਰਨ ਦਾ ਅਧਿਕਾਰ ਨਹੀਂ ਹੈ, ਉਹਨੂੰ ਕਿਸੇ ਨੂੰ ਕਿਰਾਏ ਤੇ ਦੇਣ ਦਾ ਅਧਿਕਾਰ ਨਹੀਂ ਹੈ। ਠੀਕ ਹੈ, ਸਿਰਫ ਕੇਅਰ ਟੇਕਰ ਦੇਣਾ, ਕੇਅਰ ਟੇਕਰ, ਕਿ ਕੋਈ ਮਹਿਕਮੇ ਦਾ ਬਕਾਇਆ ਹੋਵੇ, ਬਿੱਲ ਭਰ ਸਕਦਾ ਹੈ, ਬਿੱਲ ਲੈ ਸਕਦਾ ਹੈ, ਇਹ ਕਰ ਸਕਦਾ ਹੈ, ਉਹ ਕਰ ਸਕਦਾ ਹੈ, ਕੋਰਟ ਕੇਸ ਆਜੇ ਲੜ ਸਕਦਾ ਹੈ, ਮੁਆਵਜ਼ਾ ਆ ਜਾਏ ਤੇ ਮੇਰੇ ਨਾਂ ਤੇ ਲਏਗਾ। ਇਹ ਵੀ ਨਾਲ ਗੱਲ ਕਰਨੀ ਕਿ ਜੇ ਮੁਆਵਜ਼ਾ ਕੋਈ ਬਣਦਾ ਹੈ ਤੇ ਉਹ ਮੇਰੇ ਨਾਂ ਤੇ ਲਏਗਾ, ਨਾ ਕਿ ਆਪਣੇ ਨਾਂ ਤੇ ਲਏਗਾ। ਸੋ ਪਾਵਰ ਅਟਾਰਨੀ ਦੇਣ ਲੱਗਿਆ ਉਹ ਇੱਥੇ ਗਲਤੀ ਕੀ ਕਰਦੇ ਨੇ ਮੇਰੇ ਭੈਣ ਭਰਾ, ਉਹ 100 ਰੁਪਏ ਵਾਲੇ ਟਾਈਪਿਸਟ ਕੋ ਜਾਂਦੇ ਨੇ, ਉਹਦੇ ਕੋਲੋਂ 100 ਰੁਪਇਆ ਦਿੰਦੇ ਨੇ, 50 ਰੁਪਏ ਦਾ ਕਾਗਜ਼ ਪਾਉਂਦੇ ਨੇ, ਪਾਵਰ ਅਟਾਰਨੀ ਬਣਾ ਕੇ ਅਗਲੇ ਫੜਾ ਦਿੰਦੇ ਨੇ ਤੇ ਇਹ ਭੈਣ ਭਰਾ ਵੀ ਲੈ ਕੇ ਅਗਲੇ ਨੂੰ ਦੇ ਆਉਂਦੇ ਨੇ। ਪਾਵਰ ਅਟਾਰਨੀ ਦਾ ਓਰੀਜਨਲ ਕਾਗਜ਼ ਵੀ ਹੁੰਦਾ ਜੀ। ਸੋ ਜਦੋਂ ਪਾਵਰ ਅਟਾਰਨੀ ਦੇਣੀ ਹੈ, ਪਾਵਰ ਆਫ ਅਟਾਰਨੀ ਬੜੀ ਸਪੈਸੀਫਿਕ ਹਾਲਾਤਾਂ ਤੇ ਸਪੈਸੀਫਿਕ ਕੰਮ ਵਾਸਤੇ ਹੱਕ ਨੂੰ ਦਿਆ ਕਰੋ। ਕਾਲ ਆ ਰਹੀ ਹੈ ਕਿ ਕੱਟੀ ਗਈ? ਨਹੀਂ, ਕੱਟੀ ਗਈ ਹੈ ਜੀ, ਕਿਉਂਕਿ ਹੁਣ ਕਾਲ ਨਹੀਂ ਲੈ ਸਕਦੇ, ਸਮਾਂ ਵੀ ਜਿਹੜਾ ਹੈਗਾ ਸਾਡਾ ਉਹ ਲਿਮਿਟਡ ਹੈ ਜੀ, ਸਮਾਂ ਸਮਾਪਤੀ ਹੋ ਚੁੱਕਾ। ਹਾਂਜੀ, ਅਗਲੀ ਵਾਰ ਗੱਲ ਕਰਾਂਗੇ ਪਾਵਰ ਅਟਾਰਨੀ ਦੀ ਵੀ ਗੱਲ ਕਰਾਂਗੇ, ਪਾਵਰ ਅਟਾਰਨੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਕਰਨ ਜੀ। ਔਰ ਵਸੀਅਤ ਪਾਵਰ ਅਟਾਰਨੀ 3-4 ਗੱਲਾਂ ਆਪਣੇ ਕੋਲ ਆ ਗਈਆਂ, ਆਪਾਂ ਉਹਦੇ ਤੇ ਹੋਰ ਇਕਵਿਪ ਕਰਾਂਗੇ, ਹੋਰ ਜ਼ਿਆਦਾ ਨੌਲੇਜ ਦੇਵਾਂਗੇ ਆਪਣੇ ਸਾਰੇ ਦਰਸ਼ਕਾਂ ਨੂੰ, ਭੈਣ ਭਰਾਵਾਂ ਨੂੰ।
ਜੀ ਮਲਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੇ ਸਾਡੇ ਦਰਸ਼ਕਾਂ ਨੂੰ ਇਹ ਜਿਹੜੀ ਵਡਮੁੱਲੀ ਜਾਣਕਾਰੀ ਤੁਸੀਂ ਦਿੱਤੀ ਹੈ ਬਹੁਤ ਅਹਿਮ ਹੈ ਔਰ ਜਿਹੜੇ ਦਰਸ਼ਕਾਂ ਨੇ ਵੀ ਕਾਲ ਕੀਤੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਹੋਰ ਬੈਟਰ ਇਸ ਬਾਰੇ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਮਲਨ ਸਾਹਿਬ ਦਾ ਨੰਬਰ ਤੁਸੀਂ ਸਕਰੀਨ ਦੇ ਉੱਤੇ ਨੋਟ ਕਰ ਸਕਦੇ ਹੋ। ਸੋ ਮਲਨ ਸਾਹਿਬ ਕੀ ਕਹਿਣਾ ਚਾਹੋਗੇ? ਇੱਕ ਬੇਨਤੀ ਇਹ ਕਰੂੰਗਾ ਵੀ ਰਾਤ ਦੇ 3 ਵਜੇ ਨਾ ਕਰਿਆ ਕਰੋ, ਇੰਡੀਆ ਦੇ ਹਿਸਾਬ ਨਾਲ ਟਾਈਮ ਨਾਲ ਕਰਿਆ ਕਰੋ। ਤੁਸੀਂ ਇੰਡੀਆ ਚੋਂ ਗਏ ਹੋ ਤੇ ਰਾਤ ਨੂੰ 2 ਵਜੇ 3 ਵਜੇ 5 ਵਜੇ ਪਤਾ ਨਹੀਂ ਕਿਦੋਂ ਜਗਾ ਦਿੰਦੇ ਨੇ। ਮੈਨੂੰ ਬੜੀ ਕਿਰਪਾ ਹੋਏਗੀ ਤੁਹਾਡੀ। ਮੈਨੂੰ ਜਦੋਂ ਫੋਨ ਕਰਨਾ ਹੈ ਇੰਡੀਆ ਦੇ ਸਵੇਰੇ 9 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਬੜਾ ਹੀ ਟਾਈਮ ਹੈ ਜੀ। ਔਰ ਕੈਨੇਡਾ ਨਾਲ ਸੂਟ ਕਰਦਾ, ਅਮਰੀਕਾ ਨਾਲ ਸੂਟ ਕਰਦਾ, ਹੋਰ ਕੰਟਰੀਆਂ ਨਾਲ ਵੀ ਸੂਟ ਕਰਦਾ। ਤੁਸੀਂ ਮੈਨੂੰ ਕਰ ਸਕਦੇ ਹੋ। ਔਰ ਮੇਰਾ ਜਿਹੜਾ 10 ਤੋਂ ਲੈ ਕੇ 3 ਵਜੇ ਤੱਕ ਦਾ ਟਾਈਮ ਹੈ ਇੰਡੀਆ ਦਾ, ਸਵੇਰੇ 10 ਤੋਂ 3 ਕੋਟ ਆਵਰਸ ਹੁੰਦੇ ਨੇ। ਉਸ ਵੇਲੇ ਮੈਂ ਹੋ ਸਕਦਾ ਤੁਹਾਡਾ ਕਾਲ ਵੀ ਨਾ ਚੁੱਕ ਪਾਵਾਂ। ਅੱਜ ਵੀ ਇੱਕ ਸੱਜਣ ਵਿਚਾਰੇ ਕੈਨੇਡਾ ਤੋਂ ਬੜੇ ਕਾਲ ਕਰ ਰਹੇ ਸੀ ਔਰ ਮੈਂ ਜਿੰਨੀ ਵਾਰੀ ਚੁੱਕੇ ਹੋਈ ਕਿਹਾ ਕਿ ਮੈਂ ਮੀਟਿੰਗ 'ਚ ਬਿਜ਼ੀ ਹਾਂ। ਬੈਸਟ ਟਾਈਮ ਸੈਟਰਡੇ ਹੈ ਔਰ ਇੰਡੀਆ ਦਾ 4 ਤੋਂ 6 ਦਾ ਟਾਈਮ ਹੈ, ਪਰ NRI ਭੈਣ ਭਰਾਵਾਂ ਲਈ ਰਾਤੀ 8-9 ਵਜੇ ਤੱਕ ਵੀ ਹੈ, ਪਰ 9 ਤੋਂ ਲੇਟ ਰਾਤ ਦੇ ਨਾ ਕਰਿਆ ਕਰੋ। ਬੜੀ ਮਿਹਰਬਾਨੀ ਜੀ ਮਲਨ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੋ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਅਗਲੇ ਐਪੀਸੋਡ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਇਹ ਜਿਹੜਾ ਵਿਸ਼ਾ ਹੈਗਾ ਉਹ ਇੱਥੇ ਸਮਾਪਤ ਨਹੀਂ ਹੋਇਆ, ਹਜੇ ਵੀ ਬਹੁਤ ਸਾਰੀ ਡਿਟੇਲਸ ਦੇ ਉੱਤੇ ਗੱਲ ਹੋਣੀ ਹੈ। ਪਾਵਰ ਆਫ ਅਟਾਰਨੀ ਦੇ ਉੱਤੇ ਵੀ ਸਪੈਸ਼ਲੀ ਗੱਲ ਜਿਹੜੀ ਹੈ ਉਹ ਅਗਲੇ ਐਪੀਸੋਡ ਦੇ ਵਿੱਚ ਅਸੀਂ ਕਰਨ ਵਾਲੇ ਹਾਂ। ਸੋ ਹਰ ਸ਼ੁੱਕਰਵਾਰ ਨੂੰ ਇੰਡੀਆ ਦੇ ਸਮੇਂ ਦੇ ਮੁਤਾਬਕ 8:30 ਤੋਂ 9:30 ਵਜੇ ਤੱਕ ਤੁਸੀਂ ਇਹ ਪ੍ਰੋਗਰਾਮ ਦੇਖ ਸਕਦੇ ਹੋ, ਹਮਦਰਦ ਲੀਗਲ ਟਾਕ। ਜੇਕਰ ਕੋਈ ਸਵਾਲ ਹੋਣ ਤੁਹਾਡੇ ਰਹਿ ਗਏ ਹੋਣ ਤਾਂ ਅਗਲੇ ਐਪੀਸੋਡ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਸੋ ਅਗਲੀ ਵਾਰ ਮੁਲਾਕਾਤ ਹੋਏਗੀ। ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।